ਉਹਨਾਂ ਵਰਗੀਆਂ ਕਰਨੀਆਂ, ਉਹਨਾਂ ਵਰਗੀਆਂ ਕਥਨੀਆਂ ਸਾਡੀਆਂ ਵੀ ਬਣ ਜਾਏ। ਆਪਾਂ ਇਸੇ ਲਈ ਅੱਜ ਇੱਥੇ ਰਲ ਮਿਲ ਬੈਠੇ ਆ ਕਿ ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਉਹਨਾਂ ਦੀ ਕਰਨੀ ਨੂੰ ਵਿਚਾਰਨ ਤੋਂ ਪਹਿਲਾਂ, ਆਰੰਭ ਕਰਨ ਤੋਂ ਪਹਿਲਾਂ ਸਾਰੇ ਜਣੇ ਵਾਹਿਗੁਰੂ ਦੀ ਫਤਿਹ ਨਾਲ ਜੁੜੀਏ ਤਾਂ ਜੋ ਹਾਜ਼ਰੀ ਪ੍ਰਵਾਨ ਹੋ ਸਕੇ। ਝੁਕਾਓ ਆਪੋ ਆਪਣਾ ਸੀਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਸਤਿਕਾਰ ਸਹਿਤ ਫਤਿਹ ਦੀ ਸਾਂਝ ਬਣਾਉਂਦੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਾਰ ਸਾਹਿਬਜ਼ਾਦਿਆਂ ਦੇ ਉੱਤੇ ਪਿਆਰਾ ਸਿੰਘ ਪਦਮ ਨੇ ਕਿਤਾਬ ਲਿਖੀ ਹੈ। ਆਰੰਭਤਾ ਦੇ ਵਿੱਚ ਉਹ ਲਿਖਦਾ, ਮੈਂ ਕਈ ਵਾਰੀ ਸਾਂਝਾ ਕਰਦਾ ਹੁੰਦਾ ਵੀ ਸੰਸਾਰ ਦੇ ਅੰਦਰ ਤਿੰਨ ਤਰ੍ਹਾਂ ਦੇ ਮਨੁੱਖ ਹੁੰਦੇ ਨੇ। ਇੱਕ ਤੇ ਉਹ ਜਿਹਦੇ ਬਜ਼ੁਰਗਾਂ ਨੇ, ਪਿਤਾ ਨੇ, ਦਾਦੇ ਨੇ, ਪੜਦਾਦੇ ਨੇ ਦੁਨੀਆ ਦੇ ਅੰਦਰ ਕਮਾਲ ਦੇ ਕਾਰਜ ਕੀਤੇ ਹੋਣ ਤੇ ਬੰਦਾ ਮਾਣ ਨਾਲ ਦੱਸਦਾ ਵੀ ਮੇਰੇ ਬਜ਼ੁਰਗਾਂ ਨੇ ਆ ਮਾਰ ਕੇ ਮਾਰੇ ਆ। ਦੂਜਾ ਉਹ ਜਿਹਦੇ ਬਜ਼ੁਰਗਾਂ ਨੇ ਕੋਈ ਮਹਾਨ ਕਾਰਜ ਨਾ ਕੀਤਾ ਹੋਵੇ ਪਰ ਆਪ ਜ਼ਿੰਦਗੀ 'ਚ ਕੋਈ ਮਹਾਨ ਕੰਮ ਕਰਦਾ ਹੈ ਤੇ ਫਿਰ ਵੀ ਬੰਦਾ ਛਾਤੀ ਚੌੜੀ ਰੱਖਦਾ ਵੀ ਮੈਂ ਆਹ ਕੰਮ ਮਰ ਕੇ ਦਾ ਕੀਤਾ ਹੈ। ਤੀਜੇ ਉਹ ਜਿਨ੍ਹਾਂ ਦੇ ਬਜ਼ੁਰਗਾਂ ਨੇ ਵੀ ਨਹੀਂ, ਆਪ ਵੀ ਕੋਈ ਕੰਮ ਮਰ ਕੇ ਦਾ ਨਹੀਂ ਕੀਤਾ ਪਰ ਨਿਆਣਿਆਂ ਨੇ, ਬੱਚਿਆਂ ਨੇ ਇੰਨੇ ਵਧੀਆ ਕੰਮ ਕੀਤੇ ਨੇ, ਬੰਦਾ ਦੁਨੀਆ ਅੰਦਰ ਹਿੱਕ ਠੋਕ ਕੇ ਕਹਿੰਦਾ ਮੇਰੇ ਨਿਆਣਿਆਂ ਨੇ ਮੇਰੇ ਨਾਂ ਨੂੰ ਚਾਰ ਚੰਨ ਲਾ ਦਿੱਤੇ, ਮੇਰੇ ਬੱਚਿਆਂ ਨੇ ਦੁਨੀਆ 'ਚ ਮੇਰਾ ਨਾਂ ਰੋਸ਼ਨ ਕਰ ਦਿੱਤਾ। ਪਿਆਰਾ ਸਿੰਘ ਪਦਮ ਕਹਿੰਦੇ ਇਹ ਦੁਨਿਆਵੀ ਕਸਵੱਟੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਫਿੱਕੀ ਜਾਪਦੀ। ਕਿਉਂ? ਸਤਿਗੁਰੂ ਦੀ ਸ਼ਖਸੀਅਤ ਹੀ ਕਮਾਲ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ ਨੂੰ ਜਦੋਂ ਆਪਾਂ ਵੇਖਦੇ ਆ ਨਾ ਤੇ ਉਹਨਾਂ ਦੇ ਪਿਤਾ ਜੀ, ਉਹਨਾਂ ਦੇ ਦਾਦਾ ਜੀ, ਉਹਨਾਂ ਦੇ ਪੜਦਾਦਾ ਜੀ, ਉਹਨਾਂ ਦੇ ਲੱਕੜ ਦਾਦਾ ਜੀ, ਹਰ ਕੰਮ ਮਹਾਨ ਉਹਨਾਂ ਦਾ, ਹਰ ਕੰਮ ਮਹਾਨ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਤਿਆਗ ਦੇ ਧਨੀ, ਉਹਨਾਂ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਤੇਗ ਦੇ ਧਨੀ, ਉਹਨਾਂ ਦੇ ਪੜਦਾਦਾ ਧੰਨ ਗੁਰੂ ਅਰਜਨ ਸਾਹਿਬ ਕਲਮ ਦੇ ਧਨੀ। ਕਿੱਥੋਂ ਤੱਕ ਤੁਰਾਂ ਮੈਂ ਅੱਗੇ? ਬਜ਼ੁਰਗਾਂ ਨੇ, ਉਹਨਾਂ ਦੇ ਨੇ ਹਰ ਇੱਕ ਮਹਾਨ ਕੰਮ ਕੀਤਾ, ਹਰ ਕੰਮ ਉਹਨਾਂ ਦਾ ਮਹਾਨ ਸੀ। ਧੰਨ ਗੁਰੂ ਗੋਬਿੰਦ ਸਿੰਘ ਦੇ ਪਿਤਾ, ਦਾਦੇ, ਪੜਦਾਦਿਆਂ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਸਾਰਾ ਜੀਵਨ ਬਾਚ ਲਓ, ਉਹਨਾਂ ਦੇ ਸਾਰੇ ਕੰਮ ਉਹ ਆਪਣੇ ਪਿਤਾ ਵਾਂਗੂ ਤਿਆਗ ਦੇ ਧਨੀ ਵੀ ਨੇ, ਆਪਣੇ ਦਾਦੇ ਵਾਂਗੂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਵਾਂਗੂ ਉਹ ਤੇਗ ਦੇ ਧਨੀ ਵੀ ਨੇ, ਉਹ ਆਪਣੇ ਪੜਦਾਦੇ ਗੁਰੂ ਅਰਜਨ ਸਾਹਿਬ ਮਹਾਰਾਜ ਵਾਂਗੂ ਕਲਮ ਦੇ ਧਨੀ ਵੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਤੇ 42 ਸਾਲ ਦੀ ਉਮਰ ਅੰਦਰ ਸਾਰੇ ਕੰਮ ਹੀ ਸਤਿਗੁਰਾਂ ਦੇ ਮਹਾਨ ਨੇ, ਸਾਰੇ ਕੰਮ ਮਹਾਨ ਨੇ। ਸਤਿਗੁਰੂ ਦੀ ਖਾਸੀਅਤ ਇਹ ਹੈ ਵੀ ਚਾਰ ਪੁੱਤਰ ਰੱਬ ਨੇ ਦਿੱਤੇ ਨੇ ਕਲਗੀਧਰ ਪਾਤਸ਼ਾਹ। ਆਪਣੇ ਘਰ 'ਚ ਇੱਕ ਅੱਧਾ ਤੇ ਬਾਗੀ ਹੋ ਹੀ ਜਾਂਦਾ, ਇੱਕ ਅੱਧਾ ਮੁੱਖ ਮੋੜ ਹੀ ਜਾਂਦਾ, ਪਰ ਚਾਰ ਦੇ ਚਾਰਾਂ ਨੇ ਗੁਰੂ ਪਿਤਾ ਦੇ ਫਲਸਫੇ ਤੇ ਪਹਿਰਾ ਦਿੰਦਿਆਂ, ਗੁਰਮਤ ਸਿਧਾਂਤਾਂ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਆਪਣੀਆਂ ਜਾਨਾਂ ਤੱਕ ਵਾਰਤੀਆਂ। ਗੁਰੂ ਕਲਗੀਧਰ ਪਾਤਸ਼ਾਹ ਕਿਸੇ ਦਾ ਪਿਓ ਦਾਦਾ ਮਹਾਨ ਕਾਰਜ ਕਰ ਗਿਆ, ਕੋਈ ਆਪ ਕਰ ਗਿਆ, ਕਿਸੇ ਦੇ ਬੱਚੇ ਕਰ ਗਏ, ਪਰ ਇਹ ਤੇ ਕਸਵੱਟੀ ਤੇਰੇ ਸਾਹਮਣੇ ਫਿੱਕੀ ਜਾਪਦੀ ਹੈ ਕਿਉਂਕਿ ਤੇਰੇ ਬਾਰੇ ਪਾਸੇ ਵੇਖਦੇ ਤੇ ਹਰ ਪਾਸਿਓਂ ਤੂੰ ਮਹਾਨ ਹੈ। ਕਿ ਵੀ ਆਖਾਂ ਐਵੇਂ ਥੋੜੋ ਕਹਿੰਦਾ, ਕਿਆ ਦਸ਼ਮੇਸ਼ ਪਿਤਾ तेरी तारीफ करो जो तूने पर उपकार किए, एक खालस खालसा पंथ सजा, जातों के भेद निकाल दिए, उस तेग के बेटे तेग पकड़, दुखियों के काट जंजाल दिए, इस मुल्क को वतन की खिदमत में कहीं बाप दिया कहीं लाल दिए, इस मुल्क को वतन की खिदमत में
कहीं बाप दिया कहीं लाल दिए। ये मुसलमान फकीर किबिया खां दे बोल ने, कलगीधर पातशाह दी वडियाई। जिथों तक चार साहिबजादियां दी बात, बड़े प्यार नाल किताब लिखी है सरदार जसवंत सिंह नेकी ने, अरदास। तुहाडे च पढ़ी भी होई किसी ने। अरदास दे एक एक पैरे नूं, एक एक अखर नूं ने बाखूबी नाल खोलिया जसवंत सिंह नेकी ने। ते जदों वो इस पैरे ते आउंदा है, पंजां प्यारियां, चौहां साहिबजादियां, 40 मुक्तियां, 8 जपियां, वो चार साहिबजादियां दी बात ते रुकदा जसवंत सिंह नेकी। कहंदा कमाल है, सतगुरु अरदास दे अंदर गुरु साहिबाना तो बाद 5 प्यारियां दा जिक्र, 5 प्यारियां तो बाद विशेष तौर ते 4 साहिबजादियां दा ही नां क्यों? साहिबजादे तां पहलां भी होए ने, साहिबजादे ते पहले पातशाहियां दे भी होए ने, पर जिक्र सिर्फ ते सिर्फ चारां दा है। थोड़ा जिहा टाइम लगेगा, 5-7 मिनट। जसवंत सिंह नेकी के फिर उस गल नूं खोलदे ने, क्यों? वो कहंदे ने भी साहिबजादे ते भावें गुरु नानक साहिब दे भी होए ने, बाबा श्री चंद, बाबा लखमी दास, पर उन्हां दे बाबत धन गुरु ग्रंथ साहिब दी बाणी गवाही भरदी है, पुत्तरी कौल ना पालियो कर पीरो कन, मरटिए दिल खोटे आकी फिरन। मैनू खेमा कर दिओ, थोड़ा कहना पेगा सुचेत करन दे लई। अज दे हालात वेख लो कौम दे, जिन्हां बारे गुरु ग्रंथ साहिब तो उत्ते ते साडे लई कुछ नहीं ना, इदू परे तां उजाड़ ही उजाड़ है। गुरु साहिब जिन्हां दे बारे कहण दिल खोटे, ते आपां आंढ गवांढ कोई बंदा लागे शागे खोटे दिल वाला होवे, आपां किहदा भरोसा ना करियो, बंदा अंदरों बाहरों बड़ा नीच है, अंदरों खोटा है। ते साडे ते सामने कहानियां घड़ दित्तियां गईयां भी गुरु अर्जन साहिब जी नूं सुखमनी साहिब दी बाणी उचारदियां बाणी भुल गई, ते फिर जाके बाबा श्री चंद उचारदे ने आद सच जुगाद सच। गुरु नानक साहिब दी बराबरता नहीं जी करनी, बड़े पोले पोले लफ्जां च लिखदे ने भी है भी दी जगह है भे सच। ये बाबे श्री चंद ने हद हो गई। असीं कहंदे आं भुल्लण अंदर सब को अभुल गुरु करतार। ते गुरु अर्जन साहब ते असी टीका टिप्पणी कर रहे हैं, गुरु अर्जन साहब भुल्लण वाले सी, ते श्री चंद जेड़ा दिल खोटे आकी फिरन, उन्होंने असी गुरु तो उच्चा लैवल दे रहे, उच्चा लैवल दे। ये दिल खोटे आखियां नूं गुरु दे घरों कोई मान नहीं मिलिया, कोई मान नहीं मिलिया, कोई प्राप्ति नहीं। मैं एक बेनती करा फिर अगे चलना। जिदण गुरता गद्दी ते भाई लैणा जी नूं गुरु अंगद साहब बना के बिठाणा सी, मां सुलखणी ने एक गल कही सी, कहण लगी सतगुरु जे सेवक गद्दी दा वारस मालक बन गया ते आ मेरे पुत्रां दा की बनेगा? ते गुरु साहब दा फलसफा जिहड़ा इड्डा महान है, असीं समझिया ही नहीं, बाचिया ही नहीं, सिर्फ उपरों उपरों दी लंघदे रहे। सानू सुनाउण वाले भी उदां दे कमाल सी। 2 तरह दे पुत्र विद्वानां ने मने, नादी ते बिंदी। हुण बिंद तो पैदा होए जेड़े अपने सगे पुत्र कह लो, नादी जेड़े शब्द तो जेड़े उपदेश तो पैदा होए, उन्हां दी गल कीती गई। गुरु नानक साहब मां सुलखणी नूं कहण लगे, सुलखणी परख लै मेरा पुत्र लैना है कि श्री चंद लखमी दास ने, परख लै। और बाबे ने चोज वरताया, सारी संगत दे सामने बैठे। अज तक गुरु नानक साहब ने कदे माया अगे चढ़ावे वाली नूं हथ नहीं सी लाया। पहला दिन सी गुरु नानक साहब ने आप उठ के सामने चढ़ावे विचों 1 पैसा चुकिया, मुठ विच रखिया, बंद कीता, ते श्री चंद नूं पुछदे ने, पुत्र दस मेरी मुठ विच की है? खिड़खड़ा के हसिया, कहण लगा पापा जी कोई दसण वाली गल है? सारियां दे सामने 1 पैसा चुकिया, 1 पैसा है मुठ विच तुहाडी। बाबे ने मुठ कीती, लखमी दास साल कहण लगे पुत्र तू दस। कहण लगा पिता जी भराता जी ठीक ही ते कहंदे गल थोड़ा बोलदे, 1 पैसा तुहाडी मुठ च। बाबे ने ओही बंद मुट्ठी भाई लैणे वाल कीती, लैणिया तू दस मेरी मुठ विच की है? फिर थोड़ा जिहा रुक जावां, ध्यान दिओ। गुरु नानक साहब नादी ते बिंदी पुत्रां दा भेद समझाउण लगे ने। इहो ही भेद कलगीधर पातशाह ने सानू समझाया सी। साडे वर्गियां तो बिंदी पुत वार के कहा सी, आ जेड़े नादी बैठे ने ना, इन पुत्रन के सीस पर आउणा इत्ते है।
ਅਸੀਂ ਐਵੇਂ ਹੀ ਨਹੀਂ ਪੁੱਤ ਬਣੇ, ਗੁਰੂ ਦੇ ਨਾਦ ਨੂੰ ਮੰਨਿਆ ਏ, ਗੁਰੂ ਦੇ ਉਪਦੇਸ਼ ਨੂੰ ਮੰਨਿਆ ਤਾਂ ਗੁਰੂ ਦੇ ਪੁੱਤ ਕਹਾਉਣ ਦੇ ਹੱਕਦਾਰ। ਨਹੀਂ ਤੇ ਸਾਖੀਆਂ ਸੁਣ ਕੇ ਗਾਂ ਜਾਓ, ਲੰਗਰ ਛਕ ਕੇ ਕੋਈ ਫਰਕ ਨਹੀਂ ਜੇ ਪੈਣਾ ਹੈਗਾ। ਲੈਣਿਆ ਤੂੰ ਦੱਸ ਮੇਰੀ ਮੁੱਠੀ ਵਿੱਚ ਕੀ ਹੈ। ਲੈਣਾ ਰੋ ਪਿਆ, ਕਹਿਣ ਲੱਗਾ ਬਾਬਾ ਮੇਰੀ ਕੀ ਸਮਰੱਥਾ ਮੈਂ ਦੱਸ ਸਕਾਂ, ਤੇਰੀ ਮੁੱਠ ਵਿੱਚ ਕੀ ਹੈ ਦਾਤਾ। ਜੇ ਸਿਰ ਤੇ ਮੇਰ ਭਰੇ ਹੱਥ ਰੱਖ ਕੇ ਪੁੱਛੇ ਤੇ ਸੱਚ ਦੱਸਾਂ ਤੇਰੀ ਮੁੱਠ ਵਿੱਚ ਕੀ ਏ। ਤੇਰੀ ਮੁੱਠ ਵਿੱਚ 9 ਨਿਧੀਆਂ 18 ਸਿਧੀਆਂ, ਤੇਰੀ ਮੁੱਠ ਵਿੱਚ ਧੰਨ ਗੁਰੂ ਨਾਨਕ ਕੇ ਸਾਰਾ ਬ੍ਰਹਿਮੰਡ ਹੈ। ਸੱਚ ਬੋਲਾਂ ਬ੍ਰਹਿਮੰਡ ਨਹੀਂ ਦਾਤਾ, ਤੇਰੀ ਮੁੱਠ ਦੇ ਵਿੱਚ ਨਿਰੰਕਾਰ ਹੈ, ਕਰਤਾਰ ਹੈ। ਬਾਬੇ ਨੇ ਮਾਂ ਸੁਲੱਖਣੀ ਨੂੰ ਪੁੱਛੇ, ਕਹਿਣ ਲੱਗਾ ਸੁਲੱਖਣੀਏ ਦੱਸ ਮੇਰਾ ਪੁੱਤ ਕੌਣ ਹੈ। ਕਹਿਣ ਲੱਗੀ ਜੇ ਵਿਚਾਰਧਾਰਾ ਤੌਰ ਤੇ ਵੇਖੋਗੇ ਨਾ ਤੇ ਫਿਰ ਤੁਹਾਡਾ ਪੁੱਤਰ ਲੈਣਾ ਹੈ, ਲੈਣਾ ਹੈ। ਸਾਹਿਬਜ਼ਾਦੇ ਸ੍ਰੀ ਚੰਦ ਲਖਮੀ ਦਾਸ ਹੋਏ ਪਰ ਬਾਬੇ ਦੇ ਘਰੋਂ ਕੁਝ ਨਹੀਂ ਪਾ ਸਕਿਆ। ਸਾਡੀ ਮੂਰਖਤਾਈ ਦੀ ਹੱਦ ਏ ਵੀ ਅਸੀਂ ਡੇਰਾ ਬਾਬਾ ਨਾਨਕ ਜਾ ਕੇ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਵੰਸ਼ਜ ਨੇ ਜੀ, ਉੱਥੇ ਉਹ ਫਿਰ ਸਾਨੂੰ ਛੋਟੀਆਂ ਲੈਚੀਆਂ ਦਿੰਦੇ ਨੇ, ਬੀਬੀ ਭੈਣ ਕੋਈ ਹੈਗੀ ਏ ਤੇ ਜਿਹਦੇ ਨਿਆਣਾ ਨਹੀਂ ਔਲਾਦ ਨਹੀਂ ਤੇ ਉਹਨੂੰ ਬਾਬਾ ਜੀ ਨੇ ਲੈਚੀਆਂ ਦੇਣੀਆਂ, ਉਹਦੇ ਔਲਾਦ ਨੂੰ ਹੱਦ ਹੋ ਗਈ। ਗੁਰੂ ਨਾਨਕ ਸਾਹਿਬ ਨੇ ਤਾਂ ਕਿਤੇ ਲੈਚੀਆਂ ਨਹੀਂ ਦਿੱਤੀਆਂ। ਉਹ ਗੁਰੂ ਨਾਨਕ ਦੇ ਵੰਸ਼ਜ ਬਾਣੀ ਉਹਨਾਂ ਬਾਰੇ ਕਹਿੰਦੀ, ਦਿਲ ਖੋਟੇ ਸਿਰਫ ਗੋਲਕ ਭਰਨ ਦੇ ਲਈ ਤੂੰ ਲੈਚੀਆਂ ਵੰਡ ਕੇ ਨਿਆਣੇ ਦੇ ਰਿਹਾ ਏ। 10 ਪਾਸ਼ੇ ਤਾਂ ਕਿਤੇ ਨਹੀਂ ਦਿੱਤੀਆਂ ਲੈਚੀਆਂ ਵੀ ਨਿਆਣੇ। ਅੱਜ ਸਾਡੀ ਕੀ ਹੋ ਰਿਹਾ ਏ? ਇਹਦਾ ਮਤਲਬ ਗੁਰੂ ਦੇ ਨਾਦ ਤੋਂ, ਗੁਰੂ ਦੇ ਸ਼ਬਦ ਤੋਂ ਤੇ ਬਹੁਤ ਦੂਰ ਬੈਠੇ ਨੇ ਲੋਕ। ਉਹਨਾਂ ਦੀ ਬਾਤ ਕਰਨੀ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਮੰਨਿਆ। ਜਿਨ੍ਹਾਂ ਨਹੀਂ ਮੰਨਿਆ, ਚਾਹੇ ਸ੍ਰੀ ਚੰਦ ਚਾਹੇ ਲਖਮੀ ਦਾਸ ਏ, ਚਾਹੇ ਉਹਨਾਂ ਦੇ ਅੰਦਰ ਦਾਤੂ ਤੇ ਦਾਸੂ ਕਿਉਂ ਨਾ ਹੋਣ, ਭਾਵੇਂ ਮੋਹਣ ਤੇ ਮੋਹਰੀ ਕਿਉਂ ਨਾ ਹੋਵੇ, ਭਾਵੇਂ ਪ੍ਰਿਥੀ ਚੰਦ ਤੇ ਮਹਾਦੇਵ ਕਿਉਂ ਨਾ ਹੋਵੇ, ਜਿਨ੍ਹਾਂ ਮੰਨਿਆ ਉਹ ਗੁਰੂ ਵੀ ਬਣ ਬੈਠੇ। ਗੁਰੂ ਅਰਜਨ ਪਾਤਸ਼ਾਹ ਜਿਨ੍ਹਾਂ ਮੰਨਿਆ, ਗੁਰੂ ਹਰਗੋਬਿੰਦ ਸਾਹਿਬ ਹੈ ਤੇ ਇਹ ਵੀ ਸਾਹਿਬਜ਼ਾਦੇ ਨੇ ਨਾ। ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਸਾਹਿਬਜ਼ਾਦੇ ਨੇ। ਸਾਹਿਬਜ਼ਾਦਿਆਂ 'ਚ ਜ਼ਿਕਰ ਇਸ ਲਈ ਨਹੀਂ ਆਇਆ ਕਿਉਂਕਿ ਇਹਨਾਂ ਦਾ ਪਾਤਸ਼ਾਹੀਆਂ ਦੇ ਵਿੱਚ ਆ ਚੁੱਕਾ 10 ਪਾਤਸ਼ਾਹੀਆਂ ਦੇ ਅੰਦਰ। ਹੁਣ 6ਵੇਂ ਪਾਤਸ਼ਾਹ ਦਾ ਧਿਆਨ ਕਰੋ, 5 ਸਾਹਿਬਜ਼ਾਦੇ ਨੇ 6ਵੇਂ ਪਾਤਸ਼ਾਹ ਦੇ। 5 ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਬਾਬਾ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਤਿਆਗਮਲ ਵੀ ਕਿਹਾ ਜਾਂਦਾ ਸੀਗਾ। 5 ਪੁੱਤਰ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ। ਪਰ ਜਦੋਂ ਵਿਚਾਰ ਹੁੰਦੀ ਹੈ ਤੇ 5 ਚੋਂ ਇੱਕ ਵੀ ਪਾਸ ਨਹੀਂ ਜੋ ਆਖੇ ਮੈਂ ਕਰ ਦਿਆਂ। ਗੁਰਤਾ ਗੱਦੀ ਦੀ ਸੇਵਾ ਪੋਤੇ ਨੂੰ ਮਿਲਦੀ ਗੁਰੂ ਹਰ ਰਾਏ ਸਾਹਿਬ ਜੀ। ਗੁਰੂ ਹਰ ਰਾਏ ਸਾਹਿਬ ਦੇ 2 ਪੁੱਤਰ ਨੇ, 2 ਸਾਹਿਬਜ਼ਾਦੇ ਨੇ। ਬਾਬਾ ਰਾਮ ਰਾਏ ਜਿਹੜਾ 72 ਕਰਾਮਾਤਾਂ ਦਿਖਾਉਂਦਾ ਨਹੀਂ ਪਾਸ ਹੁੰਦਾ, ਜਿਹੜਾ ਤੁਰਕੀ ਬਾਣੀ ਦੇ ਅੰਦਰ ਤਬਦੀਲੀ ਕਰਨ ਦੀ ਕੋਸ਼ਿਸ਼ ਕਰਦਾ, ਗੁਰੂ ਦੇ ਸ਼ਬਦ ਤੇ ਜਿਹੜਾ ਚੋਟ ਕਰਦਾ ਉਹ ਤਾਂ ਦਿਲ ਖੋਟੇ ਆਕੀ ਨੇ। ਗੁਰੂ ਦੇ ਘਰ ਨਹੀਂ ਪ੍ਰਵਾਨ ਹੁੰਦੇ ਅੱਗੇ। ਗੁਰੂ ਹਰਕ੍ਰਿਸ਼ਨ ਮਹਾਰਾਜ ਤੋਂ ਬਾਅਦ ਗੁਰੂ ਤੇ ਉਹ ਤੇ ਕੰਮ ਹੀ ਸੌਖਾ ਕਰ ਗਏ ਸੀ ਬਾਬਾ ਬਕਾਲੇ। ਹਾਲਾਂਕਿ ਇਹਦੇ ਵਿੱਚ ਵੀ ਬੜਾ ਵੱਡਾ ਫਲਸਫਾ ਛੁਪਿਆ ਹੋਇਆ ਹੈ, ਉਹ ਫਿਰ ਕਿਤੇ ਸੀ। ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕੋ ਹੀ ਲਾਲ ਹੈ ਗੋਬਿੰਦ ਰਾਏ। ਗੁਰੂ ਗੋਬਿੰਦ ਸਿੰਘ ਬਣਦੇ ਨੇ, ਗੁਰੂਆਂ 'ਚ ਨਾਮ ਆ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 4 ਪੁੱਤਰ ਨੇ ਜਿਨ੍ਹਾਂ ਅੱਗੇ ਨਾਂ ਲੈਂਦਿਆਂ ਸਾਡਾ ਸਿਰ ਝੁਕ ਜਾਂਦਾ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਮੈਂ ਸ਼ਾਇਦ ਅੱਗੇ ਵੀ ਇੱਕ ਵਾਰੀ ਅਰਜ਼ ਕੀਤੀ ਹੋਵੇ ਤੁਹਾਡੇ ਸਨਮੁਖ ਵੀ ਅੱਜ ਤੇ ਕੰਮ ਬੜਾ ਸੌਖਾ ਹੈ, ਲੰਮਾ ਜਿਹਾ ਚੋਲਾ ਪਾ ਲਓ, ਟੇਢੀ ਜੀ ਪੱਗ ਬੰਨ ਲਓ ਤੇ ਬਸ ਬੰਦਾ ਬਾਬਾ ਬਣ ਗਿਆ, ਆਪਣਾ ਡੇਰਾ ਹੀ ਚਲਾਉਣਾ, ਇੱਕ ਦੁਕਾਨ। ਦੁਨੀਆ ਨਾਲੋਂ, ਬਾਕੀ ਡੇਰਿਆਂ ਨਾਲੋਂ ਵੱਖਰਾ ਜਿਹਾ ਅਡੰਬਰ ਚਲਾਓ ਤੇ ਬਾਬੇ ਬਣ ਗਏ ਤੁਸੀਂ। ਪਰ ਸਿੱਖੀ ਅੰਦਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਦਰ ਰੱਬ ਨੂੰ ਬਾਬਾ ਕਿਹਾ ਗਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ। ਉਥੇ ਤੇ ਜਗਿਆਸੂ ਨੂੰ ਕਿਹਾ ਗਿਆ ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਸਾਡੇ ਧਰਮ ਦੇ ਅੰਦਰ ਤੇ ਬਜ਼ੁਰਗ ਨੂੰ ਵੀ, ਦਾਦੇ ਨੂੰ ਵੀ ਬਾਬਾ ਕਿਹਾ ਜਾਂਦਾ। ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬਾਬਾ ਲੱਗਦੇ ਸੀ, ਇਸੇ ਲਿਖਿਆ ਸੀ ਬਾਬਾ ਬਕਾਲੇ। ਸਾਡੇ ਧਰਮ ਦੇ ਅੰਦਰ ਬਾਬਾ ਕਿਹਨੂੰ ਕਿਹਾ ਗਿਆ ਹੈ? ਬੰਦਾ ਸਿੰਘ ਬਹਾਦਰ ਵਰਗਿਆਂ ਨੂੰ ਜਵਾਨੀ ਵਿੱਚ ਬਾਬੇ ਬਣੇ ਨੇ। ਬਾਬਾ ਉਹਨੂੰ ਕਿਹਾ ਗਿਆ ਏ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ 7 ਤੇ 9 ਸਾਲ ਦੀਆਂ ਜਿੰਦਾਂ। ਕਮਾਲ ਹੈ, ਛੋਟੀਆਂ ਉਮਰਾਂ ਨੇ ਤੇ ਪਰ ਬਾਬੇ ਨੇ। ਕਿਉਂ? ਕਿਉਂਕਿ ਉਹਨਾਂ ਦੀ ਕਰਨੀ ਬਾਬਿਆਂ ਵਾਲੀ ਹੈ, ਕਰਨੀ ਬਾਬਿਆਂ ਵਾਲੀ ਹੈ। 4 ਸਾਹਿਬਜ਼ਾਦੇ। ਥੋੜਾ ਜਿਹਾ ਹੋਰ ਇਸ ਗੱਲ ਨੂੰ ਸਮਝਣਾ। ਸਾਹਿਬਜ਼ਾਦੇ, ਸਾਹਿਬ ਦਾ ਅਰਥ ਹੁੰਦਾ ਮਾਲਕ, ਉਹਦੇ ਜਾਏ ਹੋਏ ਪੁੱਤਰ, ਉਹਨਾਂ ਨੂੰ ਸਾਹਿਬਜ਼ਾਦੇ ਕਿਹਾ ਜਾਂਦਾ। ਪੁੱਤਰ ਤਾਂ ਆਏ ਨੇ ਜੇ ਗੁਰੂ ਗ੍ਰਸਤੀ ਸੀ। ਜੇ ਗੁਰੂ ਗ੍ਰਸਤੀ ਸੀ
ਤੇ ਸਾਡੇ ਅੰਦਰ ਤੇ ਅੱਜ ਤੇ ਇਹ ਕੰਮ ਚੱਲ ਪਿਆ ਵੀ ਜਿਹੜੇ ਬਾਬੇ ਨੇ ਆਨੰਦ ਕਾਰਜ ਨਹੀਂ ਕਰਾਇਆ ਉਹ ਪੂਰਨ ਬ੍ਰਹਮ ਗਿਆਨੀ, ਪੂਰਨ ਮਹਾਂਪੁਰਸ਼ ਕਮਾਲ ਹੈ। ਸਾਡੀ ਕਸਵੱਟੀ ਅਨੋਖੀ ਜੀ ਹੋ ਗਈ। ਔਰ ਸਤਿਗੁਰੂ ਦੀ ਹਜ਼ੂਰੀ ਵਿੱਚ ਜਿਹੜਾ ਚਾਰ ਲਾਵਾਂ ਦੀ ਬਾਣੀ ਸਮਝਾਵੇ, ਜਿਹੜਾ ਗ੍ਰਸਤ ਦੀਆਂ ਬਾਤਾਂ ਪਾਵੇ, ਸਕਲ ਧਰਮ ਹੈ ਗ੍ਰਸਤ ਪ੍ਰਧਾਨ ਹੈ। ਭਾਈ ਗੁਰਦਾਸ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਣ ਵਾਲੇ ਇਹ ਗੱਲ ਦਾ ਸਾਨੂੰ ਸਰਟੀਫਿਕੇਟ ਦੇਣ, ਸਿੱਖ ਤੂੰ ਤਾਂ ਏ ਜੇ ਗ੍ਰਸਤ ਤੇਰੇ ਅੰਦਰ ਪ੍ਰਧਾਨ ਹੈ, ਤੇ ਅਸੀਂ ਉਹਨਾਂ ਨੂੰ ਬਣਾਉਣਾ ਸ਼ੁਰੂ। ਗੁਰੂ ਗੋਬਿੰਦ ਸਿੰਘ ਮਹਾਰਾਜ ਗ੍ਰਸਤੀ ਸੀ ਤੇ ਚਾਰ ਲਾਲ ਪੈਦਾ ਹੋਏ ਨੇ ਨਾ, ਆਨੰਦ ਕਾਰਜ ਕਰਾਏ ਨੇ। ਚਾਰ ਲਾਲ ਸਾਹਿਬ ਜਿਆਦੇ ਹੁਣ ਪੈਦਾ ਹੋਏ ਨੇ। ਇਤਿਹਾਸ ਪੜੋ। ਮੇਦਨੀ ਪ੍ਰਕਾਸ਼ ਰਾਜੇ ਦਾ ਨਾਂ ਹੈ, ਸਿਰਮੌਰ ਨਾਹਨ ਦਾ ਰਹਿਣ ਵਾਲਾ ਹੈ। ਨਾਹਨ ਦਾ ਅੱਜ ਹਿਮਾਚਲ ਪ੍ਰਦੇਸ਼ ਵਿੱਚ। ਮੇਦਨੀ ਪ੍ਰਕਾਸ਼ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਸਤਿਗੁਰੂ ਜੀ, ਮੈਂ ਤੁਹਾਡਾ ਚਰਨ ਸੇਵਕ ਹਾਂ ਤੇ ਕਦੇ ਮੇਰੇ ਗ੍ਰਹਿ ਮੇਰੇ ਮਹਿਲਾਂ ਵਿੱਚ ਵੀ ਚਰਨ ਪਾਓ। ਤੇ ਸਤਿਗੁਰੂ ਇਹਦੀ ਬੇਨਤੀ ਪ੍ਰਵਾਨ ਕਰਕੇ ਨਾਹਨ ਗਏ। ਗੁਰਦੁਆਰਾ ਸਾਹਿਬ ਅੱਜ ਵੀ ਹੈ ਉੱਥੇ ਕਲਗੀਧਰ ਪਾਤਸ਼ਾਹ ਦੀ ਕਈ ਇਤਿਹਾਸਕ ਚੀਜ਼ਾਂ ਪਈਆਂ ਨੇ, ਲਵਾਇਆ ਹੋਇਆ ਖੂਹ ਵੀ ਉੱਥੇ ਹੈ। ਨਾਹਨ ਤੋਂ ਚੱਲ ਕੇ ਸਤਿਗੁਰੂ ਥੋੜੀ ਦੂਰੀ ਜਾ ਕੇ ਜਮਨਾ ਨਦੀ ਦੇ ਕੰਢੇ, ਜਿੱਥੇ ਘੋੜੇ ਤੋਂ ਉਤਰ ਕੇ ਪੈਰ ਟਿਕਾਉਂਦੇ ਨੇ ਜ਼ਮੀਨ ਤੇ, ਕਦਮ ਰੱਖਦੇ ਨੇ ਨਾ, ਪੈਰ ਟਿਕਾਉਣ ਦੇ ਕਾਰਨ ਉਸ ਥਾਂ ਦਾ ਨਾਂ ਪਿਆ ਸੀ ਪੌਂਟਾ ਸਾਹਿਬ। ਇੱਥੇ ਗੁਰੂ ਨੇ ਪੈਰ ਟਿਕਾਇਆ ਸੀ। ਗੁਰੂ ਨੇ ਇੱਕ ਧਰਮ ਕੇਂਦਰ ਹੋਰ ਬਣਾਇਆ। ਗੁਰੂ ਨਾਨਕ ਸਾਹਿਬ ਨੇ ਜਨਮ ਸਥਾਨ ਛੱਡ ਕੇ ਕਰਤਾਰਪੁਰ ਸਾਹਿਬ ਵੱਖਰਾ ਇੱਕ ਧਰਮ ਸਥਾਨ ਬਣਾਇਆ। ਗੁਰੂ ਅੰਗਦ ਸਾਹਿਬ ਨੇ ਕਿੱਥੇ ਮੱਤੇ ਦੀ ਸਰਾਂ ਹੈ, ਕਿੱਥੇ ਖਡੂਰ ਸਾਹਿਬ ਫੇਰ ਵਸਾਇਆ, ਫੇਰ ਆਣ ਸਤਿਗੁਰੂ ਖਡੂਰ। ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਨੇ ਵਸਾਇਆ। ਧੰਨ ਗੁਰੂ ਰਾਮਦਾਸ ਸਾਹਿਬ ਨੇ ਚੱਕ ਰਾਮਦਾਸ, ਜਿਹਨੂੰ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ ਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਕਰਤਾਰਪੁਰ ਜਿਹੜਾ ਆਪਣਾ ਜਲੰਧਰ ਦੇ ਨੇੜੇ ਵਾਲਾ ਏ, ਤਰਨਤਾਰਨ ਸਾਹਿਬ ਨਵੇਂ ਕੇਂਦਰ ਸਾਡੇ ਲਈ ਸਥਾਨ ਬਣਾਏ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਸ਼੍ਰੀ ਹਰਗੋਬਿੰਦਪੁਰ, ਕੀਰਤਪੁਰ ਸਾਹਿਬ 7ਵੇਂ 8ਵੇਂ ਪਾਤਸ਼ਾਹ ਉੱਥੇ ਰਹਿ ਕੇ ਪ੍ਰਚਾਰ ਕੀਤਾ। 9ਵੇਂ ਪਾਤਸ਼ਾਹ ਨੇ ਮਾਖੋਵਾਲ ਤੋਂ ਚੱਕ ਨਾਨਕੀ ਤੋਂ ਬਾਅਦ ਜਿਹਦਾ ਨਾਂ ਆਨੰਦਪੁਰ ਸਾਹਿਬ ਬਣਿਆ, ਉਹ ਕੇਂਦਰ ਵਸਾਇਆ, ਧਰਮ ਸਥਾਨ ਸਾਡੇ ਲਈ ਧਰਮ ਪ੍ਰਚਾਰ ਕੇਂਦਰ ਬਣਾਇਆ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪੌਂਟਾ ਸਾਹਿਬ ਨਵਾਂ ਧਰਮ ਸਥਾਨ, ਨਵਾਂ ਕੇਂਦਰ, ਪ੍ਰਚਾਰ ਕੇਂਦਰ ਸਾਡੇ ਲਈ ਬਣਾਇਆ। ਉਹ ਤੋਂ ਥੋੜੀ ਦੂਰੀ ਤੇ 15-16 ਮੀਲ ਦੀ ਦੂਰੀ ਦੇ ਉੱਤੇ ਭੰਗਾਣੀ ਦਾ ਸਥਾਨ ਹੈ, ਜਿੱਥੇ ਫਤਿਹ ਚੰਦ ਵਰਗਿਆਂ ਨਾਲ ਗੁਰੂ ਕਲਗੀਧਰ ਪਾਤਸ਼ਾਹ ਦੀ ਜੰਗ ਹੁੰਦੀ ਹੈ। ਮੈਂ ਛੋਟੇ ਰੂਪ ਚ ਬੇਨਤੀ ਕਰਾਂ, ਜੰਗ ਜਿੱਤ ਕੇ ਸਤਿਗੁਰੂ ਜਦੋਂ ਵਾਪਸ ਆਉਂਦੇ ਨੇ ਨਾ ਪੌਂਟਾ ਸਾਹਿਬ ਨੂੰ, ਇਤਿਹਾਸ ਕਹਿੰਦਾ ਜਦੋਂ ਜੰਗ ਜਿੱਤ ਕੇ ਸਤਿਗੁਰੂ ਵਾਪਸ ਪਰਤ ਰਹੇ ਨੇ ਤੇ ਆਣ ਕੇ ਸਿੱਖ ਨੇ ਦੱਸਿਆ, ਕਹਿਣ ਲੱਗਾ ਸਤਿਗੁਰੂ ਅਕਾਲ ਪੁਰਖ ਦੀ ਰਹਿਮਤ ਹੋਈਏ, ਅੱਜ ਤੁਹਾਡੇ ਗ੍ਰਹਿ ਵਿਖੇ ਰੱਬ ਜੀ ਨੇ ਤੁਹਾਨੂੰ ਪੁੱਤਰ ਦੀ ਦਾਤ ਬਖਸ਼ੀਏ। ਜੰਗ ਜਿੱਤ ਕੇ ਆਏ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਭੰਗਾਣੀ ਸਾਹਿਬ ਦੀ। ਜੰਗ ਜਿੱਤਣ ਦੇ ਕਾਰਨ ਜਦ ਉਸੇ ਦਿਨ ਪੁੱਤਰ ਦੀ ਪ੍ਰਾਪਤੀ ਹੋਈ ਤੇ ਸਤਿਗੁਰਾਂ ਨੇ ਨਾਂ ਰੱਖਿਆ ਸੀ ਅਜੀਤ ਸਿੰਘ। ਨਾਂ ਰੱਖਿਆ ਸੀ ਜੰਗ ਜਿੱਤਣ ਦੀ ਖੁਸ਼ੀ ਵਿੱਚ, ਉਹਦਾ ਨਾਂ ਰੱਖਿਆ ਸੀ ਅਜੀਤ ਸਿੰਘ। ਕੁਝ ਵਿਦਵਾਨਾਂ ਦਾ ਮਤ ਹੈ, ਡੇਟਾਂ ਵੱਖ-ਵੱਖ ਵੀ ਨੇ। ਕਿਸੇ ਨੇ 26 ਜਨਵਰੀ 1687 ਡੇਟ ਦਿੱਤੀ, ਜ਼ਿਆਦਾਤਰ ਇਹ ਮੰਨੀ ਜਾਂਦੀ ਹੈ ਬਾਬਾ ਅਜੀਤ ਸਿੰਘ ਦਾ ਜਨਮ। ਉੱਥੋਂ ਸਤਿਗੁਰੂ ਪੌਂਟਾ ਸਾਹਿਬ ਤੋਂ ਵਾਪਸ ਆਨੰਦਪੁਰ ਸਾਹਿਬ ਆਉਂਦੇ ਨੇ। ਇੱਥੇ ਆਣ ਕੇ 14 ਮਾਰਚ 1691 ਨੂੰ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਹੁੰਦਾ ਹੈ। 1696 28 ਨਵੰਬਰ ਨੂੰ ਬਾਬਾ ਜ਼ੋਰਾਵਰ ਸਿੰਘ ਦਾ ਜਨਮ ਹੁੰਦਾ ਹੈ। 12 ਦਸੰਬਰ 1699 ਨੂੰ ਬਾਬਾ ਫਤਿਹ ਸਿੰਘ ਦਾ ਇੱਥੇ ਆਨੰਦਪੁਰ ਸਾਹਿਬ ਜਨਮ ਹੁੰਦਾ ਹੈ। 4 ਪੁੱਤਰ ਵਾਹਿਗੁਰੂ ਜੀ ਨੇ, ਰੱਬ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬਖਸ਼ੇ। ਪਰ ਜਿੱਥੋਂ ਤੱਕ ਇਤਿਹਾਸ ਵਾਚਾਂਗੇ ਨਾ, ਬਾਬਾ ਅਜੀਤ ਸਿੰਘ ਵੱਡੇ ਸਾਹਿਬਜ਼ਾਦੇ, ਇਹਨਾਂ ਦੇ ਜੀਵਨ ਦੀ ਪਹਿਲੀ ਜਿਹੜੀ ਘਟਨਾ ਇਤਿਹਾਸ ਨੇ ਵੱਡੇ ਅੱਖਰਾਂ 'ਚ ਲਿਖੀ ਉਹ ਇਹ ਹੈ ਵੀ 1699 ਦੀ ਵਿਸਾਖੀ ਤੇ ਪੋਠੋਹਾਰ ਦੇ ਇਲਾਕੇ ਦੀ ਸੰਗਤ ਆ ਰਹੀ ਸੀ ਇਕੱਠੀ ਹੋ ਕੇ। ਪਾਕਿਸਤਾਨ ਦੇ ਵਿੱਚ ਪੋਠੋਹਾਰ, ਬੰਬੇ ਦੇ ਅੰਦਰ ਅੱਜ ਵੀ ਜਾਓ ਬੜਾ ਵੱਡਾ ਗੁਰਦੁਆਰਾ, ਉੱਥੋਂ ਦੀ ਸੰਗਤ ਉੱਠ ਕੇ 47 ਵੇਲੇ ਬੰਬੇ ਵਸੀ। ਉਹਦਾ ਇਲਾਕੇ ਦਾ ਨਾਂ ਧੰਨ ਪੋਠੋਹਾਰ। ਮੈਂ ਕਈ ਵਾਰੀ ਕਥਾ ਕਰਨ ਗਿਆ ਧੰਨ ਪੋਠੋਹਾਰ। ਔਰ ਪੋਠੋਹਾਰ ਦੇ ਇਲਾਕੇ ਦੀ ਸੰਗਤ ਆ ਰਹੀ ਦਰਸ਼ਨਾਂ ਲਈ ਕਲਗੀਧਰ ਪਾਤਸ਼ਾਹ ਦੇ, ਤੇ ਰਸਤੇ 'ਚ ਪਿੰਡ ਪੈਂਦਾ ਨੂਹ।
ਉੱਥੋਂ ਦੇ ਰੰਗੜਾਂ ਨੇ ਸੰਗਤ ਨੂੰ ਘੇਰ ਕੇ ਜਿਹੜੀਆਂ ਭੇਟਾਵਾਂ ਸਤਿਗੁਰਾਂ ਲਈ ਲਿਆ ਰਹੇ ਸੀ ਗੁਰੂ ਕੇ ਪਿਆਰੇ, ਉਹ ਸਾਰੀਆਂ ਲੁੱਟ ਲਈਆਂ, ਸਾਰੀਆਂ ਖੋਹ ਲਈਆਂ। 1699 ਦੀ ਘਟਨਾ। ਇਹਦੇ ਅੰਦਰ ਇੰਨਾ ਕੁ ਚੇਤੇ ਰੱਖਣਾ, ਬਾਬਾ ਅਜੀਤ ਸਿੰਘ ਦੀ ਉਮਰ ਉਸ ਵਕਤ 13ਵਾਂ ਸਾਲ ਲੱਗ ਚੁੱਕਾ ਸੀ। 12 ਸਾਲ ਤੇ ਕੁਝ ਮਹੀਨੇ ਹੋ ਚੁੱਕੇ ਸੀ, 13ਵਾਂ ਸਾਲ। ਇੱਕ ਗੱਲ ਹੋਰ ਚੇਤੇ ਰੱਖਣਾ, ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਜਿਹੜੀ ਗੱਲ ਕਹੀ ਉਹਨੂੰ ਸੱਚ ਕਰਕੇ ਦਿਖਾ ਲਿਆ। 13 ਸਾਲ ਦੀ ਉਮਰ ਅੰਦਰ ਹੀ ਬਾਬਾ ਤਿਆਗਮਲ ਤੇਗ ਬਹਾਦਰ ਬਣਦੇ ਨੇ ਕਰਤਾਰਪੁਰ ਦੀ ਜੰਗ ਲੜ ਕੇ। 13 ਸਾਲ ਦੀ ਉਮਰ ਦੇ ਅੰਦਰ ਹੀ ਪਹਿਲੀ ਜੰਗ ਨਾਲ ਵਾਹ ਪਿਆ ਉਹਨਾਂ ਦੇ ਪੋਤੇ ਬਾਬਾ ਅਜੀਤ ਸਿੰਘ ਜੀ ਨੂੰ। ਪਿੰਡ ਨੂੰਹ ਦੇ ਰੰਗੜਾਂ ਨੇ ਪੋਠੋਹਾਰ ਦੇ ਇਲਾਕੇ ਦੀਆਂ ਸੰਗਤਾਂ ਕੋਲੋਂ ਭੇਟਾਵਾਂ ਖੋਹੀਆਂ। ਇਤਿਹਾਸ ਕਹਿੰਦਾ ਹੈ ਸਤਿਗੁਰੂ ਕਲਗੀਧਰ ਪਾਤਸ਼ਾਹ ਨੂੰ ਖਬਰ ਮਿਲੀ, 100 ਸਿੰਘਾਂ ਦਾ ਜਥਾ ਦੇ ਕੇ ਬਾਬਾ ਅਜੀਤ ਸਿੰਘ ਨੂੰ ਭੇਜਿਆ ਉੱਥੇ ਦੇ ਰੰਗੜਾਂ ਦੀ ਸੁਧਾਈ ਕਰਨ ਦੇ ਲਈ। 13 ਸਾਲ ਦਾ ਬਾਬਾ ਅਜੀਤ ਸਿੰਘ, ਜ਼ਿੰਦਗੀ 'ਚ ਪਹਿਲੀ ਵਾਰੀ ਉਹ ਜੰਗ ਸੀ, ਜਾ ਕੇ ਉਹਨਾਂ ਰੰਗੜਾਂ ਦੀ ਸੁਧਾਈ ਕੀਤੀ, ਸਾਰੀਆਂ ਭਟਾਵਾਂ ਵਾਪਸ ਲਿਆਂਦੀ। 1699 ਦੀ ਘਟਨਾ ਕਿਵੇਂ ਕਰ 1699। ਇਦੋਂ ਬਾਅਦ 1701 ਦੇ ਵਿੱਚ ਸਿਆਲਕੋਟ ਦੀ ਸੰਗਤ ਆਉਂਦੀ ਏ ਤੇ ਅਨੰਦਪੁਰ ਸਾਹਿਬ ਦੇ ਰਸਤੇ ਅੰਦਰ ਬਜਰੂੜ ਇਲਾਕੇ ਵਿੱਚੋਂ, ਬਜਰੂੜ ਦੇ ਪਿੰਡ ਚੋਂ ਗੁੱਜਰ ਹੋਏ ਨੇ 2 ਵੱਡੇ ਬਦਮਾਸ਼। ਨਾਂ ਸੀ ਚਿੱਤੂ ਤੇ ਮਿੱਤੂ। ਗੁਰੂ ਕੀਆਂ ਸਾਖੀਆਂ 'ਚ ਸਰੂਪ ਸਿੰਘ ਕੋਸ਼ਿਸ਼ ਨੇ ਲਿਖਿਆ, ਸਤਿਗੁਰੂ ਦੀ ਸੰਗਤ ਕੋਲੋਂ ਜਦੋਂ ਇਹਨਾਂ ਨੇ ਭਟਾਵਾਂ ਖੋਈਆਂ, ਸਤਿਗੁਰਾਂ ਨੇ ਫਿਰ 100 ਸਿੰਘਾਂ ਦਾ ਜਥਾ ਦੇ ਕੇ ਬਾਬਾ ਅਜੀਤ ਸਿੰਘ ਨੂੰ ਚਿੱਤੂ ਤੇ ਮਿੱਤੂ ਦਾ ਸੋਧਾ ਲਾਉਣ ਲਈ ਭੇਜਿਆ ਨਾ। ਜਦੋਂ ਇਹਨਾਂ ਨੂੰ ਮਾਰ ਮਾਰੀ ਬਾਬਾ ਅਜੀਤ ਸਿੰਘ ਨੇ, ਫਿਰ ਉਹ ਸਰੂਪ ਸਿੰਘ ਕੌਸ਼ਿਕ ਲਿਖਦਾ, ਹਾਏ ਹਾਏ ਨੀ ਕੀਤੋ ਮਾਏ ਜਿਨ ਭੈੜੇ ਜੰਮੇ ਚਿੱਤੂ ਮਿੱਤੂ ਮਾਏ। ਲੋਕ ਹਾਏ ਹਾਏ ਕਰ ਉੱਠੇ, ਜਿਹਨੇ ਉਹਨਾਂ ਦੀ ਮਾਂ ਨੂੰ ਕਹਿਣ ਲੱਗੇ ਜਿਹਨੇ ਆ ਚਿੱਤੂ ਮਿੱਤੂ ਭੈੜੇ ਜੰਮੇ ਨੇ। ਬਾਬਾ ਅਜੀਤ ਸਿੰਘ ਸਿਆਲਕੋਟ ਦੀ ਸੰਗਤ ਦਾ ਉੱਥੋਂ ਸਾਰਾ ਲੁੱਟਿਆ ਮਾਲ ਸਵਾ ਵਾਪਸ ਲੈ ਕੇ ਆਏ। ਇਹ ਦੂਜੀ ਘਟਨਾ ਸੀ। ਤੀਜੀ ਘਟਨਾ 1701 ਦੀ। ਪੰਡਤ ਸੀ, ਉਹਦਾ ਨਾਂ ਸੀ ਦੇਵਕੀ ਦਾਸ। ਹੁਣ ਬਜ਼ੁਰਗ ਤੇ ਸਮਝਦੇ ਨੇ ਇਸ ਗੱਲ ਨੂੰ। ਪੁਰਾਣੇ ਸਮਿਆਂ ਅੰਦਰ ਆਨੰਦ ਕਾਰਜ ਵਿਆਹ ਪਹਿਲਾ ਹੋ ਜਾਂਦਾ ਸੀ ਤੇ ਮੁਕਲਾਵਾ ਕਈ ਵਾਰੀ ਕਿੰਨੇ ਕਿੰਨੇ ਲੰਮੇ ਸਮੇਂ ਬਾਅਦ ਦਿੱਤਾ ਜਾਂਦਾ ਸੀ। ਵਹੁਟੀ ਫਿਰ ਤੋੜੀ ਜਾਂਦੀ ਸੀ ਮੁਕਲਾਵੇ ਦੇ ਰੂਪ ਵਿੱਚ। ਉਹ ਪੰਡਤ ਦੇਵੀ ਦਾਸ ਮੁਕਲਾਵਾ ਲੈ ਕੇ ਆ ਰਿਹਾ ਸੀ, ਆਪਣੀ ਘਰ ਵਾਲੀ ਨੂੰ, ਆਪਣੀ ਬ੍ਰਾਹਮਣੀ ਨੂੰ ਲੈ ਕੇ ਪਿੰਡ ਨੂੰ ਲੰਘ ਰਿਹਾ ਸੀਗਾ। ਤੇ ਦੁਆਬੇ ਦਾ ਜਿਹੜਾ ਉਸ ਵਕਤ ਹਾਕਮ ਸੀ ਜ਼ਬਰ ਜੰਗ ਖਾਂ, ਬਸੀ ਪਿੰਡ ਦਾ, ਹੁਸ਼ਿਆਰਪੁਰ ਨੇੜੇ। ਇਤਿਹਾਸ ਕਹਿੰਦਾ ਉਹਨੇ ਉਹਦੀ ਘਰ ਵਾਲੀ ਖੋਲੀ। ਪੁਰਾਣੇ ਸਮਿਆਂ 'ਚ ਹਾਕਮ ਏਦਾਂ ਕਰਦੇ ਸੀ। ਇਹ ਆਮ ਘਟਨਾਵਾਂ ਤੁਹਾਨੂੰ ਬਹੁਤ ਮਿਲ ਜਾਣਗੀਆਂ। ਜ਼ਬਰ ਜੰਗ ਖਾਨ ਨੇ ਉਸ ਦੇਵੀ ਦਾਸ ਬ੍ਰਾਹਮਣ ਦੀ ਬ੍ਰਾਹਮਣੀ ਖੋਹ ਲਈ। ਉਹ ਆਣ ਕੇ ਆਨੰਦਪੁਰ ਕਲਗੀਧਰ ਪਾਤਸ਼ਾਹ ਦੇ ਸਨਮੁਖ ਪੇਸ਼ ਹੋਇਆ, ਦਾਤਾ ਮੇਰੀ ਇੱਜ਼ਤ ਨੂੰ ਬਚਾਇਆ ਜਾਵੇ। ਉਸ ਵਕਤ ਵੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਬਾਬਾ ਅਜੀਤ ਸਿੰਘ ਨੂੰ 100 ਸਿੰਘਾਂ ਦਾ ਜਥਾ ਦੇ ਕੇ ਜ਼ਬਰ ਜੰਗ ਖਾਨ ਦਾ ਸੋਧਾ ਲਾਉਣ ਲਈ ਤੋਰਿਆ ਸੀ। ਜਿੱਥੇ ਆਪਾਂ ਇਤਿਹਾਸ 'ਚ ਪੜ੍ਹਦੇ ਨਾ, ਹਰੀਆਂ ਬੇਲਾਂ ਦਾ ਗੁਰਦੁਆਰਾ ਹੈ, ਉਸ ਇਲਾਕੇ ਦੇ ਵਿੱਚ ਜਾ ਕੇ ਸੋਧਾ ਲਾਇਆ ਸੀ। ਉੱਥੇ ਜੰਗ ਹੋਈ ਸੀ। ਬਾਬਾ ਅਜੀਤ ਸਿੰਘ ਜ਼ਬਰ ਜੰਗ ਖਾਨ ਦੀਆਂ ਮੁਸ਼ਕਾਂ ਬੰਨ ਕੇ ਆਨੰਦਪੁਰ ਸਾਹਿਬ ਲੈ ਕੇ ਆਏ ਸੀ। ਬ੍ਰਾਹਮਣ ਦੀ, ਦੇਵੀਦਾਸ ਦੀ ਬ੍ਰਾਹਮਣੀ ਵਾਪਸ ਕਰਾਈ ਸੀ, ਕਿਉਂਕਿ ਸਿੱਖ ਜ਼ੁਲਮ ਦੇ ਖਿਲਾਫ ਲੜਦਾ ਹੈ। ਬ੍ਰਾਹਮਣ ਭਾਵੇਂ ਸਿੱਖ ਧਰਮ ਨੂੰ ਨਹੀਂ ਮੰਨਦਾ ਦੇਵੀਦਾਸ, ਪਰ ਗੁਰੂ ਨੇ ਆਖਿਆ ਵੀ ਜ਼ੁਲਮ ਦੇ ਖਿਲਾਫ ਲੜਨਾ। ਵੇਖੋ ਕਮਾਲ, ਜ਼ੁਲਮ ਦੇ ਖਿਲਾਫ ਤੇ ਅੱਜ ਵੀ ਖਾਲਸਾ ਲੜ ਰਿਹਾ ਹੈ। ਇਹ ਜਾ ਕੇ ਦਿੱਲੀ ਬੈਠੇ ਨੇ ਗੁਰੂ ਕੇ ਖਾਲਸੇ, ਗੁਰੂ ਦੇ ਸਿੱਖ ਦਿੱਲੀ ਨੂੰ ਘੇਰੀ ਬੈਠੇ ਨੇ। ਇਹ ਜ਼ੁਲਮ ਹੀ ਹੈ। ਅੱਜ ਨਹੀਂ ਸਾਨੂੰ ਮਹਿਸੂਸ ਹੁੰਦਾ, ਆਉਣ ਵਾਲੇ ਸਮਿਆਂ ਦੇ ਵਿੱਚ ਪਤਾ ਲੱਗਣਾ ਵੀ ਇਹ ਜੋ 3 ਇਹਨਾਂ ਨੇ ਆਰਡੀਨੈਂਸ ਜਾਰੀ ਕੀਤੇ ਨੇ, ਇਹਦੇ ਵਿੱਚੋਂ ਨਿਕਲਣਾ ਕੀ ਹੈ। ਛੋਟੇ ਦੁਕਾਨਦਾਰ ਖਤਮ ਹੋਣੇ ਨੇ, ਮਜ਼ਦੂਰ ਖਤਮ। ਅੱਜ ਤੇ ਕੱਲਾ ਕਿਸਾਨਾਂ ਦੀ ਗੱਲ ਕੀਤੀ ਜਾ ਰਹੀ ਨਾ। ਜਿੱਥੇ ਵੀ ਜ਼ੁਲਮ ਹੋਇਆ ਨਾ ਤੇ ਸਿੱਖ ਉੱਥੇ ਖੜਿਆ ਹੀ ਖੜਨਾ ਸਾਡਾ ਫਰਜ਼ ਵੀ ਬਣਦਾ, ਕਿਉਂਕਿ ਸਾਨੂੰ ਬਾਬਿਆਂ ਨੇ, ਸਾਡੇ ਬਜ਼ੁਰਗਾਂ ਨੇ ਸਮਝਾਇਆ ਏ। ਭਾਵੇਂ ਉਹ ਸਿੱਖ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦਾ ਦੇਵੀਦਾਸ, ਪਰ ਸਤਿਗੁਰੂ ਕਹਿੰਦੇ ਨੇ ਜ਼ੁਲਮ ਦੇ ਖਿਲਾਫ ਡਟਣਾ ਹੈ। ਪੁੱਤਰ ਨੂੰ ਭੇਜ ਕੇ ਦੇਵੀਦਾਸ ਦੀ ਬ੍ਰਾਹਮਣੀ ਛੁਡਾ ਕੇ ਲਿਆਂਦੀ ਹੈ। ਇਤਿਹਾਸ ਕਹਿੰਦਾ ਜਦੋਂ 1704 ਦੇ ਅੰਦਰ ਆਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ, ਮੈਂ ਛੋਟੇ ਛੋਟੇ ਰੂਪ ਚ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। 1704 ਵਿੱਚ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ।
ਲੰਮਾ ਸਮਾਂ, ਕਈਆਂ ਨੇ 7 ਮਹੀਨੇ ਲਿਖਿਆ, ਕਈਆਂ ਵੱਧ ਘੱਟ ਸਮਾਂ ਲਿਖਿਆ ਵੀ ਘੇਰਾ ਪਿਆ ਰਿਹਾ। ਆਨੰਦਪੁਰ ਸਾਹਿਬ ਦੇ ਅੰਦਰ ਲੰਗਰ ਪ੍ਰਸ਼ਾਦੇ ਦੀ ਕਿੱਲਤ ਆਉਣ ਲੱਗ ਪਈ। ਸਿੰਘਾਂ ਨੇ ਦਰਖਤਾਂ ਦੇ ਪੱਤੇ ਤੱਕ ਖਾਦੇ, ਕਈ ਕੁਛ। ਔਰ ਇਤਿਹਾਸ ਨੇ ਵੀ ਲਿਖਿਆ ਵੀ ਉਹਨਾਂ ਦਿਨਾਂ ਵਿੱਚ ਭੁੱਖ ਦੇ ਕਾਰਨ ਗੁਰੂ ਕਲਗੀਧਰ ਸਾਹਿਬ ਦਾ ਸਭ ਤੋਂ ਪਿਆਰਾ ਘੋੜਾ, ਜਿਹਨੂੰ ਆਪਾਂ ਨੀਲਾ ਘੋੜਾ ਕਹਿੰਦੇ ਆ ਨਾ, ਭੁੱਖ ਦੇ ਕਾਰਨ ਉਹ ਵੀ ਚੜਾਈ ਕਰਦਾ। ਕੱਲਾ ਨੀਲਾ ਘੋੜਾ ਹੀ ਨਹੀਂ, ਆਨੰਦਪੁਰ ਸਾਹਿਬ ਦੇ ਅੰਦਰ ਅਸਾਮ ਦੇ ਦਿੱਤੇ ਹੋਏ, ਅਸਾਮ ਦੇ ਰਾਜੇ ਦਾ ਦਿੱਤਾ ਹੋਇਆ ਹਾਥੀ, ਜਿਹਨੂੰ ਪਿਆਰ ਨਾਲ ਪ੍ਰਸ਼ਾਦੀ ਹਾਥੀ ਕਹਿੰਦੇ ਆ ਨਾ, ਜਿਹਦੀ ਸੁੰਡ ਤੋਂ ਲੈ ਕੇ ਪੂਛ ਤੱਕ ਇੱਕ ਚਿੱਟੀ ਧਾਰੀ ਸੀ, ਜਿਹੜਾ ਸਤਿਗੁਰਾਂ ਦੇ ਉੱਤੇ ਸੀਸ ਝੁਲਾਇਆ ਕਰਦਾ ਸੀ, ਜਿਹੜਾ ਸਤਿਗੁਰਾਂ ਦੇ ਚਰਨ ਧੋਇਆ ਕਰਦਾ। ਬੜਾ ਸਿਖਾਇਆ ਹੋਇਆ, ਛੋਟੇ ਜਿਹੇ ਕੱਦ ਦਾ ਹਾਥੀ ਸੀ ਇਹ, ਬੜਾ ਵੱਡਾ ਹਾਥੀ ਨਹੀਂ ਸੀ, ਕੱਦ ਬੜਾ ਛੋਟਾ ਸੀ ਔਰ ਬੜਾ ਸਿਖਾਂਦਰੂ ਸੀ, ਸਿੱਖਿਆ ਹੋਇਆ ਸੀ। ਉਹ ਵੀ ਭੁੱਖ ਦੇ ਨਾਲ ਉੱਥੇ ਚੜਾਈ ਕਰਦਾ ਹੈ, ਪੂਰਾ ਹੁੰਦਾ। ਅਨੇਕਾਂ ਸਿੱਖ ਸਤਿਗੁਰੂ ਨੂੰ ਵਾਹ ਵਾਸਤਾ ਪਾਉਂਦੇ ਨੇ, ਸਤਿਗੁਰੂ ਜੀ ਆਪਾਂ ਛੱਡ ਦਈਏ ਆਨੰਦਪੁਰ ਸਾਹਿਬ। ਇਤਿਹਾਸ ਕਹਿੰਦਾ ਏ ਕਦੇ ਪੰਮੇ ਪ੍ਰੋਤ ਵਰਗੇ ਆਉਂਦੇ ਨੇ ਸਤਿਗੁਰੂ ਦੇ ਅੱਗੇ, ਆਟੇ ਦੀ ਗਾਂ ਬਣਾ ਕੇ ਸਤਿਗੁਰੂ ਇੱਕ ਵਾਰ ਆਨੰਦਪੁਰ ਸਾਹਿਬ ਛੱਡ ਦਿਓ। ਪਹਾੜੀ ਰਾਜਿਆਂ ਦਾ ਭੇਜਿਆ ਪ੍ਰੋਤ, ਪੰਡਤ ਪੁਜਾਰੀ, ਤੇ ਸਤਿਗੁਰੂ ਕਹਿੰਦੇ ਨੇ ਪੰਮਿਆ ਆ ਗਾਂ ਨੂੰ ਲੈ ਕੇ ਆ ਆਟੇ ਦੀ ਬਣਾ ਕੇ ਕਸਮ ਖਾਣ ਲਈ। ਉਹ ਭਲਿਆ ਇਹ ਤੇ ਡੰਗਰ ਹੈ, ਇਹ ਤੇ ਪਸ਼ੂ ਏ, ਇਹਦੀ ਕਾਹਦੀ ਕਸਮ ਖਾਣੀ ਹੈ? ਹੁਣ ਕਮਾਲ ਏ। ਤੇ ਸਿੱਖਾਂ ਨੂੰ ਤੇ ਅੱਜ ਬਰਗਲਾਇਆ ਜਾਂਦਾ, ਸਿੱਖਾਂ 'ਚ ਬਾਬੇ ਪੈਦਾ ਹੋ ਗਏ ਵੀ ਮਹਾਂਪੁਰਸ਼ਾਂ ਨੇ ਜੀ ਗਊਸ਼ਾਲਾ ਖੋਲੀ ਹੋਈ ਏ, ਦਾਨ ਕਰੋ। ਅੱਜ ਜ਼ੁਲਮ ਏ। ਬਿਜਲੀ ਦਾ ਬਿੱਲ ਕਦੇ ਭਰਨਾ ਚੈੱਕ ਕਰ ਲਿਓ, ਉੱਤੇ ਗਊ ਸੈਸ ਲੱਗਾ ਹੋਇਆ ਸਾਡੇ ਤੇ। ਗਾਵਾਂ ਮਾਵਾਂ ਕਿਸੇ ਦੀਆਂ ਤੇ ਪਲਦੀਆਂ ਅੱਜ ਕੋਈ ਤੁਸੀਂ ਦਾਨ ਕਰਨ ਦੇ ਨਾਂ ਤੇ ਕਦੇ ਪਤਾ ਵੀ ਕਰ ਲਿਓ। ਜਿੰਨੀਆਂ ਗਊਸ਼ਾਲਾ ਨੇ ਤੁਸੀਂ ਕਹੋ ਗਊ ਦਾਨ ਕਰਨੀ, ਉਹ ਕਹਿਣਗੇ ਜੀ 1 ਲੱਖ 1.25 ਲੱਖ ਰੁਪਇਆ ਪਹਿਲਾਂ ਤੇ ਇੱਥੇ ਜਮਾ ਕਰੋ। ਗਾਂ ਬੱਕਰੀ 1.25 ਲੱਖ ਰੁਪਇਆ ਵੱਖਰਾ, ਤੇ ਫਿਰ ਕਹਿਣਗੇ ਸਾਲ ਦੇ ਪੱਠਿਆਂ ਦੇ ਪੈਸੇ ਵੱਖਰੇ ਦੇ ਕੇ ਜਾਓ। ਫਿਰ ਉਸੇ ਥਾਂ ਤੋਂ ਤੁਸੀਂ ਦੁੱਧ ਮੰਗਣ ਚਲੇ ਜਾਓ, ਤੁਹਾਨੂੰ ਪਤਾ ਲੱਗ ਜਾਏਗਾ ਕੀ ਭਾਅ ਵਿਕਦੀ। ਇਹ ਕਿੱਡੀਆਂ ਕਿੱਡੀਆਂ ਦੁਕਾਨਦਾਰੀ। ਸਤਿਗੁਰੂ ਕਹਿਣ ਲੱਗੇ ਵੀ ਸਿੱਖ ਭਲਿਆ ਪੰਮਿਆ ਆ ਗਾਂ ਤੇ ਇੱਕ ਡੰਗਰ ਹੈ, ਜਿਹੜੀ ਆਪਣਾ ਦੁੱਖ ਬੋਲ ਕੇ ਨਹੀਂ ਦੱਸ ਸਕਦੀ, ਭਲਾ ਇਹਦੀ ਕਾਹਦੀ ਸਹੁੰ ਖਾਣੀ? ਉੱਤੇ ਕਿਸੇ ਦੀ ਮਾਂ ਹੋਏਗੀ ਹੋਵੇ, ਪਰ ਸਿੱਖ ਨਹੀਂ ਜੇ ਗਊ ਮਾਤਾ ਦੀ ਗੱਲ ਕਰਦੇ। ਸਿੱਖਾਂ ਦੀ ਇੱਕੋ ਹੀ ਮਾਤਾ ਹੈ, ਖਾਲਸੇ ਦੀ ਇੱਕੋ ਹੀ ਮਾਤਾ, ਮਾਤਾ ਸਾਹਿਬ ਕੌਰ, ਸਾਡੀ ਕੋਈ ਦੂਜੀ ਮਾਤਾ ਨਹੀਂ ਗੀ। ਉੱਥੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਣ ਵਾਲੇ ਕਈ ਜਾਣੇ ਆਏ, ਪਰ ਸਤਿਗੁਰੂ ਨੇ ਆਨੰਦਪੁਰ ਸਾਹਿਬ ਜਦੋਂ ਨਾ ਛੱਡਿਆ, ਇਤਿਹਾਸ ਕਹਿੰਦਾ ਏ ਫਿਰ ਆਖਰ ਦੇ ਅੰਦਰ ਸਿੱਖਾਂ ਬਹੁਤ ਜ਼ੋਰ ਪਾਇਆ। 19 ਦਸੰਬਰ 1704 ਨੂੰ, ਹਾਲਾਂਕਿ ਇਹਦੋਂ ਪਹਿਲਾਂ ਕਈ ਕਾਂਡ ਹੋਏ ਨੇ, ਸਤਿਗੁਰਾਂ ਨੇ ਪਰਖਿਆ ਵੀ ਇਹ ਕਿਦਾਂ ਦੇ ਲੋਕ ਨੇ, ਸੋਚ ਕੇ, ਕਿਉਂਕਿ ਮੈਂ ਸਮੇਂ ਦੀ ਸੀਮਾ 'ਚ ਰਹਿਣਾ ਚਾਹੁੰਦਾ, ਇਸ ਲਈ ਥੋੜਾ ਜਿਹਾ ਸ਼ਾਰਟਕਟ ਵੀ ਚੱਲਾਂਗਾ, ਮੈਨੂੰ ਖਿਮਾ ਕਰ ਦਿਓ। ਹਾਲਾਂਕਿ ਇਹ ਇਤਿਹਾਸ ਵਾਚਣ ਲਈ ਘੱਟੋ ਘੱਟ 4-5 ਦਿਨ ਦਾ ਸਮਾਂ ਚਾਹੀਦਾ, ਇੱਕ ਇੱਕ ਚੀਜ਼ ਨੂੰ ਖੋਲ ਸਕੀਏ ਆਪਾਂ ਧਿਆਨ ਨਾਲ। ਔਰ ਸਤਿਗੁਰੂ 19 ਦਸੰਬਰ ਦੀ ਰਾਤ ਨੂੰ, ਜਾਨੀ ਕਿ 20 ਦਸੰਬਰ ਦਾ ਸਵੇਰਾ ਚੜ ਰਿਹਾ, 19 ਦਸੰਬਰ ਦੀ ਰਾਤ 1704 ਨੂੰ ਖਤਮ ਹੋ ਰਹੀ ਏ। ਸਤਿਗੁਰੂ ਕਲਗੀਧਰ ਪਾਤਸ਼ਾਹ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਤੁਰੇ ਨੇ, ਔਰ ਉਹ ਆਨੰਦਪੁਰ ਸਾਹਿਬ ਗੁਰੂ ਨੇ ਇੱਕ ਪੰਕਤੀ ਪੜ੍ਹੀ ਸੀ ਉੱਥੇ ਜਾ ਕੇ, ਤੇ ਉਹਦਾ ਨਾਂ ਬਦਲ ਦਿੱਤਾ ਸੀ। ਜਿੱਦਣ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਹਿਲੀ ਵਾਰੀ ਗੋਬਿੰਦ ਰਾਏ ਜੀ ਨੇ ਪਟਨਾ ਸਾਹਿਬ ਤੋਂ ਆਣ ਕੇ ਇੱਥੇ ਮਿਲਣਾ ਸੀ, ਉਦਣ ਪਿੰਡ ਦਾ ਨਾਂ ਸੀ ਚੱਕ ਨਾਨਕੀ। ਤੇ ਗੁਰੂ ਤੇਗ ਬਹਾਦਰ ਸਾਹਿਬ ਆਸਣ ਤੇ ਬੈਠੇ, ਕਹਿੰਦੇ ਸੀ ਜਦੋਂ ਸਾਹਮਣੇ ਗੋਬਿੰਦ ਰਾਏ ਜੀ ਆਏ ਨਾ, ਪੁੱਤਰ ਗੋਬਿੰਦ ਰਾਏ ਜੀ ਆਏ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਪੁੱਤਰਾ ਇੱਥੇ ਹੀ ਖੜ ਜਾ, ਰੁਕ ਜਾ, ਜੇ ਪਿਤਾ ਦੇ ਗਲ ਲੱਗਣਾ ਹੈ, ਜੱਫੀ ਪਾਉਣੀ ਹੈ, ਗਲਵਕੜੀ ਦੇ ਵਿੱਚ ਲੱਗਣਾ, ਤੇ ਪੁੱਤਰ ਗੋਬਿੰਦ ਰਾਏ ਪਹਿਲਾਂ ਕੋਈ ਗੁਰਬਾਣੀ ਦਾ ਸ਼ਬਦ ਸੁਣਾ, ਬਾਣੀ ਦਾ ਸ਼ਬਦ ਸੁਣਾ। ਅਸੀਂ ਗੱਲਾਂ ਇਹ ਆਪਣੇ ਬੱਚਿਆਂ ਨੂੰ ਆਪਣੇ ਘਰਾਂ 'ਚ ਬਹਿ ਕੇ ਸਿਖਾਉਂਦੇ ਆ। ਮੈਂ ਤੇ ਕਈ ਵਾਰੀ ਕਹਿੰਦਾ, ਅਸੀਂ ਤੇ ਅੰਕਲ ਆਇਆ ਇਹਨੂੰ ਗਾਣਾ ਸੁਣਾ, ਕੋਈ ਨਾ ਕੋਈ ਗਾਣਾ ਸੁਣਾ। ਬੱਚਿਆਂ ਨੂੰ 4 ਸਾਹਿਬਜ਼ਾਦਿਆਂ ਦੇ ਨਾਂ ਲੜੀ 'ਚ ਨਾਂ ਚੇਤੇ ਆਉਣ, ਸਿੱਧੂ ਮੂਸੇਵਾਲੀਆ ਹੋ ਗਿਆ, ਹੋਰ ਜੋ ਕਤੀੜ ਵਾਧਾ ਹੈ, ਕਿਵੇਂ ਕਰ ਦਿਓ ਮੈਨੂੰ, ਸਾਰਿਆਂ ਦੇ ਨਾਂ ਚੇਤੇ ਹੋਣਗੇ। ਉਹ ਸਤਿਗੁਰੂ ਕਹਿਣ ਲੱਗੇ ਗੋਬਿੰਦ ਰਾਏ ਜੇ ਮੈਨੂੰ ਮਿਲਣਾ ਹੈ ਤੇ ਪਹਿਲਾਂ ਤੈਨੂੰ ਗੁਰੂ ਦੀ ਬਾਣੀ ਦਾ ਸ਼ਬਦ ਸੁਣਾਉਣਾ ਪਏਗਾ। ਗੋਬਿੰਦ ਰਾਏ ਜੀ ਨੇ ਉੱਥੇ ਸ਼ਬਦ ਪੜਿਆ ਸੀ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਦਣ ਉਹ ਪੰਕਤੀ ਸੁਣ ਕੇ, ਸ਼ਬਦ ਸੁਣ ਕੇ, ਗੁਰੂ ਤੇਗ ਬਹਾਦਰ ਸਾਹਿਬ ਨੇ ਪਿੰਡ ਦਾ ਨਾਂ ਚੱਕ ਨਾਨਕੀ ਤੋਂ ਆਨੰਦਪੁਰ ਸਾਹਿਬ ਰੱਖ ਦਿੱਤਾ ਸੀ। ਉਹ ਆਨੰਦਪੁਰ ਸਾਹਿਬ ਜਿੱਥੇ ਬਚਪਨ ਵਿੱਚ ਖੇਲੇ ਮੱਲੇ, ਜਿੱਥੇ ਸਾਹਿਬਜ਼ਾਦਿਆਂ ਦਾ ਜਨਮ ਹੋਇਆ, ਆਨੰਦਪੁਰ ਅੱਜ ਵੀ ਵੇਖੋ ਆ ਸਾਡੇ ਵਿੱਚੋਂ ਹੀ ਨੇ। ਦੇਸ਼ਾਂ ਵਿਦੇਸ਼ਾਂ ਵਿੱਚ, ਅਮਰੀਕਾ ਕੈਨੇਡਾ, ਕਿਤੇ ਕੋਈ ਬੈਠਾ ਜਾ ਕੇ ਆਸਟ੍ਰੇਲੀਆ ਨਿਊਜ਼ੀਲੈਂਡ, ਪਿੰਡ ਨੂੰ ਸਭ ਭੱਜੇ ਆਉਂਦੇ, ਮਿੱਟੀ ਦੀ ਮੋਹ ਖਿੱਚਦੀ ਏ। ਪਰ ਉਹ ਆਨੰਦਪੁਰ ਸਾਹਿਬ
ਜਿਹਨੂੰ ਇੱਕ ਵਾਰੀ ਛੱਡਣਾ ਵਾਪਸ ਨਹੀਂ ਜੇ ਪਰਤਣਾ, ਇਧਰ ਕਦੇ ਆਣ ਕੇ ਤੱਕਣਾ ਵੀ ਨਹੀਂਗਾ, ਕਿਉਂਕਿ ਇੱਥੇ ਜ਼ਰ ਜ਼ੋਰੂ ਤੇ ਜ਼ਮੀਨ ਦੀ ਗੱਲ ਹੈ ਹੀ ਨਹੀਂਗੀ। ਸਿੱਖੀ ਦਾ ਫਲਸਫਾ ਹੀ ਨਿਰਾਲਾ ਹੈ। ਇੱਕ ਇੱਕ ਚੀਜ਼ ਨੂੰ ਬਾਚਾਂਗੇ ਨਾ, ਵਿੱਚੋਂ ਬੜਾ ਕੁਝ ਨਿਕਲੇਗਾ। ਇੱਥੇ ਜ਼ਰ ਜ਼ੋਰੂ ਜ਼ਮੀਨ ਦੀ ਗੱਲ ਹੀ ਕੋਈ ਨਹੀਂਗੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਛੱਡਦੇ ਨੇ, ਇਤਿਹਾਸ ਕਹਿੰਦਾ ਹੈ ਕੀਰਤਪੁਰ ਸਾਹਿਬ ਤੋਂ ਅੱਗੇ ਜਿਹਨੂੰ ਸ਼ਾਹੀ ਟਿੱਬੀ ਕਿਹਾ ਜਾਂਦਾ ਨਾ, ਉੱਥੇ ਕਿ ਪਹੁੰਚਦੇ ਨੇ, ਪਿੱਛੋਂ ਮੁਗਲਾਂ ਦੀ ਆਣ ਕੇ ਟਿੱਡੀ ਦਲ ਹਮਲਾ ਕਰਦਾ। ਇੱਥੇ ਬਾਬਾ ਅਜੀਤ ਸਿੰਘ ਦਾ ਜਥਾ, ਬਾਬਾ ਜੀਵਨ ਸਿੰਘ ਜੈਤਾ ਜੀ ਦਾ ਜਥਾ, ਭਾਈ ਉਦੇ ਸਿੰਘ ਦਾ ਜਥਾ ਅੱਗੇ ਹੋ ਕੇ ਲੜਦਾ ਸ਼ਾਹੀ ਟਿੱਬੀ ਦੇ ਉੱਤੇ। ਇਤਿਹਾਸ ਕਹਿੰਦਾ ਹੈ ਵੀ ਇਸ ਸ਼ਾਹੀ ਟਿੱਬੀ ਦੇ ਉੱਤੇ ਦੁਸ਼ਮਣਾਂ ਦੇ ਆਹੂ ਲਾਉਣ ਵਾਲਾ ਅੱਗੇ ਜਿਹੜਾ ਸਭ ਤੋਂ ਸੀ, ਉਹਦਾ ਨਾਂ ਸੀ ਭਾਈ ਉਦੇ ਸਿੰਘ। ਭਾਈ ਉਦੇ ਸਿੰਘ ਭਾਈ ਮਨੀ ਸਿੰਘ ਦਾ ਤੀਜੇ ਨੰਬਰ ਦਾ ਬੇਟਾ ਹੈ। 10 ਪੁੱਤਰਾਂ ਵਿੱਚੋਂ ਭਾਈ ਮਨੀ ਸਿੰਘ ਦਾ ਤੀਜੇ ਨੰਬਰ ਦਾ ਬੇਟਾ ਹੈ ਭਾਈ ਉਦੇ ਸਿੰਘ। ਭਾਈ ਉਦੇ ਸਿੰਘ ਉਹ ਸ਼ਖਸੀਅਤ ਹੈ, ਜਦੋਂ 5 ਪੁੱਤਰਾਂ ਨੂੰ ਲੈ ਕੇ ਭਾਈ ਮਨੀ ਸਿੰਘ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਸਨਮੁਖ ਪੇਸ਼ ਹੋਇਆ ਸੀ। ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਅਨਕ ਸਿੰਘ, ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ, ਇਹ 5 ਪੁੱਤਰਾਂ ਨੂੰ ਲੈ ਕੇ ਭਾਈ ਮਨੀ ਸਿੰਘ ਨੇ ਅੰਮ੍ਰਿਤ ਛਕਿਆ ਸੀ। ਔਰ ਭਾਈ ਉਦੇ ਸਿੰਘ ਉਹ ਜਿਹੜਾ 5 ਪਿਆਰਿਆਂ ਤੋਂ ਬਾਅਦ, ਜਿਨ੍ਹਾਂ ਚ ਇਤਿਹਾਸ ਨੂੰ 5 ਮੁਕਤੇ ਕਿਹਾ ਜਾਂਦਾ, ਉਹਨਾਂ ਵਿੱਚ ਪੇਸ਼ ਹੋ ਕੇ ਅੱਗੇ ਹੋ ਕੇ ਅੰਮ੍ਰਿਤ ਛਕਣ ਵਾਲਿਆਂ ਵਿੱਚ ਸੀ ਭਾਈ ਉਦੇ ਸਿੰਘ। ਭਾਈ ਉਦੇ ਸਿੰਘ ਜਿਹੜਾ ਭੰਗਾਣੀ ਦੀ ਜੰਗ ਲੜਦਾ, ਜਿਹੜਾ ਬ੍ਰਾਹਮਣੀ ਨੂੰ ਨਾਲ ਛਡਾਉਣ ਲੈ ਜਾਂਦਾ ਹੈ, ਹਰ ਜੰਗ ਵਿੱਚ ਨਾਲ ਸੀ ਬਾਬਾ ਅਜੀਤ ਸਿੰਘ ਦੇ। ਭਾਈ ਉਦੇ ਸਿੰਘ ਉਹ ਸ਼ਖਸੀਅਤ ਹੈ, ਜਦੋਂ ਪਹਾੜੀ ਰਾਜੇ ਕੇਸਰੀ ਚੰਦ ਵਰਗੇ ਇਹ ਐਲਾਨ ਕਰਕੇ ਤੁਰਦੇ ਨੇ ਵੀ ਅੱਜ ਜਾਵਾਂਗੇ ਸ਼ਰਾਬੀ ਹਾਥੀ ਨੂੰ ਅੱਗੇ ਲਾ ਕੇ ਆਨੰਦਗੜ੍ਹ ਦਾ ਕਿਲਾ ਤੋੜ ਕੇ, ਤੇ ਅਸੀਂ ਗੁਰੂ ਗੋਬਿੰਦ ਸਿੰਘ ਦਾ ਮੈਂ ਸਿਰ ਵੱਢ ਕੇ ਲਿਆਵਾਂਗਾ। ਕੇਸਰੀ ਚੰਦ ਇਹ ਗੱਲ ਕਹਿੰਦਾ ਸੀ। ਉਹ ਜਦੋਂ ਆਇਆ ਸੀ ਨਾ ਅੱਗੇ ਸ਼ਰਾਬੀ ਹਾਥੀ ਨੂੰ ਲਾ ਕੇ, ਆਪ ਹਾਥੀ ਤੇ ਬਹਿ ਕੇ ਕੇਸਰੀ ਚੰਦ ਆਇਆ। ਭਾਈ ਉਦੇ ਸਿੰਘ ਉਹ ਸ਼ਖਸੀਅਤ ਸੀ ਜਿਹੜਾ ਹਾਥੀ ਦੀ ਪੂਛ ਫੜ ਕੇ ਕੇਸਰੀ ਚੰਦ ਦੇ ਹਾਥੀ ਤੇ ਚੜ ਕੇ ਕਿਰਪਾਨ ਦੇ ਇੱਕ ਵਾਰ ਨਾਲ ਉਹਦੀ ਧੌਣ ਲਾ ਕੇ ਨੇਜੇ ਤੇ ਟੰਗ ਕੇ ਕਲਗੀਧਰ ਸਾਹਿਬ ਦੇ ਸਨਮੁਖ ਪੇਸ਼ ਹੋਇਆ। ਦਾਤਾ ਲਓ ਉਹਦਾ ਸਿਰ ਤੁਹਾਡੇ ਸਾਹਮਣੇ ਹਾਜ਼ਰ, ਜਿਹੜਾ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਵਾਂਗਾ। ਇਹ ਭਾਈ ਉਦੇ ਸਿੰਘ ਉਹ 100 ਸਿੰਘਾਂ ਦਾ ਜਥੇਦਾਰ ਅੱਗੇ ਹੋ ਕੇ ਲੜਦਾ, ਉੱਥੇ ਸ਼ਾਹੀ ਟਿੱਬੀ ਦੇ ਉੱਤੇ ਇਹ ਸ਼ਹੀਦੀ ਪਾਉਂਦਾ। ਇੱਥੋਂ ਥੋੜੀ ਜੀ ਸਤਿਗੁਰੂ ਦੀ ਜਿਹੜੀ ਬਹੀਰ ਸੀ ਅੱਗੇ ਚੱਲਦੀ, ਸ਼ਾਹੀ ਟਿੱਬੀ ਤੋਂ ਅੱਗੇ ਚੱਲ ਕੇ ਖਿਮਾ ਕਰਿਓ ਆਉਂਦਾ ਇਹ ਸਰਸਾ ਦਾ ਕੰਢਾ, ਪਰਿਵਾਰ ਵਿਛੋੜਾ ਜਿਹਨੂੰ ਆਪਾਂ ਕਹਿੰਦੇ। ਜਦੋਂ ਇੱਥੇ ਪਹੁੰਚਦੇ ਨੇ ਨਾ ਤੇ ਸਵੇਰਾ ਮੂੰਹ ਹਨੇਰਾ ਜਿਹਾ ਹੋ ਗਿਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖੋ ਅੰਮ੍ਰਿਤ ਵੇਲਾ ਹੋ ਗਿਆ, ਚਲੋ ਆਸਾ ਦੀ ਵਾਰ ਦਾ ਦੀਵਾਨ ਸਜਾਓ। ਸਾਡੇ ਅਰਗੇ ਹੱਥ ਜੋੜੇ ਕਹਿਣ ਲੱਗੇ, ਪਾਤਸ਼ਾਹ ਅੱਗੇ ਦੁਸ਼ਮਣਾਂ ਦਾ, ਪਿੱਛੇ ਦੁਸ਼ਮਣਾਂ ਦਾ ਟਿੱਡੀ ਦਲ, ਅੱਗੇ ਸਰਸਾ ਛੱਲਾ ਮਾਰ ਦਈਏ, ਪਹਿਲਾਂ ਸਰਸਾ ਪਾਰ ਕਰ ਲਈਏ, ਫੇਰ ਦੇਖਾਂਗੇ ਆਸਾ ਦੀ ਵਾਰ ਦਾ ਕੀਰਤਨ ਕਰਨਾ, ਨਿਤਨੇਮ ਕਰਨਾ। ਨਾਲੇ ਇੱਕ ਦਿਨ ਰਹਿ ਵੀ ਗਿਆ ਤੇ ਫਰਕ ਕੀ ਪੈਂਦਾ ਏ। ਸਾਹਿਬ ਕਹਿਣ ਲੱਗੇ, ਭਲਿਓ ਲੋਕੋ ਇੱਕ ਗੱਲ ਚੇਤੇ ਰੱਖਿਓ, ਇੱਥੇ ਲੜ ਕੇ ਭਾਵੇਂ ਸਾਰੇ ਸ਼ਹੀਦ ਹੋ ਜਿਓ, ਇੱਕ ਬਚ ਜਾਏ ਤੇ ਉਹਦੇ ਲਈ ਵੀ ਪਹਿਲਾਂ ਹੋਏਗਾ ਵੀ ਸਜਣਾ ਅੰਮ੍ਰਿਤ ਵੇਲਾ ਹੋਇਆ, ਇਹਨੂੰ ਸਾਂਭਣਾ। ਅਸੀਂ ਤੇ ਰਹਿਤਨਾਮੇ ਪੜ੍ਹਨੇ ਛੱਡਤੇ, ਜਪ ਜਾਪ ਪੜੇ ਬਿਨਾ ਜੋ ਜੇਵੇ ਪ੍ਰਸ਼ਾਦ, ਸੋ ਬਿਸ਼ਟਾ ਕਾ ਜੰਤ ਹੋਏ ਜਨਮ ਗਵਾਵੇ ਬਾਦ। ਸਤਿਗੁਰਾਂ ਨੇ ਉੱਥੇ ਆਸਾ ਦੀ વાત, ਦੇਖੋ ਕਿੰਨਾ ਦੁੱਖਾਂ ਦਾ ਪਹਾੜ ਟੁੱਟਿਆ ਹੋਵੇ, ਆਪਣਾ ਨਗਰ ਛੱਡਣਾ ਪੈ ਜਾਏ, ਮਗਰ ਟਿੱਡੀ ਦਲ ਚੜਿਆ ਆਉਂਦਾ ਹੋਵੇ, ਗੁਰੂ ਨੂੰ ਬਾਣੀ ਨੇ ਭੁੱਲਦੀ। ਸਾਨੂੰ ਪੈਰ ਪੈਰ ਤੇ ਇੰਨੀਆਂ ਸੁੱਖ ਸਹੂਲਤਾਂ ਨੇ, ਸਾਨੂੰ ਪੈਰ ਪੈਰ ਤੇ ਬਾਣੀ ਭੁੱਲਦੀ ਏ, ਬਾਣੀ ਨੂੰ ਅਸੀਂ ਵਿਸਾਰਦੇ ਹਾਂ। ਇਹਦਾ ਮਤਲਬ ਅਸੀਂ ਗੁਰੂ ਦੇ ਨਾਦੀ ਪੁੱਤ ਨਹੀਂ ਗਏ। ਜਿੱਥੋਂ ਮੈਂ ਸ਼ੁਰੂ ਕੀਤਾ ਹਿਮਾ ਕਰੀ, ਉੱਥੇ ਦੀਵਾਨ ਸਜਾਇਆ ਗਿਆ। ਇਤਿਹਾਸ ਕਹਿੰਦਾ ਪਿੱਛੇ ਟਿੱਡੀ ਦਲ ਨੇ ਆਣ ਕੇ ਦੁਸ਼ਮਣਾਂ ਦੇ ਨੇ ਹਮਲਾ ਕੀਤਾ। ਇੱਥੇ ਬਾਬਾ ਅਜੀਤ ਸਿੰਘ ਜੀ ਅੱਗੇ ਹੋ ਕੇ ਵੱਧ ਕੇ ਲੜੇ ਨੇ। ਬਾਬਾ ਅਜੀਤ ਸਿੰਘ ਜੀ ਸਰਸਾ ਨਦੀ ਦੇ ਕੰਢੇ ਸ਼ਹੀਦੀ ਜਾਮ ਪੀ ਸਕਦੇ ਸੀ, ਉਹਨਾਂ ਦੇ ਅੱਗੇ ਹੋ ਕੇ ਵਧਿਆ ਭਾਈ ਜੀਵਨ ਸਿੰਘ ਜੈਤਾ। ਭਾਈ ਜੀਵਨ ਸਿੰਘ ਜਿਹਨੂੰ ਸਤਿਗੁਰਾਂ ਨੇ ਜਫੀ ਪਾ ਕੇ ਕਿਹਾ ਸੀ, ਰੰਗਰੇਟੇ ਗੁਰੂ ਕੇ ਬੇਟੇ। ਇਹ ਦਿੱਲੀ ਦੇ ਵਿੱਚ ਇੱਕ ਮਹੱਲਾ ਹੈ ਦਿਲਵਾਲੀ, ਉੱਥੇ ਰਹਿੰਦਾ ਹੈ ਭਾਈ ਆਗਿਆ ਰਾਮ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਪਰਮ ਪਿਆਰਾ ਸੇਵਕ ਹੈ। ਇਹ ਆਗਿਆ ਰਾਮ ਦਾ ਪੁੱਤ ਸੀ ਭਾਈ ਜੇਤਾ, ਜਿਹਨੂੰ ਆਪਾਂ ਪਿਆਰ ਨਾਲ ਜੀਵਨ ਸਿੰਘ ਕਹਿੰਦੇ ਆ। ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਬਣਿਆ ਸੀਗਾ। ਇਹਦੇ ਨਾਲ ਹੀ ਦਿੱਲੀ ਤੋਂ ਸੀਸ ਲਿਆਉਣ ਵਾਲਿਆਂ ਵਿੱਚ ਭਾਈ ਉਦੇ ਸਿੰਘ ਦਾ ਨਾਮ ਵੀ ਆਉਂਦਾ, ਭਾਈ ਨਾਨੂ ਦਾ ਵੀ ਜ਼ਿਕਰ ਆਉਂਦਾ ਹੈ। ਭਾਈ ਜੀਵਨ ਸਿੰਘ ਜਿਹੜਾ 100 ਸਿੰਘਾਂ ਦਾ ਜਥੇਦਾਰ ਸੀ ਨਾ, ਬਾਬਾ ਅਜੀਤ ਸਿੰਘ ਨੂੰ ਬਚਾਉਂਦਾ।
ਦੁਸ਼ਮਣ ਕਿਉਂਕਿ ਇਕੱਠਾ ਹੋ ਕੇ ਹਮਲਾ ਕਰਦਾ। ਇਤਿਹਾਸ ਕਹਿੰਦਾ ਸਰਸਾ ਨਦੀ ਦੇ ਕੰਢੇ ਉੱਤੇ ਦੁਸ਼ਮਣਾਂ ਨਾਲ ਲੜਦਿਆਂ ਹੋਇਆਂ ਭਾਈ ਜੀਵਨ ਸਿੰਘ ਦੇ ਮੱਥੇ ਚਾਣ ਕੇ ਗੋਲੀ ਵੱਜਦੀ ਏ ਤੇ ਇਹ ਉੱਥੇ ਸ਼ਹੀਦੀ ਜਾਮ ਪੀ ਜਾਂਦਾ ਭਾਈ ਜੀਵਨ ਸਿੰਘ ਸਰਸਾ ਨਦੀ। ਹਾਲਾਂਕਿ ਕਈਆਂ ਨੇ ਉੱਥੇ ਗੁਰਦੁਆਰਾ ਬਣਾਤਾ ਚਮਕੌਰ ਸਾਹਿਬ। ਇਤਿਹਾਸ 'ਚ ਕਈ ਚੀਜ਼ਾਂ ਬੜੀਆਂ ਸਮਝਣ ਵਾਲੀਆਂ ਨੇ, ਪਰ ਜਦੋਂ ਆਪਾਂ ਪੁਰਾਣੀ ਤਵਾਰੀਖ ਨੂੰ ਫੁਰਲਾਂਗੇ, ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਦਾ ਜਿਹੜਾ ਸ਼ਹੀਦੀ ਸਥਾਨ ਬਣਦਾ ਹੈ ਨਾ, ਉਹ ਸਰਸਾ ਨਦੀ ਦੇ ਕੰਢੇ, ਉੱਥੇ ਬਾਬਾ ਅਜੀਤ ਸਿੰਘ ਜੀ ਨੂੰ ਬਚਾਉਂਦਿਆਂ ਹੋਇਆਂ ਭਾਈ ਜੀਵਨ ਸਿੰਘ ਜੀ ਸ਼ਹੀਦ ਹੁੰਦੇ ਨੇ। ਇਹ ਉਹ ਜਗ੍ਹਾ ਹੈ ਸਰਸਾ ਦਾ ਕੰਢਾ। ਸੀ ਤੇ ਸੋਚੀਦਾ ਬਸ ਇੱਥੇ ਪਰਿਵਾਰ ਵਿਛੋੜਾ, ਕਿਉਂਕਿ ਗੁਰਦੁਆਰੇ ਦਾ ਨਾਂ ਹੈ, ਬਾਕੀ ਚੀਜ਼ਾਂ ਅਸੀਂ ਭੁੱਲ ਜਾਂਦੇ। ਸਰਸਾ ਨਦੀ ਦਾ ਕੰਢਾ ਉਹ ਹੈ ਜਿੱਥੇ ਸਿੱਖਾਂ ਵਿੱਚੋਂ ਸਭ ਤੋਂ ਪਹਿਲੀ ਬੀਬੀ, ਜਿਹਦਾ ਨਾਂ ਸੀ ਬੀਬੀ ਭਿੱਖਾਂ ਕੌਰ, ਬੀਬੀ ਭਿੱਖਾਂ ਕੌਰ, ਜਿਹਦੇ ਘਰ ਵਾਲੇ ਦਾ ਨਾਂ ਸੀ ਆਲਮ ਸਿੰਘ ਨੱਚਣਾ। ਦੋ ਸੀ ਆਲਮ ਸਿੰਘ, ਇੱਕ ਕਵੀ ਸੀ ਆਲਮ ਸਿੰਘ, ਇੱਕ ਸੀ ਆਲਮ ਸਿੰਘ ਨੱਚਣਾ। ਨੱਚਣਾ ਇਹਦੀ ਵੀ ਜਦੋਂ ਸੇਵਾ ਕਰਦਾ ਸੀ ਬੜਾ ਖੁਸ਼ ਹੋ ਕੇ ਨੱਚ ਨੱਚ ਕੇ ਸੇਵਾ ਕਰਦਾ ਸੀ, ਮਸਤੀ ਨਾਲ ਝੂਮ ਝੂਮ ਕੇ। ਇਹਦੀ ਅੱਲ ਪੈ ਗਈ, ਜਿਵੇਂ ਪਿੰਡਾਂ ਵਿੱਚ ਅੱਲ ਪੈ ਜਾਂਦੀ ਨਾ, ਕੋਈ ਪੱਕ ਜਾਂਦਾ ਨਾ, ਇਹਦੀ ਅੱਲ ਬਣ ਗਈ ਸੀ ਨੱਚਣਾ, ਆਲਮ ਸਿੰਘ ਨੱਚਣਾ। ਉਹਦੀ ਧਰਮ ਸੁਪਤਨੀ ਹੈ ਬੀਬੀ ਭਿੱਖਾਂ। ਬੀਬੀ ਭਿੱਖਾਂ, ਮੈਂ ਪੜ੍ਹ ਕੇ ਹੈਰਾਨ ਸੀ ਜਦੋਂ ਮੈਂ ਕਿਤਾਬਾਂ ਨੂੰ ਫਰੋਲਣ ਲੱਗਾ ਨਾ, ਵਿੱਚੋਂ ਬੜਾ ਕੁਝ ਨਿਕਲ ਰਿਹਾ ਸੀ। ਬੀਬੀ ਭਿੱਖਾਂ ਪਤਾ ਕੌਣ ਸੀ? ਇਹ ਸੀ ਭਾਈ ਬੱਜਰ ਸਿੰਘ ਦੀ ਬੇਟੀ। ਭਾਈ ਬੱਜਰ ਸਿੰਘ ਉਹ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘੋੜ ਸਵਾਰ ਤੇ ਹਥਿਆਰ ਦਾ ਉਸਤਾਦ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਉਸਤਾਦ ਭਾਈ ਬੱਜਰ ਸਿੰਘ ਦੀ ਧੀ ਹੈ ਬੀਬੀ ਭਿੱਖਾਂ। ਭਾਈ ਬੱਜਰ ਸਿੰਘ ਦੇ ਬਜ਼ੁਰਗ ਹੋਏ ਨੇ ਸੁਖੀਆ ਮਾਂਡਨ। ਸੁਖੀਆ ਮਾਂਡਨ ਜਿਹੜੇ ਕਸ਼ਮੀਰ ਦੇ ਇਲਾਕੇ ਦੇ ਰਹਿਣ ਵਾਲੇ ਸੀ, ਅਸਲ ਵਿੱਚ ਸੁਖੀਆ ਤੇ ਮਾਂਡਨ, ਮਾਂਡਨ ਬਜ਼ੁਰਗ ਦਾ ਨਾਂ ਸੀ, ਉਹਦੇ ਪੁੱਤ ਦਾ ਨਾਂ ਸੀ ਸੁਖੀਆ। ਇਹ ਭਾਈ ਮਨੀ ਸਿੰਘ ਜੀ ਦੇ ਇਤਿਹਾਸ ਪੜ੍ਹ ਕੇ ਵੇਖੋ, ਭਾਈ ਮਨੀ ਸਿੰਘ ਦੇ ਫੁੱਫੜ ਲੱਗਦੇ ਨੇ ਰਿਸ਼ਤੇ ਵਿੱਚ। ਇਹਨਾਂ ਦੀ ਭੂਆ ਜਿਹਦਾ ਨਾਂ ਸੀ ਮਲੂਕੀ, ਇਹ ਭਾਈ ਸੁਖੀਏ ਦੀ ਘਰ ਵਾਲੀ ਸੀ। ਇਹਦੇ ਵੀ ਟੱਬਰ ਵਿੱਚੋਂ 26 ਜੀ ਸ਼ਹੀਦ ਹੋਏ ਨੇ। 53 ਜੀ ਇਤਿਹਾਸ ਕਹਿੰਦਾ ਭਾਈ ਮਨੀ ਸਿੰਘ ਦੇ, ਤੇ 26 ਜੀ ਸੁਖੀਆ ਮਾਂਡਨ ਦੇ ਪਰਿਵਾਰ ਵਿੱਚੋਂ। ਉਹ ਸੁਖੀਆ ਮਾਂਡਨ ਦੀ ਪੜਪੋਤੀ ਲੱਗਦੀ ਹੈ ਬੀਬੀ ਭਿੱਖਾਂ। ਬੀਬੀ ਭਿੱਖਾਂ ਸਰਸਾ ਨਦੀ ਦੇ ਕੰਢੇ ਕਿਰਪਾਨ ਕੱਢ ਕੇ ਜੂਝ ਕੇ ਦੁਸ਼ਮਣਾਂ ਦੇ ਆਹੂ ਲਾ ਕੇ ਸ਼ਹੀਦ ਹੋਣ ਵਾਲੀ ਪਹਿਲੀ ਇਸਤਰੀ ਹੈ ਬੀਬੀ ਭਿੱਖਾਂ। ਔਰ ਇੱਥੇ ਬਸ ਨਹੀਂ, ਇਹਦਾ ਘਰ ਵਾਲਾ ਭਾਈ ਆਲਮ ਸਿੰਘ ਨੱਚਣਾ, ਇਹਦੇ ਪੁੱਤਰ ਮੋਹਰ ਸਿੰਘ, ਅਮੋਲਕ ਸਿੰਘ, ਦੋ ਜਿਹੜੇ ਚਮਕੌਰ ਦੀ ਗੜੀ ਵਿੱਚ 40 ਸਿੰਘਾਂ ਚ ਸ਼ਹੀਦੀਆਂ ਚ ਨਾਂ ਲਿਖਾਉਣਗੇ। ਇਹਦਾ ਤੀਜਾ ਪੁੱਤ ਅੱਗ ਓਗੜ ਸਿੰਘ, ਜਿਹੜਾ ਅੱਗੇ ਜਾ ਕੇ ਚੱਪੜਚਿੜੀ ਦੇ ਮੈਦਾਨ ਚ ਬੰਦੇ ਬਹਾਦਰ ਨਾਲ ਲੜਦਾ ਹੋਇਆ ਸ਼ਹੀਦੀ ਪਾਏਗਾ। ਟੱਬਰਾਂ ਦੇ ਟੱਬਰ ਸ਼ਹੀਦ ਹੋਏ ਨੇ, ਸਰਬੰਸ ਦਾਨ ਕੀਤੇ ਨੇ, ਗੁਰੂ ਦੇ ਪਿੱਛੇ ਤੁਰ ਕੇ ਉਜਿਆ ਨੇ। ਬੀਬੀ ਭਿੱਖਾਂ ਜਿਹਨੇ ਇੱਥੇ ਲੜ ਕੇ ਦੁਸ਼ਮਣਾਂ ਦੇ ਆਹੂ ਲਾ ਕੇ ਪਹਿਲੀ ਸਿੱਖ ਇਸਤਰੀ ਸੀ ਜਿਹੜੀ ਲੜ ਕੇ ਸ਼ਹੀਦ ਹੁੰਦੀ ਏ। ਇਸੇ ਲਈ ਤੇ ਅਰਦਾਸ ਵਿੱਚ ਕਿਹਾ ਨਾ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ, ਇੱਕ ਇੱਕ ਅੱਖਰ ਨੂੰ ਬਾਚੋ। ਕੱਲਾ ਸਿੰਘਾਂ ਦੀ ਗੱਲ ਨਹੀਂ ਗੀ, ਸਿੰਘਣੀਆਂ ਨੇ ਵੀ ਉਹ ਕੁਝ ਕੀਤਾ ਹੈ, ਨਾਲ ਕੁਰਬਾਨੀਆਂ ਬਰਾਬਰ ਦਿੱਤੀਆਂ। ਇੱਕ ਇੱਕ ਤੁਸੀਂ ਮੋਰਚਾ ਪੜ੍ਹ ਕੇ ਵੇਖ ਲਓ, ਸਿੱਖ ਇਤਿਹਾਸ ਦਾ ਪੱਤਰਾ ਪੜ੍ਹ ਕੇ ਵੇਖ ਲਓ, ਤੁਹਾਨੂੰ ਪਤਾ ਲੱਗ ਜਾਏਗਾ। ਇੱਥੇ ਸਰਸਾ ਨਦੀ ਦੇ ਕੰਢੇ ਜਿੱਥੇ ਪਰਿਵਾਰ ਵਿਛੋੜਾ ਹੋਣਾ ਨਾ, ਉਦੋਂ ਪਹਿਲਾਂ ਭਾਈ ਜੀਵਨ ਸਿੰਘ ਜੈਤੇ ਦਾ ਸੀਸ ਲੱਗਦਾ ਏ। ਇੱਥੇ ਬੀਬੀ ਭਿੱਖਾਂ ਕੌਰ ਚੜ੍ਹਾਈ ਕਰਦੀ ਏ। ਇਹ ਸਰਸਾ ਦਾ ਕੰਢਾ ਉਹ ਹੈ ਜਿੱਥੇ ਭਾਈ ਬਚਿੱਤਰ ਸਿੰਘ, ਜਿਹੜਾ ਹਾਥੀ ਦੇ ਬਰਛੀ ਨਾਗਣੀ ਬਰਛੀ ਮਾਰਦਾ ਨਾ, ਸ਼ਰਾਬੀ ਹਾਥੀ ਦੇ, ਭਾਈ ਮਨੀ ਸਿੰਘ ਦਾ ਬੇਟਾ 2 ਨੰਬਰ ਵਾਲਾ, ਭਾਈ ਉਦੇ ਸਿੰਘ ਦਾ ਭਰਾ ਭਾਈ ਬਚਿੱਤਰ ਸਿੰਘ, ਉਹ ਇੱਥੇ ਜ਼ਖਮੀ ਹੁੰਦਾ। ਬਹੁਤਾਤ ਰੂਪ ਵਿੱਚ ਇਹਦੇ ਸਰੀਰ ਤੇ ਫੱਟ ਹੁੰਦੇ ਨੇ। ਇਤਿਹਾਸ ਕਹਿੰਦਾ ਹੈ ਵੀ ਸਤਿਗੁਰੂ ਜਦੋਂ ਸਰਸਾ ਦਾ ਨਦੀ ਦਾ ਕੰਢਾ ਪਾਰ ਕਰਦੇ ਨੇ ਨਾ, ਸਰਸਾ ਪਾਰ ਕਰਦੇ ਨੇ, ਪਰਿਵਾਰ ਤੇ ਵਿਛੋੜਾ ਹੁੰਦਾ ਹੀ ਹੁੰਦਾ। ਇੱਕ ਬੰਨੇ ਗੁਰੂ ਕੇ ਮਹਿਲ ਨੇ, ਭਾਈ ਮਨੀ ਸਿੰਘ ਜੀ ਦੇ ਨਾਲ ਕੁਝ ਨੇ ਲਿਖਿਆ ਏ, ਇੱਕ ਬੰਨੇ ਸਤਿਗੁਰੂ ਦੇ ਨਾਲ ਕੁਝ ਗਿਣਤੀ ਦੇ ਸਿੱਖ ਨੇ, ਤੇ ਤੀਜੇ ਬੰਨੇ ਮਾਂ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ। ਇਤਿਹਾਸ ਕਹਿੰਦਾ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਰਸਾ ਦਾ ਕੰਢਾ ਪਾਰ, ਸਰਸਾ ਨੂੰ ਪਾਰ ਕਰਦੇ ਨੇ ਨਾ, ਤੇ ਕੁਝ ਸਿੱਖ ਜ਼ਖਮੀ ਹਾਲਤ ਦੇ ਅੰਦਰ ਭਾਈ ਬਚਿੱਤਰ ਸਿੰਘ ਜੀ ਨੂੰ ਚੁੱਕ ਕੇ ਲਿਆਉਂਦੇ ਨਾਲ, ਜ਼ਖਮੀ ਹਾਲਤ। ਹਾਲਾਂਕਿ ਭਾਈ ਬਚਿੱਤਰ ਸਿੰਘ ਉੱਥੇ ਰਹਿ ਜਾਂਦਾ ਤੇ ਸ਼ਹੀਦੀ ਅਸਥਾਨ ਭਾਈ ਬਚਿੱਤਰ ਸਿੰਘ ਦਾ ਵੀ ਪਰਿਵਾਰ ਵਿਛੋੜੇ ਵਾਲੇ ਅਸਥਾਨ ਤੇ ਹੀ ਬਣਨਾ ਸੀ। ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ 'ਚ ਚੁੱਕ ਕੇ ਲਿਆਂਦਾ ਗਿਆ। ਸਤਿਗੁਰੂ ਸਰਸਾ ਪਾਰ ਕਰਕੇ ਰੋਪੜ 'ਚ ਪ੍ਰਵੇਸ਼ ਕਰਦੇ। ਰੋਪੜ ਦੇ ਅੰਦਰ ਤੁਸੀਂ ਗੁਰਦੁਆਰੇ 'ਚ ਕਈ ਵਾਰੀ ਗਏ ਹੋ, ਉਹਦਾ ਨਾਂ ਹੈ ਗੁਰਦੁਆਰਾ ਭੱਠਾ ਸਾਹਿਬ। ਗੁਰੂ ਗੋਬਿੰਦ ਸਿੰਘ ਮਹਾਰਾਜ 3-4 ਵਾਰੀ ਪਹਿਲਾਂ ਵੀ ਇੱਥੇ ਆ ਚੁੱਕੇ ਨੇ। ਉਹ ਭੱਠਾ ਜਿਹਦਾ ਮਾਲਕ ਸੀ
ਨਿਹੰਗ ਖਾਨ। ਨਿਹੰਗ ਖਾਨ ਦਾ ਪਿਓ ਸੀ ਨਿਰੰਗ ਖਾਨ। ਨਿਰੰਗ ਖਾਨ 6ਵੇਂ ਪਾਤਸ਼ਾਹ ਦੇ ਨਾਲ ਬੜਾ ਪਿਆਰ ਕਰਦਾ ਸੀ। ਕਦੇ ਇਤਿਹਾਸ ਦੀ ਲੜੀ ਫਰੋਲ ਕੇ ਵੇਖੋ, ਬੜਾ ਕੁਝ ਨਿਕਲੇਗਾ। ਸਤਿਗੁਰੂ ਇਹਦੀ ਹਵੇਲੀ ਵਿੱਚ ਆਉਂਦੇ ਨੇ, ਜਿਹੜਾ ਇੱਟਾਂ ਦਾ ਭੱਠਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਲਾਂ ਵੀ ਉੱਥੇ ਆਏ, ਜਦੋਂ ਕੁਰੂਖੇਤਰ ਗਏ ਸੀ ਉਦੋਂ ਵੀ ਇੱਕ ਵਾਰੀ ਪਹਿਲਾਂ ਵੀ ਵਿਸ਼ੇਸ਼ ਤੌਰ ਤੇ ਮੈਂ ਪੜ੍ਹ ਕੇ ਹੈਰਾਨ ਸੀ। ਕੱਲ ਇਤਿਹਾਸ ਪੜ੍ਹ ਰਿਹਾ ਸੀ ਵੀ ਜਿੱਦਣ ਨਿਹੰਗ ਖਾਨ ਦੇ ਬੇਟੇ ਦਾ ਨਿਕਾਹ ਸੀ, ਨਿਹੰਗ ਖਾਨ ਦਾ ਬੇਟਾ ਜਿਹਦਾ ਨਾਂ ਸੀ ਆਜਮ ਖਾਨ, ਆਜਮ ਖਾਨ ਦਾ ਜਿੱਦਣ ਨਿਕਾਹ ਸੀ ਨਾ, ਉਦਣ ਉਸ ਨਿਕਾਹ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਬੁਲਾਇਆ ਗਿਆ ਸੀਗਾ। ਇਹ ਐਵੇਂ ਨਹੀਂ ਸੀ ਪਰਿਵਾਰ। ਨਿਹੰਗ ਖਾਨ, ਅੱਜ ਤੇ ਤੁਸੀਂ ਪਿੰਡ ਦਾ ਨਾਮ ਪੜੋਗੇ ਨਾ, ਭੱਠਾ ਸਾਹਿਬ ਗੁਰਦੁਆਰੇ ਦੇ ਪਿੰਡ ਦਾ ਨਾਮ ਧਿਆਨ ਦੇਖਿਓ, ਉਹਦਾ ਨਾਮ ਹੈ ਕੋਟਲਾ ਨਿਹੰਗ ਖਾਨ। ਉਹ ਪਿੰਡ ਦਾ ਨਾਂ ਹੀ ਕੋਟਲਾ ਨਹੀਂ ਰਹਿਣ ਦਿੱਤਾ, ਨਿਹੰਗ ਖਾਨ ਦੇ ਨਾਂ ਨਾਲ ਹੀ। ਭੱਠਾ ਸਾਹਿਬ ਤੋਂ ਨਾ ਮੁੜਿਓ, ਨਾਲ ਹੀ ਰੇਲਵੇ ਲਾਈਨ ਟੱਪ ਕੇ ਅੱਗੇ ਜਾਇਓ ਪਿੰਡ ਵਿੱਚ, ਉੱਥੇ ਅੱਜ ਵੀ ਥੋੜੀ ਟੁੱਟੀ ਜੀ ਹਵੇਲੀ ਹੈ, ਥੋੜਾ ਜਿਹਾ ਪੋਰਸ਼ਨ ਬਚਿਆ ਹਵੇਲੀ ਦਾ, ਬਾਕੀ ਤੇ ਕਾਰ ਸੇਵਾ ਵਾਲੇ ਸੇਵਾ ਕਰਨ ਨੂੰ ਤਿਆਰ ਹੀ, ਕਾਰ ਚਲਾ ਛੱਡਦੇ ਨੇ ਉੱਥੋਂ, ਸੰਗਮਰਮਰ ਦੀ ਸਭ ਕੁਝ ਢਾਹ ਛੱਡਦੇ ਨੇ। ਇੱਟਾਂ ਹਵੇਲੀ ਦੀਆਂ ਹੈ, ਉੱਥੇ ਗੁਰੂ ਦੀ ਦਿੱਤੀ ਹੋਈ ਢਾਲ ਹੱਲੇ ਵੀ, ਗੈਂਡੇ ਦੀ ਖੱਲ ਦੀ ਬਣੀ ਹੋਈ ਢਾਲ ਹੱਲੇ ਵੀ ਹੈ, ਉਹ ਬੜਾ ਕੁਛ ਹੈ। ਨਿਹੰਗ ਖਾਨ ਦੀ ਹਵੇਲੀ ਦੇ ਅੰਦਰ ਸਤਿਗੁਰੂ ਗਿਣਤੀ ਦੇ ਸਿੱਖਾਂ ਨਾਲ ਜਾਂਦੇ ਨੇ। ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ 'ਚ ਇੱਕ ਕਮਰੇ 'ਚ ਲਟਾਇਆ ਜਾਂਦਾ। ਫਿਰ ਦੁਹਰਾ ਦਿਆਂ, ਭਾਈ ਨਿਹੰਗ ਖਾਨ ਉਹ ਸ਼ਖਸੀਅਤ ਹੈ ਜਿਹਦਾ ਬੇਟਾ ਆਜਮ ਖਾਨ ਰਾਏਕੋਟ ਦੇ ਹਾਕਮ ਰਾਏ ਕੱਲੇ ਦੀ ਧੀ ਨਾਲ ਵਿਆਹਿਆ ਹੋਇਆ। ਰਾਏਕੋਟ ਦੇ ਹਾਕਮ ਰਾਏ ਕੱਲੇ ਦੀ ਧੀ ਨਾਲ, ਵੇਖੋ ਇਹ ਰਿਸ਼ਤੇਦਾਰੀਆਂ ਨੇ। ਨਿਹੰਗ ਖਾਨ ਉਹ ਹੈ ਜਿਹਦੀ ਸਕੀ ਭੂਆ, ਉਹਦਾ ਨਾਂ ਸੀ ਬੀਬੀ ਉਮਰੀ, ਉਹ ਵਿਆਹੀ ਹੋਈ ਹੈ ਮਾਛੀਵਾੜੇ। ਇਹ ਬੀਬੀ ਉਮਰੀ ਦੇ ਪੁੱਤ ਨੇ ਗਨੀ ਖਾਂ, ਨਵੀ ਖਾਂ, ਜਿਹੜੇ ਗੁਰੂ ਨੂੰ ਚੁੱਕ ਕੇ ਲਿਜਾਂਦੇ, ਸਾਡਾ ਉੱਚ ਦਾ ਪੀਰ ਏ। ਨਿਹੰਗ ਖਾਂ ਦੀ ਰਿਸ਼ਤੇਦਾਰੀ ਵੇਖੋ ਤੁਸੀਂ, 6ਵੇਂ ਪਾਤਸ਼ਾਹ ਤੋਂ ਸ਼ੁਰੂ ਹੁੰਦੀ, ਕਿਵੇਂ ਇਹਦੀ ਲੜੀ ਚੱਲਦੀ ਏ। ਲੋਕ ਸਾਨੂੰ ਆਰਐਸਐਸ ਵਾਲੇ ਕਹਿਣਗੇ ਵੇਖੋ ਜੀ ਮੁਸਲਮਾਨ ਬੜੇ ਮਾੜੇ, ਗੁਰੂ ਕੇ ਸਿੱਖਾਂ ਦੇ ਉੱਤੇ, ਗੁਰੂ ਸਾਹਿਬ ਦੇ ਉੱਤੇ ਇਹਨਾਂ ਬੜੇ ਜ਼ੁਲਮ ਕੀਤੇ ਨੇ, ਪਰ ਇਹ ਕਦੇ ਨਹੀਂ ਦੱਸਣਗੇ ਵੀ ਕਰਾਉਣ ਵਾਲਾ ਕੌਣ ਸੀ ਪਿੱਛੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਿੰਦਗੀ ਜਿਹੜੀਆਂ 14 ਜੰਗਾਂ ਲੜੀਆਂ ਨੇ, ਇਤਿਹਾਸ ਪੜੋ, ਪਿੱਛੇ ਕਰਾਉਣ ਵਾਲੇ ਨੇ ਪਹਾੜੀ ਰਾਜੇ। ਸਾਰਾ ਕਰਤੂਤਾਂ ਤੇ ਉਹਨਾਂ ਦੀਆਂ ਜ਼ਾਹਰ ਹੁੰਦੀਆਂ। ਔਰ ਛੋਟੇ ਰੂਪ ਚ ਦੇਖ ਲਓ, ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਵਾਲੇ ਕੌਣ ਨੇ? ਵਜ਼ੀਰ ਖਾਂ ਨਹੀਂ, ਭਲੇ ਲੋਕੋ ਵਜ਼ੀਰ ਖਾਂ ਤੇ ਹੈ, ਪਰ ਮੁੱਖ ਤੌਰ ਤੇ ਜਦੋਂ ਸੁੱਚਾ ਆਨੰਦ ਕਹਿੰਦਾ ਵੀ ਇਹ ਤਾਂ ਸੱਪ ਦੇ ਪੁੱਤ ਨੇ, ਗੰਗੂ ਬ੍ਰਾਹਮਣ ਵਰਗਾ ਜਿਹੜਾ ਲਾਲਚ ਵਿੱਚ ਫਸਾਉਂਦਾ, ਕਦੇ ਆਰਐਸਐਸ ਵਾਲੇ ਇਹ ਚੀਜ਼ਾਂ ਨਹੀਂ ਜੇ ਦੱਸਣਗੇ, ਕਦੇ ਨਹੀਂ ਜੇ ਕਹਿਣਗੇ। ਮੈਨੂੰ ਖਿਮਾ ਕਰ ਦਿਓ, ਭਾਈ ਨਿਰਮਲ ਸਿੰਘ ਚੜ੍ਹਾਈ ਕਰ ਗਏ, ਕਾਲ ਚਲਾਣਾ ਕਰ ਗਏ, ਕਰੋਨਾ ਦੀ ਭੇਟ ਚੜ ਗਏ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ। ਉਹਨਾਂ ਨੇ ਬੜੀ ਵੱਡੀ ਕਿਤਾਬ ਲਿਖੀ ਹੈ, ਗੁਰੂ ਘਰ ਦੇ ਮੁਸਲਮਾਨ ਸ਼ਰਧਾਲੂ, ਬੜੀ ਲੰਮੀ ਚੌੜੀ ਕਿਤਾਬ ਲਿਖੀ। ਇਹ ਨਿਹੰਗ ਖਾਨ ਜਿਹੜਾ ਹੈ ਨਾ, ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਇਹਦੇ ਘਰ ਅੰਦਰ ਸਤਿਗੁਰੂ ਆਏ ਰੋਪੜ ਦੇ ਅੰਦਰ, ਉੱਥੇ ਹਵੇਲੀ 'ਚ ਠਹਿਰੇ ਕੁਝ ਸਮਾਂ, ਇਹਨੇ ਸੇਵਾ ਕੀਤੀ। ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ 'ਚ ਤੇ ਸਤਿਗੁਰੂ ਜੀ ਇੱਥੋਂ ਫਿਰ ਅੱਗੇ ਨੂੰ ਤੁਰਦੇ ਨੇ ਚਮਕੌਰ ਸਾਹਿਬ ਵਾਲੇ ਪਾਸੇ ਨੂੰ, ਪਰ ਭਾਈ ਬਚਿੱਤਰ ਸਿੰਘ ਕਿਉਂਕਿ ਬੇਹੱਦ ਜ਼ਖਮੀ ਹੈ, ਉੱਥੇ ਇੱਕ ਕਮਰੇ 'ਚ ਲਟਾ ਕੇ ਇਹਦੀ ਧੀ ਜਿਹਦਾ ਨਾਂ ਹੈ ਬੀਬੀ ਮਮਤਾਜ, ਬੀਬੀ ਮਮਤਾਜ ਭਾਈ ਬਚਿੱਤਰ ਸਿੰਘ ਦੇ ਮਲਮ ਪੱਟੀ ਕਰਦੀ ਏ, ਉਹਦੇ ਮਲਮ ਪੱਟੀ ਕਰਦੀ ਏ। ਤੇ ਇਤਿਹਾਸ ਕਹਿੰਦਾ ਏ ਮਗਰ ਹੀ ਜ਼ਫਰ ਅਲੀ ਖਾਂ ਉਹਦਾ ਨਾਂ ਲਿਖਿਆ ਏ, ਜਿਹੜਾ ਇਲਾਕੇ ਦਾ ਹਾਕਮ ਸੀ, ਫੌਜਦਾਰ ਸੀ। ਉਹ ਫੌਜ ਲੈ ਕੇ ਆਇਆ, ਕਹਿਣ ਲੱਗਾ ਨਿਹੰਗ ਖਾਂ ਮੈਨੂੰ ਪਤਾ ਲੱਗਾ ਤੇਰੀ ਹਵੇਲੀ 'ਚ ਗੁਰੂ ਗੋਬਿੰਦ ਸਿੰਘ ਆਇਆ। ਕਹਿਣ ਲੱਗੇ ਜੀ ਤਲਾਸ਼ੀ ਲੈ ਲਓ। ਤਲਾਸ਼ੀ ਲਈ ਗਈ। ਹਵੇਲੀ ਬੜੀ ਵੱਡੀ ਕਿਲੇ ਵਾਂਗੂ ਅੱਗੇ ਹਵੇਲੀਆਂ ਹੋਇਆ ਕਰਦੀਆਂ ਸੀ, ਪੁਰਾਣੀਆਂ ਹਵੇਲੀਆਂ। ਅੱਜ ਵੀ ਆਪਾਂ ਮਾਲਵੇ 'ਚ ਚਲੇ ਜਾਈਏ ਤੇ ਵੇਖਣ ਨੂੰ ਮਿਲਦੀਆਂ ਨੇ, ਖਾਸ ਕਰ ਸਾਬੋ ਕੀ ਤਲਵੰਡੀ ਜਾਓ ਤੇ ਵੇਖੋ ਕਿੱਡੀ ਕਿੱਡੀਆਂ ਲੋਕਾਂ ਦੀਆਂ ਹਵੇਲੀਆਂ। ਔਰ ਜਦੋਂ ਹਵੇਲੀ ਦੀ ਤਲਾਸ਼ੀ ਲਈ ਗਈ ਨਾ, ਤੇ ਜਿਹੜੇ ਕਮਰੇ ਅੰਦਰ ਭਾਈ ਬਚਿੱਤਰ ਸਿੰਘ ਲਟਾਇਆ, ਮਲਮਾ ਪੱਟੀ ਕੀਤੀ ਜਾ ਰਹੀ ਇਹਦੀ ਨਿਹੰਗ ਖਾਂ ਦੀ ਬੇਟੀ ਮਮਤਾਜ ਦੁਆਰਾ, ਜਦੋਂ ਉਸ ਕਮਰੇ ਕੋਲ ਪਹੁੰਚੇ ਨਾ, ਤੇ ਨਿਹੰਗ ਖਾਂ ਨੇ ਇੱਕ ਗੱਲ ਕਹੀ, ਜ਼ਫਰ ਅਲੀ ਖਾਂ ਵੇਖ ਮਿੱਤਰਾ, ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ, ਧੀਆਂ ਭੈਣਾਂ ਸਭ ਦੀਆਂ ਸਾਂਝ। ਸਾਨੂੰ ਤੇ ਕਿਉਂਕਿ ਅੱਜ ਆਪਾਂ ਬੱਚਿਆਂ ਨੂੰ ਇਹ ਗੱਲਾਂ ਸਮਝਾਉਂਦੇ ਨਹੀਂ, ਸਾਨੂੰ ਵੀ ਭੁੱਲ ਗਿਆ, ਗਾਂ ਤਾਂ ਫਿਰ ਰੱਬ ਹੀ ਰੱਖਾ ਹੈ। ਫਿਰ ਉਹ ਕੁਛ ਹੀ ਹੋਣਾ ਵੀ ਆਂਢ ਗੁਆਂਢ 'ਚ ਲਵ ਮੈਰਿਜਾਂ ਹੀ ਹੋਣੀਆਂ ਨੇ, ਫਿਰ ਤੇ ਆਵਾ ਹੀ ਉੱਠ ਜਾਏਗਾ, ਗਾਂ ਦੀਆਂ ਰਿਸ਼ਤੇਦਾਰੀਆਂ ਵੀ ਭੁੱਲ ਜਾਵਾਂਗੇ, ਸਾਡਾ ਰੱਬ ਹੀ ਰੱਖਾ। ਫਿਰ ਤੇ ਮੈਂ ਤੇ ਕਈ ਵਾਰੀ ਰੋਣੇ ਰੋਣਾ, ਇਹ ਸਾਡਾ ਦੁਖਾਂਤ ਹੈ, ਕਿਉਂਕਿ ਅਸੀਂ ਬੱਚੀਆਂ ਨੂੰ, ਆਪਣੀਆਂ ਖਾਸ ਕਰ ਧੀਆਂ ਨੂੰ, ਇਹ ਜਿਹੜੀ ਬੀਬੀ ਮਮਤਾਜ ਦੀ ਸਾਖੀ ਸੁਣਾਓ, ਉਹਨਾਂ ਅੰਦਰ ਸਿੱਖੀ ਆ ਸਕੇ। ਜਿਨ੍ਹਾਂ ਨੂੰ ਅਸੀਂ ਮੁਸਲਮਾਨ ਕਹਿ ਕੇ ਦੁਰਕਾਰੀ ਜਾਂਦੇ, ਪਰੇਕ ਸੁੱਟੀ ਜਾਂਦੇ, ਉਹ ਬੀਬੀ ਮਮਤਾਜ ਧੰਨ ਸੀ
ਜਦੋਂ ਤਲਾਸ਼ੀ ਲੈਣ ਲੱਗਾ ਜ਼ਫਰ ਅਲੀ ਖਾਨ ਕਹਿਣ ਲੱਗਾ ਭਰਾਵਾ ਇਸ ਕਮਰੇ ਦੀ ਤਲਾਸ਼ੀ ਨਾਲ ਹੀ ਪੁੱਛਿਆ ਕਿਉਂ? ਕਹਿਣ ਲੱਗਾ ਇਸ ਕਮਰੇ ਦੇ ਅੰਦਰ ਮੇਰੀ ਧੀ ਤੇ ਮੇਰਾ ਜਵਾਈ ਆਰਾਮ ਕਰਦੇ ਨੇ। ਉਹਨੇ ਆਵਾਜ਼ ਵੀ ਮਾਰੀ ਸੀ ਮੁਮਤਾਜ਼ ਨੂੰ ਤੇ ਉਹਨੇ ਅੰਦਰੋਂ ਉੱਚੀ ਦੇਣੀ ਹੁੰਗਾਰਾ ਭਰਿਆ ਸੀਗਾ, ਪਰ ਬੀਬੀ ਮੁਮਤਾਜ਼ ਦੇ ਕੰਨਾਂ ਵਿੱਚ ਜਦੋਂ ਇਹ ਗੱਲ ਪਈ ਸੀ ਮੇਰਾ ਪਿਓ ਕਹਿੰਦਾ ਇਸ ਕਮਰੇ 'ਚ ਮੇਰੀ ਧੀ ਤੇ ਮੇਰਾ ਜਵਾਈ ਨੇ, ਯਾਦ ਰੱਖਿਓ ਦੂਜੇ ਦਿਨ ਭਾਈ ਬਚਿੱਤਰ ਸਿੰਘ ਜੀ ਪੂਰੇ ਹੋ ਗਏ ਸੀ, ਅਕਾਲ ਚਲਾਣਾ ਕਰ ਗਏ ਸੀ। ਬੀਬੀ ਮੁਮਤਾਜ਼ ਨੇ ਆਪਣੇ ਪਿਓ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ। ਕਹਿਣ ਲੱਗੀ ਇਹਨੇ ਮੇਰੇ ਪਿਓ ਨੇ ਕਹਿਤਾ ਇਹ ਮੇਰਾ ਖਾਵੰਦ ਹੈ ਨਾ, ਇਹ ਮੇਰਾ ਮਾਲਕ ਹੈ, ਅੱਜ ਤੋਂ ਇਹ ਤਨ ਕਰਕੇ ਮਨ ਕਰਕੇ ਇਹ ਸਾਰਾ ਕੁਝ ਮੇਰਾ ਹੈ। ਔਰ ਤੁਸੀਂ ਹੈਰਾਨ ਹੋਗੇ ਭਾਈ ਬਚਿੱਤਰ ਸਿੰਘ ਜੀ ਵਿਆਹੇ ਹੋਏ ਸੀ, ਉਹਨਾਂ ਦੇ ਬੱਚੇ ਸੀ ਰਾਮ ਸਿੰਘ, ਸੰਗਰਾਮ ਸਿੰਘ। ਇੱਕ ਚੱਪੜਚਿੜੀ ਦੇ ਮੈਦਾਨ 'ਚ ਚੜਾਈ ਕਰਦਾ, ਇੱਕ ਬਾਬੇ ਬੰਦੇ ਬਹਾਦਰ ਨਾਲ ਦਿੱਲੀ ਜਾ ਕੇ ਚੜਾ। ਇੱਕ ਇੱਕ ਚੀਜ਼ ਨੂੰ ਖੋਲੋਗੇ ਨਾ ਬੜਾ ਤੁਹਾਡਾ ਖੂਨ ਅੰਦਰੋਂ ਖੋਲੇਗਾ ਵੀ ਬਣ ਕੀ ਰਿਹਾ। ਇੱਕ ਇੱਕ ਪਾਤਰ ਨੂੰ ਖੋਲ ਕੇ ਵੇਖੋ ਵਿੱਚ ਬੜਾ ਕੁਝ ਨਿਕਲੇਗਾ। ਬੀਬੀ ਮੁਮਤਾਜ਼ ਜਿਹਨੇ ਕਿਹਾ ਮੇਰੇ ਪਿਓ ਨੇ ਕਿਹਾ ਵੀ ਆ ਅੰਦਰ ਮੇਰਾ ਜਵਾਈ ਤੇ ਮੇਰੀ ਧੀ ਹੈ, ਮੈਂ ਆਪਣੇ ਪਿਓ ਦੀ ਪੱਤ ਨੂੰ ਰੁਲ ਨਹੀਂ ਜੇ ਦੇਣਾ, ਪੱਗ ਨੂੰ ਦਾਗ ਨਹੀਂ ਜੇ ਲੱਗਣ ਦੇਣਾ। ਉਹਨੇ ਸਾਰੀ ਜ਼ਿੰਦਗੀ ਭਾਈ ਬਚਿੱਤਰ ਸਿੰਘ ਦੀ, ਹਾਲਾਂਕਿ ਉਹ ਬੀਬੀ ਬਸੀ ਪਠਾਣਾ ਮੰਗੀ ਹੋਈ ਸੀ, ਉਹਦਾ ਨਿਕਾਹ ਹੋਣਾ ਸੀ ਬਸੀ ਪਠਾਣਾ ਸਰਹੰਦ ਦੇ ਨੇੜੇ ਮੰਗੀ ਹੋਈ ਸੀ। ਉਹਨੇ ਆਖਿਆ ਮੇਰੇ ਬਾਪੂ ਨੇ ਕਿਹਾ ਏ। ਸੱਚ ਜਾਣਿਓ ਇਹੋ ਜੀਆਂ ਧੀਆਂ ਅੱਜ ਵੀ ਹੈਨ। ਭਾਈ ਸਤਵੰਤ ਸਿੰਘ ਦੀ ਸਿੰਘਣੀ ਨੇ ਇੱਕੋ ਗੱਲ ਕਹੀ ਸੀ ਨਾ, ਮੰਗੜੀ ਹੋ ਚੁੱਕੀ ਭਾਵੇਂ ਉਹਨੂੰ ਫਾਂਸੀ ਹੋ ਗਈ, ਸਜ਼ਾ ਮਿਲ ਗਈ, ਪਰ ਫੋਟੋ ਨਾਲ ਆਨੰਦ ਕਾਰਜ ਕਰਾ ਕੇ ਦਿਖਾ ਲਾਂਗੀ। ਇਹੋ ਜੀਆਂ ਵੀ ਹੈ, ਬਿਰਲੀਆਂ ਬਿਰਲੀਆਂ ਹੈ ਸਾਡੇ ਘਰਾਂ ਦੇ ਅੰਦਰ, ਜਿਨ੍ਹਾਂ ਕਰਕੇ ਸਿੱਖੀ ਨਹੀਂ ਤੇ ਹੁਣ ਨੂੰ ਤਾਂ ਕਈ ਕੁਝ ਹੀ ਬਣ ਜਾਂਦਾ। ਉਹ ਬੀਬੀ ਮੁਮਤਾਜ਼ ਸਾਡੇ ਲਈ ਰੋਲ ਮਾਡਲ, ਸਾਡੀਆਂ ਬੱਚੀਆਂ ਦੇ ਲਈ ਜਿਹੜੀਆਂ ਲਵ ਮੈਰਿਜਾਂ ਦੇ ਚੱਕਰਾਂ ਵਿੱਚ ਭੱਜਦੀਆਂ। ਮੈਂ ਕਈ ਵਾਰੀ ਕਹਿੰਦਾ ਹੁੰਦਾ ਸੱਜਣੋ, ਗੁਆਂਢ ਵਿੱਚ ਹੀ ਲਵ ਮੈਰਿਜ ਕਰਾਉਣ ਵਾਲੀ ਏ ਧੀਏ, ਮੈਨੂੰ ਇੱਕ ਗੱਲ ਸਮਝਾ ਦੇ, ਗੁਆਂਢ ਦਾ ਸਾਰਾ ਮਹੱਲਾ ਤੈਨੂੰ ਭੈਣ ਕਹਿੰਦਾ ਸੀ, ਧੀ ਕਹਿੰਦਾ ਸੀ, ਤੂੰ ਨੱਠ ਕੇ ਚੰਡੀਗੜ੍ਹ ਕੋਰਟ ਵਿੱਚ ਜਾ ਕੇ ਵਿਆਹ ਤੇ ਕਰਾ ਲਿਆ। ਮੈਨੂੰ ਪਿਓ ਤੋਂ ਡਰ, ਮੈਨੂੰ ਚਾਚੇ ਤੋਂ ਡਰ, ਮੈਨੂੰ ਭਰਾ ਤੋਂ ਡਰ ਹੈ। ਭਲੀਏ ਲੋਕੇ ਮਹੱਲਾ ਆਉਣ ਵਾਲਾ ਅਗਲੇ ਸਮਝ ਤੈਨੂੰ ਭਰਜਾਈ ਕਿਹੜੇ ਮੂੰਹ ਨਾ ਕਵੇ, ਭਾਬੀ ਕਿਹੜੇ ਮੂੰਹ ਨਾ ਕਵੇ ਜਿਹੜੇ ਤੈਨੂੰ ਭੈਣ ਕਹਿੰਦੇ ਰਹੇ ਨੇ। ਅਸੀਂ ਰਿਸ਼ਤਿਆਂ ਦਾ ਕਤਲ ਕਰਦੇ ਜਾ ਰਹੇ। ਇਹਦਾ ਰੀਜ਼ਨ, ਇਹਦਾ ਕਾਰਨ ਕਿਉਂਕਿ ਆ ਘਟਨਾਵਾਂ ਅਸੀਂ ਬਾਚੀਆਂ ਨਹੀਂ, ਨਾ ਅਸੀਂ ਨਿਆਣਿਆਂ ਨੂੰ ਆਪਣੇ ਨੂੰ ਸੁਣਾ ਸਕੇ, ਨਾ ਆਪਣੀਆਂ ਧੀਆਂ ਨੂੰ ਸੁਣਾ ਸਕੇ। ਸਰਹੰਦ ਦੇ ਸਾਕੇ ਤੱਕ ਜਾਣਾ ਆਪਾਂ, ਹਲੇ ਤੇ ਰਸਤੇ ਵਿੱਚ ਫਿਰਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੌਤਕ ਬੜੇ ਕਮਾਲ ਨੇ। ਬੀਬੀ ਮੁਮਤਾਜ਼ ਜਿਹਦੇ ਅੱਗੇ ਸਿਰ ਝੁਕਦਾ ਸਾਡਾ, ਉਹ ਬਾਬੇ ਸਾਡੇ ਨੇ ਇਹਨਾਂ ਵਰਗੀਆਂ ਇਸਤਰੀਆਂ ਵੱਲ ਵੇਖ ਕੇ ਹੀ ਤੇ ਕਿਹਾ ਸੀ ਨਾ ਵੀ ਸੋਕਿਓ ਮੰਦਾ ਆਖੀਏ ਜਿੱਤ ਜੰਮੈ ਰਾਜਾਨ। ਉਹਨੇ ਪਤੀ ਦੀ ਯਾਦ ਅੰਦਰ ਭਾਈ ਬਚਿੱਤਰ ਸਿੰਘ ਦੀ ਯਾਦ ਸਾਰੀ ਜ਼ਿੰਦਗੀ ਨਿਗਾਈ ਸੀ। ਬਾਬੇ ਦੀ ਬਾਣੀ ਨੇ ਐਵੇਂ ਨਹੀਂ ਸੀ ਕਹਿਆ, ਸਤੀਆਂ ਇਹ ਨਾ ਆਖੀਆਂ ਮੜੀਆਂ ਲੱਗ ਜਨਨ, ਨਾਨਕ ਸਤੀਆਂ ਜਾਣੀਏ ਜੇ ਬਿਰਹਾਂ ਚੋਟ ਮਰਨ। ਸਤੀ ਉਹ ਨਹੀਂ ਜਿਹੜੀ ਪਤੀ ਨਾਲ ਸੜ ਜਾਏ, ਸਤੀ ਉਹ ਹੈ ਜਿਹੜਾ ਉਹਦੀ ਸਾਰੀ ਯਾਦ ਵਿੱਚ ਸਾਰੀ ਜ਼ਿੰਦਗੀ ਨਿਗਾਦਾ ਹੈ। ਇਹ ਗੁਰੂ ਅਮਰਦਾਸ ਸਾਹਿਬ ਦੇ ਬੋਲ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਬੀਬੀ ਮੁਮਤਾਜ਼ ਸਾਡੇ ਲਈ ਰੋਲ ਮਾਡਲ ਹੈ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਖਾਸ ਕਰ ਸਾਡਾ ਪ੍ਰਬੰਧਕ ਢਾਂਚਾ, ਸਾਡਾ ਪ੍ਰਚਾਰਕ ਲਾਣਾ ਸ਼੍ਰੇਣੀ ਸੁਧਰ ਜਾਏ ਤਾਂ ਬੜਾ ਕੁਝ ਭਲਾ ਹੋ ਜਾਏ। ਇਹ ਬਹੁਤਾ ਰੋਟੀਆਂ ਕਾਰਨ ਤੇ ਚੌਧਰਾਂ ਕਾਰਨ ਹੀ ਚੱਲ ਰਿਹਾ, ਕਿਵੇਂ ਕਰ ਦਿਓ। ਉਹ ਜਦੋਂ ਮੈਂ ਬੀਬੀ ਮੁਮਤਾਜ਼ ਦੀ ਕਹਾਣੀ ਪੜ੍ਹਦਾ ਨਾ, ਮੈਂ ਕਈ ਵਾਰੀ ਸੁਣਾਉਂਦਾ ਹੁੰਦਾ। ਪ੍ਰਿੰਸੀਪਲ ਸੁਰਿੰਦਰ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਨੇ ਇੱਕ ਵਾਰੀ ਸਿੱਖ ਫੁਲਵਾੜੀ 'ਚ ਲਿਖਿਆ ਸੀ, ਔਰ ਸੱਚੀ ਘਟਨਾ ਹੈ। ਨੰਗਲ, ਭਾਖੜਾ ਨੰਗਲ ਜਿਹਨੂੰ ਕਹਿੰਦੇ, ਪਤਾ ਕਰ ਲਿਓ ਜਾ ਕੇ, ਅੱਜ ਵੀ ਹੈ ਉੱਥੇ, ਕਿਹੜਾ ਕੋਈ ਦੂਰ ਹੈ। ਸਿੰਘ ਸਭਾ ਗੁਰਦੁਆਰਾ ਹੈ ਨੰਗਲ ਸ਼ਹਿਰ, ਨੰਗਲ ਟਾਊਨ ਦੇ ਅੰਦਰ। ਉੱਥੇ ਪ੍ਰਧਾਨ ਸੀ ਹਰਚਰਨ ਸਿੰਘ, ਗੁਰਚਰਨ ਸਿੰਘ ਉਹਨਾਂ ਦਾ ਨਾਂ ਲਿਖਿਆ। ਸਿੱਖ ਫੁਲਵਾੜੀ 'ਚ ਸੱਚੀ ਘਟਨਾ ਲਿਖੀ ਕਿਉਂਕਿ ਪ੍ਰਿੰਸੀਪਲ ਸਾਹਿਬ ਉੱਥੇ ਆਪ ਵਿੱਚ ਹਾਜ਼ਰ ਸੀ। ਉਹਨਾਂ ਆਨੰਦ ਕਾਰਜ 'ਚ ਖੁਦ ਹਾਜ਼ਰ ਸੀ। ਕਹਿਣ ਲੱਗੇ ਜਦੋਂ ਬਰਾਤ ਆਈ, ਲਾੜਾ ਘੋੜੇ ਤੇ ਚੜ ਕੇ ਆਇਆ ਨਾ, ਤੇ ਜਿਹੜੇ ਪ੍ਰਧਾਨ ਸੀ ਸਰਦਾਰ ਗੁਰਚਰਨ ਸਿੰਘ ਹੋਣੀ, ਤੇ ਸ਼ੱਕ ਜਿਹਾ ਪਿਆ ਲਾੜੇ ਨੂੰ, ਜਾ ਕੇ ਕਹਿਣ ਲੱਗੇ ਉਹ ਪੁੱਤਰਾ ਆ ਜਿਹੜਾ ਲਾਇਆ ਹੋਇਆ ਸਿਹਰਾ ਜਿਹਾ ਪਾਸੇ ਕਰ। ਇਹ ਮਨ ਮਤਾਂ ਹੱਲੇ ਵੀ ਲੱਤੀ ਫਿਰਦੀਆਂ, ਸਿਹਰਾ ਅਗਲਾ ਅੰਨਾ ਕਾਣਾ ਹੋਵੇ ਵੀ ਉਹਨਾਂ ਚਿਰ ਢੱਕ ਰੱਖੋ, ਮੁੜ ਕੇ ਲਾਵਾਂ ਹੋ ਗਈਆਂ ਫੇਰ ਤੇ ਕਹਿਣਾ ਹੁਣ ਫਸ ਗਈ, ਵੱਜ ਗਈ। ਚੋਰ ਏਦਾਂ ਚੱਲਦਾ ਹੁੰਦਾ ਸੀ ਪੁਰਾਣੇ ਸਮਿਆਂ 'ਚ। ਇਹ ਬਟਣਾ ਮਲਣਾ ਵੀ ਅੱਗੇ ਕਦੇ ਨਹਾਤਾ ਨਹੀਂ, ਰਗੜ ਦਿਓ ਥੋੜਾ ਚਿੱਟਾ ਜਿਹਾ ਕਰ ਦਿਓ, ਕਈ ਕੁਝ ਮਨ ਮਤਾਂ ਅਲਾਮਤਾਂ ਅਸੀਂ ਲਾਈ ਬੈਠੇ ਆਪਣੇ ਨਾਲ। ਉਹ ਕਹਿਣ ਲੱਗਾ ਵੀ ਆਪਰੇ ਕਰ ਆਪਣਾ ਚਿਹਰੇ ਤੋਂ ਸਿਹਰਾ, ਉਹ ਪਾਸੇ ਕੀਤਾ। ਤੇ ਸਰਦਾਰ ਗੁਰਚਰਨ ਸਿੰਘ ਕਹਿਣ ਲੱਗੇ ਵੀ ਸੱਜਣੋਂ ਵਿਆਹ ਨਹੀਂ ਹੋ ਸਕਦਾ, ਆਨੰਦਕਾਰੀ ਦੀ ਡੋਲੀ ਲੈ ਜਾਓ ਵਾਪਸ, ਸਖੀਮਾ ਕਰ ਬਰਾਤ ਲੈ ਜਾਓ ਵਾਪਸ। ਪੁੱਛਿਆ ਕਾਰਨ? ਕਹਿਣ ਲੱਗੇ ਜੀ ਬਾਜ਼ਾਰ 'ਚ ਜਾਓ, ਸਮਾਨ ਦੇਖੋ, ਭਾਈ ਉਹਦੇ ਬਦਲੇ ਤੁਹਾਨੂੰ ਕੋਈ ਨਕਲੀ ਦੇਣਾ ਚਾਹੇ, ਟੁੱਟਾ ਫੁੱਟਾ ਦੇਣਾ ਚਾਹੇ, ਤੁਸੀਂ ਨਹੀਂ ਲੈਂਦੇ? ਕਹਿਣ ਲੱਗੇ ਜੀ ਨਹੀਂ ਲੈਂਦੇ। ਕਹਿਣ ਲੱਗਾ ਮੈਂ ਗੁਰਦੁਆਰੇ ਦਾ ਪ੍ਰਧਾਨ,
ਲੋਕਾਂ ਨੂੰ ਸਟੇਜ ਤੇ ਖੜ ਕੇ ਅਨਾਉਂਸ ਕਰਦਾ ਵੀ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਇਹ ਮੈਂ ਸਟੇਜ ਤੇ ਕਹਿੰਦਾ ਗੁਰਦੁਆਰੇ ਦਾ ਪ੍ਰਧਾਨ ਹੋ ਕੇ। ਪਰ ਕਮਾਲ ਹੈ, ਜਿੱਦਣ ਮੈਂ ਆਪਣੀ ਧੀ ਲਈ ਬੇਟਾ ਲੱਭਣ ਗਿਆ ਸੀ ਨਾ, ਵਰ ਲੱਭਣ ਗਿਆ ਸੀ, ਉਦਣ ਮੈਂ ਸਾਬਤ ਸੂਰਤ ਬੇਟਾ ਦੇਖਿਆ ਸੀ। ਅੱਜ ਇਹਦੀ ਦਾੜੀ ਕਤਰੀ ਹੋਈ ਏ। ਮੇਰੇ ਘਰ ਪਤਿਤ ਸਿੱਖ ਆਣ ਕੇ ਢੁੱਕ ਗਿਆ। ਮੈਂ ਕਿਹੜੇ ਮੂੰਹ ਨਾਲ ਸਟੇਜ ਤੇ ਖੜ ਕੇ ਕਵਾਂਗਾ ਵੀ ਸਿੱਖੋ ਅੰਮ੍ਰਿਤ ਛਕੋ, ਕੇਸਾਂ ਦੀ ਬੇਅਦਬੀ ਨਾ ਕਰਿਆ ਕਰੋ? ਕਿਹੜੇ ਮੂੰਹ ਨਾਲ ਕਵਾਂਗਾ? ਮੈਂ ਬੀਬੀ ਮਮਤਾਜ ਤੋਂ ਆਇਆ, ਟਕਿਆ ਹੋਇਆ ਕਿ ਮੈਂ ਕਰਿਓ। ਹਲੇ ਤੇ ਚਮਕੌਰ ਸਾਹਿਬ ਦਾ ਸਾਕਾ ਹੀ ਨਹੀਂ ਆਪਾਂ ਸ਼ੁਰੂ ਕੀਤਾ। ਕਹਿਣ ਲੱਗੇ ਬਰਾਤ ਵਾਪਸ ਲੈ ਜਾਓ। ਬੜਾ ਸਮਝਾਇਆ, ਮੁੰਡਾ ਕਹਿਣ ਲੱਗਾ ਜੀ ਕੋਈ ਨਹੀਂ ਮੈਂ ਦਾੜੀ ਰੱਖ ਲਾਂਗਾ। ਕਹਿਣ ਲੱਗੇ ਕਾਕਾ ਹੁਣ ਕਹਿਣਾ, ਆਨੰਦ ਕਾਰਜ ਹੋ ਗਿਆ, ਤੇਰੇ ਵਰਗੇ ਬਿਟਰ ਜਾਣਾ ਮੁੜ ਕੇ ਕਹਿਣਾ ਹੁਣ ਤਾਂ ਹੋ ਗਿਆ ਕੰਮ, ਜੋ ਮਰਜ਼ੀ ਕਰ ਲੋ। ਤੇ ਕਿਤੇ ਮੰਨਣਾ ਹੁੰਦਾ ਏਦਾਂ ਜ਼ਿਆਦਾਤਰ। ਫਿਰ ਤੇ ਬੰਦਾ ਜਿੱਦ ਵਾਲੇ ਪਾਸੇ ਨੂੰ ਤੁਰ ਪੈਂਦਾ। ਮੈਂ ਦੇਖੇ ਹੋ ਜਾਏ। ਕਹਿਣ ਲੱਗੇ ਨਹੀਂ ਜੀ ਇਹ ਨਹੀਂ ਹੋ ਸਕਦਾ। ਉਹ ਜਦੋਂ ਚਾਰਾ ਨਾ ਚੱਲਿਆ ਤੇ ਸਿਆਣੇ ਅਖਵਾਉਣ ਵਾਲੇ, ਇੱਕ ਤੇ ਸਿਆਣੇ ਸਾਡੇ ਚ ਬਹੁਤ ਨੇ। ਮੱਤਾਂ ਪੁੱਠੀਆਂ ਦੇਣ ਵਾਲਿਆਂ ਨੂੰ ਸਾਡਾ ਸਮਾਜ ਸਿਆਣੇ ਕਹਿੰਦਾ। ਜਿਹੜਾ ਵਿਆਹਾਂ ਵੇਲੇ ਕਹੇਗਾ ਵੀ ਜੜੇ ਜਠੇਰਿਆਂ ਨੂੰ ਪੂਜ ਲਓ, ਇੱਥੇ ਆ ਵੀ ਕਰ ਲਓ, ਜੋ ਪਖੰਡ ਉਹ ਕਹਿਣਗੇ ਜੀ ਇਹ ਤਾਂ ਸਿਆਣੇ ਆ। ਤੇ ਮੈਨੂੰ ਕਈ ਵਾਰੀ ਸ਼ਰਮ ਆਉਂਦੀ ਵੀ ਇਹਨਾਂ ਲਈ ਲਫ਼ਜ਼ ਵਰਤਣ ਦੇ ਸਿਆਣੇ ਆਹ ਸਿਆਣੇ ਹੁੰਦੇ ਨੇ। ਸਿਆਣਾ ਤਾਂ ਉਹ ਆ ਜਿਹੜਾ ਗੁਰੂ ਦੇ ਰਾਹ ਤੇ ਤੁਰੇ। ਉਹ ਸਿਆਣੇ ਅਖੌਤੀ ਇਕੱਠੇ ਹੋਏ, ਉਹਨਾਂ ਦਾ ਚਾਰਾ ਚੱਲਿਆ ਨਹੀਂ ਤੇ ਦੇਖਿਆ ਸਿੱਧੇ ਜਾ ਵੱਜੇ ਉਸ ਬੱਚੀ ਕੋਲ। ਸਰਦਾਰ ਗੁਰਚਰਨ ਸਿੰਘ ਦੀ ਧੀ ਨੂੰ ਕਹਿਣ ਲੱਗੇ ਵੀ ਧੀਏ ਇੱਕ ਗੱਲ ਆ, ਤੂੰ ਮੰਨ ਜਾ ਵੀ ਮੈਂ ਤਿਆਰ ਆਨੰਦ ਕਾਰਜਾਂ ਲਈ, ਪਿਓ ਤੇਰੇ ਨੂੰ ਮੰਨਣਾ ਹੀ ਪੈਣਾ, ਪਿਓ ਤੇਰੇ ਨੂੰ ਝੁਕਣਾ ਹੀ ਪੈਣਾ, ਤੂੰ ਕਹਿ ਦੇ। ਔਰ ਸ਼ਾਬਾਸ਼ ਉਹ ਸ਼ੇਰ ਬੱਚੀ ਦੇ। ਕਹਿਣ ਲੱਗੀ ਜੋ ਮੇਰਾ ਬਾਪੂ ਕਹਿੰਦਾ ਹੈ ਨਾ ਉਹੋ ਹੀ ਪੂਰਾ ਹੋਣਾ, ਬਰਾਤ ਵਾਪਸ ਲੈ ਜਾਓ। ਇਹ ਆਨੰਦ ਕਾਰਜ ਨਹੀਂ ਜੇ ਹੋ ਸਕਦਾ, ਔਰ ਨਹੀਂ ਹੋਇਆ ਸੀ। ਬਰਾਤ ਵਾਪਸ ਮੋੜ ਦਿੱਤੀ ਸੀ। ਅੱਜ ਅੰਦਰ ਸਾਡੇ ਜ਼ਰੂਰਤ ਹੈ, ਅਸੀਂ ਇਹ ਘਟਨਾਵਾਂ ਕਦੋਂ ਪੜ੍ਹਨੀਆਂ, ਕਦੋਂ ਸੁਣਾਉਣੀਆਂ ਨੇ? ਬੀਬੀ ਮਮਤਾਜ ਦੀ ਮੈਂ ਇੰਨਾ ਖੋਲ ਕੇ ਤੁਹਾਡੇ ਸਾਹਮਣੇ ਸਾਖੀ ਪੇਸ਼ ਕਰਕੇ ਰੱਖ ਦਿੱਤੀ, ਬੜਾ ਖਲਾਰਾ ਜਿਹਾ ਪਾ ਕੇ। ਔਰ ਉਹਦੇ ਬਾਪੂ ਦੇ ਰਿਸ਼ਤੇਦਾਰੀਆਂ ਕਿੰਨੀਆਂ। ਹਲੇ ਤੇ ਮੈਂ ਖੋਲੀਆਂ ਕੱਖ ਨਹੀਂ, ਟਾਈਮ ਦੇ ਵਿੱਚ ਭੱਜਾ ਜਾ ਰਿਹਾ, ਥੋੜਾ ਜਿਹਾ ਤੇਜ਼ੀ ਨਾਲ ਚੱਲ ਰਿਹਾ। ਬੀਬੀ ਮਮਤਾਜ ਨੂੰ ਪੜ੍ਹੋ। ਮੈਂ ਬਾਰ-ਬਾਰ ਕਹਿੰਦਾ, ਸਤਵੰਤ ਸਿੰਘ ਦੀ ਸਿੰਘਣੀ ਤੇ ਕਿਤਾਬ ਲਿਖੀ ਹੋਈ ਹੈ ਪੱਗ ਦੀ ਲਾਜ। ਬੀਬੀ ਸੁਰਿੰਦਰ ਕੌਰ ਦਾ ਜੀਵਨ ਲਿਖਿਆ, ਪੱਗ ਦੀ ਲਾਜ, ਗੁਰਬਾਜ ਬਲਰਾਜ ਸਿੰਘ ਬਾਜਾ ਦੀ ਲਿਖੀ ਹੋਈ ਕਿਤਾਬ ਹੈ, ਉਹਨੂੰ ਜ਼ਰੂਰ ਪੜ੍ਹੋ। ਸਿੱਖੀ ਕਿੱਦਾਂ ਕਮਾਈ ਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਆਰਾ ਸਿੱਖ ਭਾਈ ਬਚਿੱਤਰ ਸਿੰਘ ਕੋਟਲਾ ਨਿਹੰਗ ਵਿੱਚ ਸ਼ਹੀਦੀ ਪਾਉਂਦਾ, ਉੱਥੇ ਕਾਲ ਚਲਾਣਾ ਕਰ ਜਾਂਦਾ। ਸਤਿਗੁਰੂ ਕਲਗੀਧਰ ਪਾਤਸ਼ਾਹ ਇੱਥੋਂ 94 ਸਿੱਖਾਂ ਦੇ ਨਾਲ ਚਮਕੌਰ ਸਾਹਿਬ ਪਹੁੰਚਦੇ ਨੇ। ਗਿਣਤੀ ਦੇ ਸਿੱਖ ਨੇ ਨਾਲ ਭੁੱਖੇ ਤੇ ਆਏ ਹੋਏ। ਚਮਕੌਰ ਸਾਹਿਬ ਜਿੱਥੇ ਸਤਿਗੁਰੂ 1703 ਵਿੱਚ ਪਹਿਲਾਂ ਵੀ ਆ ਚੁੱਕੇ ਨੇ। ਇਹ ਨਹੀਂ ਵੀ ਗੁਰੂ ਸਾਹਿਬ ਪਹਿਲੀ ਵਾਰੀ ਉੱਥੇ ਆਏ ਨੇ, ਚਮਕੌਰ ਸਾਹਿਬ 1 ਸਾਲ ਪਹਿਲਾਂ ਵੀ ਆਏ ਨੇ। ਕਦੇ ਧਿਆਨ ਦਿਓ, ਚਮਕੌਰ ਸਾਹਿਬ ਜਾਓਗੇ ਨਾ, ਉੱਥੇ ਇੱਕ ਗੁਰਦੁਆਰਾ ਦਮਦਮਾ ਸਾਹਿਬ ਹੈ। ਉਹ ਦਮਦਮਾ ਸਾਹਿਬ ਬਗੀਚਾ ਸੀ, ਬਾਗ ਸੀ ਬੜਾ ਵੱਡਾ ਬੁੱਧੀ ਚੰਦ ਹੋਣਾ ਦਾ। ਉੱਥੇ ਸਤਿਗੁਰੂ ਉਦੋਂ ਰੁਕੇ ਸੀਗੇ। ਸਤਿਗੁਰੂ ਸਾਰਾ ਇਲਾਕੇ ਦੇ ਜਾਣ ਪਛਾਣ ਸੀ, ਜਾਣਕਾਰ ਸੀ। ਬੁੱਧੀ ਚੰਦ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਮੇਰੀ ਹਵੇਲੀ 'ਚ ਆਰਾਮ ਕਰੋ। ਔਰ ਇਤਿਹਾਸ ਕਹਿੰਦਾ ਹੈ ਸਤਿਗੁਰੂ ਕਲਗੀਧਰ ਪਾਤਸ਼ਾਹ ਗਿਣਤੀ ਦੇ ਸਿੱਖਾਂ ਨਾਲ ਚਮਕੌਰ ਦੀ ਗੜੀ, ਬੁੱਧੀ ਚੰਦ ਦੀ ਹਵੇਲੀ ਵਿੱਚ, ਕੱਚੀ ਗੜੀ ਵਿੱਚ ਸਤਿਗੁਰੂ ਜਾਂਦੇ। ਔਰ ਪ੍ਰਿੰਸੀਪਲ ਸਰਵਣ ਸਿੰਘ ਨੇ ਲਿਖਿਆ, ਗੜੀ ਦੇ ਵਿੱਚ ਸਤਿਗੁਰਾਂ ਨੇ ਪੂਰਾ ਇੱਕ ਰਾਉਂਡ ਲਾਇਆ, ਇੱਕ ਚੱਕਰ ਲਾਇਆ। ਪਤਾ ਨਹੀਂ ਕੀ ਖਿਆਲ ਹੈ ਮੇਰੇ ਬਾਪੂ ਦਾ। ਆਪਣੇ ਕੋਲੋਂ ਖੰਜਰ ਕੱਢਿਆ ਤੇ ਖੰਜਰ ਕੱਚੀ ਗੜੀ ਦੀ ਕੰਧ ਵਿੱਚ ਮਾਰਿਆ। ਉਹਦੇ ਵਿੱਚੋਂ ਮਿੱਟੀ ਦੀ ਡਲੀ ਜੀ ਕੱਢੀ, ਹੱਥ ਤੇ ਰੱਖੀ, ਉਹਨੂੰ ਫੇਆ, ਉਹਦੀ ਮਿੱਟੀ ਮਸਲੀ, ਉਹਦੇ ਵੱਲ ਬੜੀ ਨੀਝ ਲਾ ਕੇ ਵੇਖਿਆ, ਹਲਕਾ ਜਿਹਾ ਸਿਰ ਝੁਕਾ ਕੇ ਫੂਕ ਮਾਰ ਕੇ ਉਡਾਤਾ। ਪ੍ਰਿੰਸੀਪਲ ਸਰਵਣ ਸਿੰਘ ਕਹਿੰਦੇ, ਭਾਈ ਦਇਆ ਸਿੰਘ ਨੇ ਪੁੱਛ ਲਿਆ, ਕਹਿਣ ਲੱਗੇ ਦਾਤਾ ਇਹ ਕੀ ਪਿਆ ਕਰਦਾ? ਇਹ ਮਿੱਟੀ ਦੀ ਢੇਲੀ ਜੀ ਕਿਉਂ ਕੱਢੀ, ਮਿੱਟੀ ਦੀ ਢੀਮ ਜੀ ਕਿਉਂ ਕੱਢੀ ਏ? ਦਾਤੇ ਆਖਿਆ, ਭਾਈ ਦਇਆ ਸਿਆ ਆ ਜਿਹੜੀ ਤੂੰ ਨਿੱਕੀ ਜੀ ਹਵੇਲੀ ਵੇਖਦਾ ਨਾ, ਕੱਚੀ ਗੜੀ ਪਿਆ ਵੇਖਦਾ ਏ ਨਾ, ਆਉਣ ਵਾਲਾ ਕੱਲ ਦਾ ਦਿਨ ਇਹੋ ਜਿਹਾ, ਇਹਦੇ ਸਾਹਮਣੇ ਵੱਡੇ ਵੱਡੇ ਕਿਲੇ ਨਿਮਾਣੇ ਪੈ ਜਾਣਗੇ, ਇਹਦੇ ਸਾਹਮਣੇ ਨਿੱਕੇ ਪੈ ਜਾਣਗੇ ਉਹਨਾਂ ਦਾ ਇਤਿਹਾਸ। ਇਸ ਕੱਚੀ ਗੜੀ ਦਾ ਛਾਨਾ ਮੱਤੀ ਇਤਿਹਾਸ ਲੋਕ ਯਾਦ ਕਰਿਆ ਕਰਨਗੇ। ਇਹ ਉਹ ਕੱਚੀ ਗੜੀ ਹੋਏਗੀ ਜਿੱਥੇ ਮੈਂ ਸਭ ਕੁਝ ਲਟਾਵਾਂਗਾ। ਇਹ ਉਹ ਕੱਚੀ ਗੜੀ ਹੋਏਗੀ ਜਿੱਥੇ 1.25 ਲੱਖ ਨਾਲ ਇੱਕ ਯੋਧਾ ਲੜਾ ਕੇ ਦਿਖਾਵਾਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਕਵੀ ਅੱਲਾਜਾਰ ਖਾਂ ਜੋਗੀ ਨੇ ਤਾਂ ਹੀ ਲਿਖਿਆ ਸੀ ਨਾ, ਜਿਸ ਖਿੱਤੇ में हमको था आना जे वही है, कल लुट के जिस जहां पे जाना जे वही है, जिस जहां पे बच्चों को कत्ल है कराना जे वही है। चमकौर दी गड़ी दे अंदर धन गुरु कलगीधर पातशाह विचर रहे ने। मैनू खेमा कर दियो, दुखांत है।
1976 ਤੱਕ ਕੱਚੀ ਗੜੀ ਸਾਬਤ ਸੀ ਕਾਰ ਸੇਵਾ ਦੇ ਨਾਂ ਤੇ। ਜਦੋਂ 300 ਸਾਲਾ ਮਨਾਇਆ ਗਿਆ ਨਾ 2004 ਦੇ ਅੰਦਰ, ਅਜੀਤ ਅਖਬਾਰ ਦਾ ਪੱਤਰਕਾਰ ਸੀ ਸਵਰਨ ਸਿੰਘ ਭੰਗੂ, ਉਹ ਜਿਹੜੇ 1976 ਵਿੱਚ ਗੜੀ ਢਾਉਣ ਵਾਲੇ ਸੀ ਨਾ, ਕਾਰ ਸੇਵਾ ਕਰਨ ਵਾਲੇ, ਉਹਨੇ 15-20 ਉਹ ਬਜ਼ੁਰਗ ਇਲਾਕੇ ਦੇ ਇਕੱਠੇ ਕਰ ਲਏ। ਉਹਨਾਂ ਦੀ ਫੋਟੋ ਲਾਈ, ਮੇਰੇ ਕੋਲ ਸਾਂਭੀ ਹੋਈ ਹੈ, ਮੈਂ ਅਖਬਾਰ ਦੀ ਕਟਿੰਗ ਉਹਦੀ ਰੱਖੀ ਹੋਈ ਹੈ। ਕਿਸੇ ਨੂੰ ਲੋੜ ਹੋਵੇ ਦੇਖਣਾ ਹੋਵੇ ਤੇ ਇਤਿਹਾਸਕ ਸਰੋਤ ਹੈ ਸਾਡਾ ਸਾਂਭਣ ਵਾਲੀ ਚੀਜ਼ਾਂ। ਉਹ ਭੰਗੂ ਉਹਨਾਂ ਨੂੰ ਪੁੱਛਦਾ, ਸਵਰਨ ਸਿੰਘ ਵਿੱਚ ਭਲਿਓ ਸੱਚ ਦੱਸਿਓ, ਕੱਚੀ ਗੜੀ ਢਾਹ ਕੇ ਕਾਰ ਸੇਵਾ ਕਰਕੇ ਤੁਸੀਂ ਪੁੰਨ ਖੱਟਿਆ ਕਿ ਪਾਪ ਕੱਟਿਆ? ਕਹਿਣ ਲੱਗਾ ਮੇਰੇ ਸਵਾਲ ਕਰਦਿਆਂ ਸਾਰੇ ਰੋਏ ਨੇ। ਕੱਚੀ ਗੜੀ ਢਾਹ ਕੇ ਅਸੀਂ ਪੁੰਨ ਨਹੀਂ, ਅਸੀਂ ਪਾਪ ਖੱਟਿਆ। ਉਹ ਕਲਗੀਆਂ ਵਾਲੇ ਦੀ ਚਰਨ ਛੋਹ ਤੇ ਸਾਡੇ ਅੰਦਰੋਂ ਕਲਪਨਾ ਸੀ, ਦਾਤਿਆ ਕਿੱਥੇ ਕਿੱਥੇ ਕਦਮ ਰੱਖੇ ਸੀ। ਉਹ ਕਿਹੜੀ ਥਾਂ ਹੈ ਜਿੱਥੇ ਸਾਡੇ ਭਰਾ ਆਖਰੀ ਵੇਲੇ ਇੱਥੇ ਆਣ ਕੇ ਵਿਚਰੇ ਹੋਣਗੇ ਮੇਰੇ ਦਾਤੇ ਦੇ। ਉਹਨਾਂ 40 ਸਿੰਘਾਂ ਨੇ ਕਿੱਥੇ ਕਿੱਥੇ ਮੋਰਚੇ ਲਾਏ ਹੋਣਗੇ, ਕਿੱਥੇ ਭਾਈ ਸੰਗਤ ਸਿੰਘ ਬੈਠਾ ਹੋਵੇਗਾ, ਕਿੱਥੇ ਮੇਰਾ ਬਾਪੂ ਬੈਠਾ ਕਹਿੰਦਾ ਸ਼ਾਮ ਨੂੰ ਭਲਿਓ ਲੋਕੋ ਭਾਵੇਂ ਦੁਸ਼ਮਣ ਘੇਰਾ ਪਾ ਰਿਹਾ ਏ ਪਰ ਚੇਤੇ ਰੱਖੋ ਸੋਦਰ ਦਾ ਵੇਲਾ ਹੋ ਗਿਆ, ਚਲੋ ਸਾਰੇ ਰਹਿਰਾਸ ਸਾਹਿਬ ਕਰੀਏ। ਸਾਨੂੰ ਚੇਤੇ ਆਇਆ ਕਦੇ? ਦੁਸ਼ਮਣ ਘੇਰ ਰਿਹਾ ਗੜੀ ਨੂੰ, ਸ਼ਾਮਾਂ ਦਾ ਵੇਲਾ, ਤੇ ਬਾਪੂ ਮੇਰਾ ਕਹਿੰਦਾ ਚਲੋ ਸੋਦਰ ਦਾ ਪਾਠ ਕਰੀਏ ਰਲ ਮਿਲ ਕੇ। ਸਾਨੂੰ ਤਾਂ ਨਹੀਂ ਚੇਤੇ ਆਉਂਦਾ। ਸਾਨੂੰ ਤਾਂ ਸਾਰੇ ਸੁੱਖ ਆਰਾਮਾਂ ਵਿੱਚ ਕਿਸੇ ਨੂੰ ਕਹਿ ਦੋ ਵੀ ਭਾਈ ਜੀ ਚਲੋ ਰਹਿਰਾ ਸਾਹਿਬ ਕਰ ਲਈ, ਅਗਲਾ ਲੈ ਕੋਈ ਨਹੀਂ ਫੇਰ ਕਰ ਲਾਂਗੇ, ਫੇਰ ਕਰ ਲਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੀਵਾਨ ਸਜਾਇਆ, ਸੋਦਰ ਦੀ ਬਾਣੀ ਦਾ ਪਾਠ ਹੋਇਆ, ਸਿੱਖ ਥੱਕੇ ਟੁੱਟੇ ਸੀ। ਅੱਲਾ ਯਾਰ ਖਾਂ ਜੋਗੀ ਕਹਿੰਦਾ ਇਹ ਸਿੱਖ ਜਿੱਥੇ ਥਾਂ ਮਿਲੀ ਲੰਮੇ ਪੈ ਗਏ, ਲੇਟ ਗਏ, ਔਰ ਲੇਟੇ ਹੀ ਨਹੀਂ। ਕਿਸੇ ਦੀ ਜਦੋਂ ਥੱਕੇ ਹੋਏ ਸੀ ਨਾ, ਇੰਨੇ ਦਿਨਾਂ ਦੇ ਭੁੱਖੇ ਤੇ ਆਏ ਸੀ, ਕਿਸੇ ਦੀ ਪੱਗ ਉਤਰ ਕੇ ਦੂਰ ਰੁੜ ਕੇ ਡਿੱਗ ਪਈ, ਕਿਸੇ ਦੇ ਕੇਸ ਖਿੰਡ ਗਏ, ਕੇਸ ਖਿਲਰ ਗਏ। ਧੰਨ ਗੁਰੂ ਗੋਬਿੰਦ ਸਿੰਘ ਅੱਲਾ ਯਾਰ ਖਾਂ ਕਹਿੰਦਾ ਦਾਤਿਆ ਤੇਰੇ ਵਰਗਾ ਪੀਰ ਨਹੀਂ ਲੱਭਣਾ, ਤੇਰੇ ਵਰਗਾ ਗੁਰੂ ਨਹੀਂ ਲੱਭਣਾ ਦੁਨੀਆ ਦੇ ਅੰਦਰ। ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ, ਮੈਂ ਜੋਗੀ ਬਾਰੇ ਦੱਸ ਨਹੀਂ ਸਕਦਾ ਕਿਉਂਕਿ ਟਾਈਮ ਭੱਜਾ ਜਾ ਰਿਹਾ, ਉਹ ਵੀ ਕਮਾਲ ਦੀ ਮਹਾਨ ਸ਼ਖਸੀਅਤ ਸੀ। ਅੱਲਾ ਯਾਰ ਖਾਂ ਜੋਗੀ ਕਹਿੰਦਾ ਸਤਿਗੁਰੂ ਕਮਾਲ ਹੋ ਗਈ। ਕਲਗੀਆਂ ਵਾਲਾ ਜਦੋਂ ਵੇਖਦਾ ਸਿੱਖ ਜਿੱਥੇ ਥੱਕੇ ਟੁੱਟੇ ਨੇ, ਕੋਈ ਆਪਣੀਆਂ ਲੱਤਾਂ ਆਪ ਘੁੱਟਦਾ, ਮੇਰਾ ਬਾਪੂ ਜਾ ਕੇ ਉਹਦੀਆਂ ਲੱਤਾਂ ਘੁੱਟਣ ਲੱਗ ਪੈਂਦਾ, ਉਹਦੇ ਚਰਨ ਘੁੱਟਣ ਲੱਗ ਪੈਂਦਾ। ਕਹਿਣ ਲੱਗਾ ਇਹੋ ਜਿਹਾ ਗੁਰੂ ਕਦੇ ਦੇਖਿਆ ਹੋਵੇਗਾ? ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖ ਦੀ ਕਿਸੇ ਦੀ ਦਸਤਾਰ ਪਰੇ ਡਿੱਗੀ, ਉਹਨੂੰ ਚੁੱਕਦੇ, ਉਹਨੂੰ ਪਿਆਰ ਨਾਲ ਝਾੜਦੇ, ਉਹਨੂੰ ਚੁੰਮਦੇ ਨੇ, ਛੁੱਤੇ ਹੋਏ ਪਿਆਰ ਨਾਲ ਸਿੱਖਾਂ ਨੂੰ ਗਲ ਨਾਲ ਲਾਉਂਦੇ ਨੇ। ਇਹਨਾਂ ਕੱਲ ਨੂੰ ਨਹੀਂ ਜੇ ਮਿਲਣਾ ਹੈਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਕੇਸਾਂ ਨੂੰ ਚੁੱਕ ਕੇ ਇਕੱਠਾ ਕਰਕੇ ਜੂੜਾ ਕਰਦੇ ਨੇ। ਬਾਬਾ ਅੱਲਾ ਯਾਰ ਖਾਂ ਜੋਗੀ ਲਿਖਦਾ, ਕਹਿਣ ਲੱਗਾ ਉਹ ਗੁਰੂ ਕਲਗੀਆਂ ਵਾਲਿਆ ਤੇਰੇ ਬਾਰੇ ਮੈਂ ਕੀ ਲਿਖਾ। ਉੱਥੇ ਉਹਨੇ ਇਹ 2 ਸ਼ੇਰ ਲਿਖੇ ਨੇ, ਕਰਤਾਰ ਕੀ ਸੁਗੰਧ ਹੈ ਬਾ ਨਾਨਕ ਕੀ ਕਸਮ ਹੈ, ਜਿਤਨੀ ਵੀ ਉਹ ਤਾਰੀਫ ਗੁਰੂ गोविंद की वो कम है, वो कम है। इंसाफ गर करे जमाना तो यकीन है, कह दे कि गुरु गोविंद का कोई सानी नहीं है। दातिया तेरी बराबरता केड़ा, वो सरसे वाला बाहरला लिबास पा के गुरु गोबिंद सिंह दी बराबरता कर लेगा। भेड़ दे उत्ते शेर दी खल पा दिओ, कदे शेर बन जाएगा? केड़ा बराबरता कर लेगा? गुरपूरा भेटियो बडभागी मने पिया, परगासा कोई ना पहुंचन हारा, दूजा अपने साहिब का कोई ना पहुंचन हारा, दूजा भरोसा तो रख। नहीं भरोसा करके तो कोई स्वामियां दे तुरिया होया, कोई नूर महल नूं तुरिया, कोई सरसे नूं तुरिया, क्योंकि भरोसा नहीं है। असीं बाहरों सिख हुंदे जी, सिख हुंदे, वो करके ते दिखा ले। गुरु ने जुल्म के खिलाफ लड़ना सिखाया, सतगुरु सिखां नूं प्यार पै करदे ने। ਇਹ ਉਹ ਖਿੱਤਾ ਹੈ ਜਿੱਥੋਂ ਕੱਲ ਨੂੰ ਲੁੱਟ ਕੇ ਜਾਣਾ। ਜੋਗੀ ਕਹਿੰਦਾ ਸਤਿਗੁਰੂ ਉੱਥੇ ਪਿਆਰ ਨਾਲ ਬੈਠੇ ਕਹਿ ਰਹੇ ਨੇ, ਥੇ 4 ਹੈ 2 ਸਿਹਰ ਜੇਪੀ ਨਾ ਹੋ ਕੇ। 4 ਸੀ 2 ਰਹਿ ਗਏ ਨੇ, ਤੇ ਕੱਲ ਨੂੰ ਇਹ ਵੀ ਨਹੀਂ ਹੋਣੇ। ਥੇ 4 है 2 सिहर जेपी ना होंगे, हम सबर करेंगे अगर जेपी ना होंगे। दातिया कोई गल नहीं, 4 की जगह 2 रहेगा, 2 भी नहीं रहणगे तो फिर शुक्र करेंगे, कोई नहीं तेरे सी, कोई गल नहीं, कोई चक्कर। अल्लाह यार खां जोगी उत्ते विच बढ़ बढ़ के लिखदा, इन्नी गहराई नाल लिखदा, कमाल कर रहा है। इतिहास कहंदा है घेरा पाया गया। घेरा पाउण वाले भी कमाल दे सी, किते वजीर खां, किते रुस्तम खां, किते हुसैन खां, किते मलेरकोटले वाला शेर मुहम्मद खां, किते नाहर खां, किते पहाड़ी राजे आले दुआलेओ, गढ़वालीए आले दुआले इलाके दे गुज्जर रंगड़। 10 लाख लफ्ज वरतिया गुरु गोबिंद सिंह महाराज ने जफरनामे दे अंदर। बेअंत भीड़ां आले दुआले इकट्ठियां होईयां। आखिर चमकौर दी गड़ी दा जंग शुरू हुंदा।
ਦੂਜੇ ਦਿਨ 22 ਦਸੰਬਰ ਨੂੰ ਸਵੇਰ ਨੂੰ ਜੰਗ ਸ਼ੁਰੂ ਹੁੰਦਾ। ਇਤਿਹਾਸ ਕਹਿੰਦਾ ਕਲਗੀਧਰ ਪਾਤਸ਼ਾਹ ਦੀ ਗੜੀ ਦੇ ਬਾਹਰ 2 ਸਿੱਖ ਖੜੇ ਨੇ, ਗੜੀ ਦੇ ਦਰਵਾਜ਼ੇ ਤੇ 2 ਸਿੱਖ ਖੜੇ ਨੇ। ਇੱਕ ਦਾ ਨਾਂ ਹੈ ਭਾਈ ਮਦਨ ਸਿੰਘ, ਇੱਕ ਦਾ ਨਾਂ ਹੈ ਭਾਈ ਕੋਠਾ ਸਿੰਘ, ਕਈਆਂ ਲਿਖਿਆ ਕਈਆਂ ਨੇ ਕਾਠਾ ਸਿੰਘ ਲਿਖਿਆ। ਇਹ ਦੋਨੋਂ ਸਗੇ ਭਰਾ ਨੇ ਜਿਹੜੇ ਗੜੀ ਦੇ ਬਾਹਰ ਦਰਵਾਜ਼ੇ ਤੇ ਖੜੇ ਨੇ ਨਾ, ਮਦਨ ਸਿੰਘ ਤੇ ਕੋਠਾ ਸਿੰਘ। ਇਹ ਫਤਿਹਗੜ੍ਹ ਸਾਹਿਬ ਦੇ ਲਾਗੇ ਪਿੰਡ ਪੁਗਰਾਣਾ, ਬਰਾਦਰੀ ਦੇ ਰਵਿਦਾਸ। ਮੈਨੂੰ ਖਿਮਾ ਕਰਿਓ, ਇਤਿਹਾਸ ਦੱਸਣ ਲਈ ਮੈਂ ਕਹਿ ਰਿਹਾ। ਮੈਂ ਇਹ ਨਹੀਂ ਚਾਹੁੰਦਾ ਵੀ ਬਰਾਦਰੀਵਾਦ ਤੋਂ ਸਾਡੀ ਸਿੱਖੀ ਤੇ ਉੱਤੇ ਦੀਆਂ ਗੱਲਾਂ ਕਰਦੀ ਨਾ, ਸਿਰਫ ਇਹ ਵੀ ਪਤਾ ਲੱਗੇ ਵੀ ਇਹ ਇਤਿਹਾਸ ਨਹੀਂ, ਇਹ ਕਾਲਪਨਿਕ ਸਟੋਰੀਆਂ ਨਹੀਂ, ਸੱਚ ਹੈ। ਅੱਜ ਵੀ ਉਸ ਪਿੰਡ ਵਿੱਚ ਜਾ ਕੇ ਪਤਾ ਕੀਤਾ ਜਾ ਸਕਦਾ। ਪੁੰਗਰਾਣਾ ਪਿੰਡ ਫਤਿਹਗੜ੍ਹ ਸਾਹਿਬ ਦੇ ਨੇੜੇ ਰਵਿਦਾਸੀਏ ਬਰਾਦਰੀ ਵਿੱਚੋਂ ਸਨ ਭਾਈ ਮਦਨ ਸਿੰਘ, ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਦੇ ਕਵੀਆਂ ਵਿੱਚ ਵੀ ਜਿਨ੍ਹਾਂ ਦਾ ਨਾਂ ਦਰਜ ਹੈ। ਭਾਈ ਕਾਠਾ ਸਿੰਘ ਇਹ ਬਾਹਰ ਖੜੇ ਨੇ ਗੜੀ ਦੇ ਬਾਹਰ ਦਰਵਾਜ਼ੇ ਉੱਤੇ। ਇਤਿਹਾਸ ਕਹਿੰਦਾ ਹੈ ਸਭ ਤੋਂ ਪਹਿਲਾਂ ਜਦੋਂ ਦੁਸ਼ਮਣ ਅੱਗੇ ਵੱਧਦਾ ਨਾ ਤੇ ਸਤਿਗੁਰੂ ਦੇ ਇਹ ਦੋਨੋਂ ਸਿੱਖ ਸ਼ਹੀਦੀਆਂ ਪਾਉਂਦੇ ਨੇ। ਚਮਕੌਰ ਦੀ ਗੜੀ ਦੇ ਸਭ ਤੋਂ ਪਹਿਲੇ 2 ਸ਼ਹੀਦ। ਅਸੀਂ ਤੇ ਬਰਾਦਰੀਆਂ ਤੋਂ ਉੱਪਰ ਹੀ ਨਹੀਂ ਨਾ ਉੱਠ ਸਕੇ ਅਗੇ, ਅਸੀਂ ਤੇ ਦੁਰਕਾਰੇ ਇਹਨਾਂ ਵੀ ਵੱਖਰੇ ਝੰਡੇ ਲਾਏ ਨੇ ਆਪਣੇ। ਬਾਬੇ ਰਵਿਦਾਸ ਦੇ ਨਾਂ ਦੇ ਉੱਤੇ ਕੋਈ ਕੁਛ ਚੱਕੀ ਫਿਰਦਾ, ਕੋਈ ਵੱਖਰਾ ਹੀ ਪੰਥ ਬਣਾਈ ਫਿਰਦਾ, ਕੋਈ ਵੱਖਰਾ ਹੀ ਗ੍ਰੰਥ ਬਣਾਈ ਫਿਰਦਾ ਹੈ। ਰੱਬੀ ਰਾਖਾ ਉਧਰਲਾ ਪਾਸਾ ਵੀ, ਕਿਉਂਕਿ ਸਾਧ ਲਾਣਾ ਕਾਬਜ ਹੋ ਗਿਆ ਨਾ, ਸਾਧ ਲਾਣਾ ਕਾਬਜ ਹੋ ਗਿਆ। ਜਿੰਨਾ ਬਚ ਲਓਗੇ ਸ਼ਬਦ ਨਾਲ ਜੁੜ ਜਾਓਗੇ ਉਨਾ ਹੀ ਸਾਡਾ ਭਲਾ, ਉਨਾ ਹੀ ਸਾਡਾ ਭਲਾ। ਔਰ ਇਹ ਭਾਈ ਮਦਨ ਸਿੰਘ, ਭਾਈ ਕਾਠਾ ਸਿੰਘ, ਸਭ ਤੋਂ ਪਹਿਲਾਂ ਚਮਕੌਰ ਦੀ ਗੜੀ ਵਿੱਚ ਇਹ 2 ਸਿੱਖ ਸ਼ਹੀਦ ਹੁੰਦੇ ਨੇ। 2 ਸਿੱਖ। ਨਾਹਰ ਸਿੰਘ ਵਰਗਾ ਅੱਗੇ ਹੋ ਕੇ ਵੱਧਦਾ ਕੱਚੀ ਗੜੀ ਦੇ ਨੇੜੇ ਹੋਣ ਲਈ ਸਤਿਗੁਰੂ ਇੱਕ ਤੀਰ ਦੇ ਨਾਲ ਨਾਹਰ ਖਾਨ ਨੂੰ ਉੱਥੇ ਚਿੱਤ ਕਰਦੇ ਨੇ। ਇਤਿਹਾਸ ਕਹਿੰਦਾ ਹੈ ਸਭ ਤੋਂ ਪਹਿਲਾਂ ਕੱਚੀ ਗੜੀ ਵਿੱਚੋਂ ਜੇ ਕੋਈ ਬਾਹਰ ਨਿਕਲ ਜਾ ਕੇ ਲੜਿਆ ਸੀ ਨਾ, ਉਹ ਕੱਲਾ ਮਰਦ ਸੂਰਮਾ ਭਾਈ ਮੋਹਕਮ ਸਿੰਘ ਸੀ। 5 ਪਿਆਰਿਆਂ ਦੇ ਵਿੱਚੋਂ ਭਾਈ ਮੋਹਕਮ, ਮੈਂ ਕੱਲੇ ਕੱਲੇ ਨੂੰ ਫਰੋਲਣ ਲੱਗਾ ਤੇ ਬੜਾ ਲੰਮਾ ਟਾਈਮ ਹੋ ਜਾਣਾ, ਖਿਮਾ ਕਰ ਦਿਓ। ਭਾਈ ਮੋਹਕਮ ਸਿੰਘ ਜਿਹਨੇ ਇੱਥੇ ਚਮਕੌਰ ਦੀ ਗੜੀ 'ਚ ਇਹ ਬਚਨ ਅਟੱਲ ਕਰਕੇ ਦਿਖਾਲਿਆ ਸੀ, 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਾਉਂ। ਸਭ ਤੋਂ ਪਹਿਲਾਂ ਭਾਈ ਮੋਹਕਮ ਸਿੰਘ ਕੱਲਾ ਜਾ ਕੇ ਲੜਿਆ ਸੀਗਾ। ਉਦੋਂ ਬਾਅਦ ਗੁਰੂ ਕੇ ਸਿੱਖ ਤੁਰਦੇ ਨੇ, ਜਿਨ੍ਹਾਂ ਦੇ ਅੰਦਰ ਭਾਈ ਮਨੀ ਸਿੰਘ ਦੇ ਬੇਟੇ ਭਾਈ ਅਨਕ ਸਿੰਘ, ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ, ਜਿਨ੍ਹਾਂ ਦੇ ਅੰਦਰ ਭਾਈ ਦਾਨ ਸਿੰਘ ਵਰਗੇ ਗੁਰੂ ਕੇ ਸਿੱਖ ਅੱਗੇ ਵੱਧਦੇ ਨੇ। 5 ਸਿੱਖਾਂ ਦੀ ਗਿਣਤੀ ਸ਼ੁਰੂ ਹੁੰਦੀ ਏ। ਭਾਈ ਰਾਮ ਸਿੰਘ ਵਰਗੇ, ਭਾਈ ਧੰਨਾ ਸਿੰਘ ਵਰਗੇ, ਜਿਹੜੇ ਕਵੀ ਵੀ ਹੋਏ ਨੇ ਮਹਾਨ। ਮੈਂ ਬੰਬੇ ਬੇਨਤੀ ਕੀਤੀ ਸੀ, ਬੜੀ ਲੰਮੀ ਚੌੜੀ ਉਹਨਾਂ ਨੇ CD ਬਣਾਈ, ਗੁਰੂ ਕੇ ਲਾਡਲ, ਸ਼ਾਇਦ ਇੱਕ ਅੱਧੀ ਮੇਰੇ ਕੋਲ ਗੱਡੀ 'ਚ ਹੋਵੇ ਵੀ, ਉਹ ਕਈ ਘੰਟਿਆਂ ਦੀ ਹੈ। ਉਹ ਇੱਕ ਖੋਲਣ ਦੀ ਕੋਸ਼ਿਸ਼ ਕੀਤੀ, ਇੱਕ ਸਿੰਘ ਦੇ ਬਾਰੇ ਦੱਸਿਆ ਵੀ ਇਹ ਹੈ ਕੌਣ ਸੀ, ਉਹਦੀ ਡਿਟੇਲ ਦੇਣ ਦੀ ਕੋਸ਼ਿਸ਼ ਕੀਤੀ ਸੀ। 5 ਸਿੰਘ ਜਾਂਦੇ ਨੇ, ਸ਼ਹੀਦੀਆਂ ਪਾਉਂਦੇ, ਲੜਦੇ ਨੇ। ਤੇ ਬਾਬਾ ਅਜੀਤ ਸਿੰਘ ਫਿਰ ਅੱਗੇ ਹੋ ਕੇ ਸਤਿਗੁਰਾਂ ਨੂੰ ਕਹਿੰਦਾ, ਦਾਤਿਆ ਇੱਕ ਸਵਾਲ ਹੱਲ ਕਰ ਦਿਓ। ਕਹਿਣ ਲੱਗੇ ਦੱਸੋ। ਬਾਣੀ ਦੀ ਪੰਕਤੀ ਹੈ, ਗੁਰਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਸਤਿਗੁਰੂ ਕਹਿਣ ਲੱਗੇ ਵੀ ਸੌਖੇ ਜਿਹੇ ਤੇ ਅਰਥ ਨੇ, ਗੁਰੂ ਫਰਕ ਨਹੀਂ ਕਰਦਾ ਮਿੱਤਰਾਂ ਪੁੱਤਰਾਂ ਭਰਾਵਾਂ ਨਾਲ, ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ। ਕਿਉਂਕਿ ਬਾਣੀ 'ਚ ਤਾਂ ਲਿਖਿਆ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸੇ ਲੈ ਮਿਲਾਏ ਜੀਓ, ਜਿਹਦੇ ਘਰ ਫਰਕ ਨਹੀਂ, ਜਿਹਦੇ ਘਰ ਵਿਤਕਰਾ ਨਹੀਂ। ਤੇ ਸਤਿਗੁਰੂ ਮੇਰੇ ਨਾਲ ਵਿਤਕਰਾ ਕਿਉਂ? ਕਹਿਣ ਲੱਗੇ ਕੀ ਤੇਰੇ ਨਾਲ ਵਿਤਕਰਾ? ਕਹਿਣ ਲੱਗੇ ਮੈਂ ਇਹ ਮੇਰੇ ਭਰਾਵਾਂ ਨੂੰ ਜਿੱਥੇ ਭੇਜ ਰਹੇ ਹੋ ਜੰਗ ਦੇ ਮੈਦਾਨ ਵਿੱਚ ਲੜਨ ਲਈ, ਸ਼ਹੀਦੀਆਂ ਪਾਉਣ ਲਈ, ਤੇ ਦਾਤਾ ਮੇਰੇ ਤੇ ਕਿਉਂ ਨਹੀਂ ਕਿਰਪਾ ਕਰਦੇ? ਕਲਗੀਆਂ ਵਾਲੇ ਨੂੰ ਚਾਹ ਚੜ ਗਿਆ। ਕਹਿਣ ਲੱਗੇ ਪੁੱਤਰਾ ਤੈਨੂੰ ਸੱਚ ਦੱਸਾਂ, ਜਿੱਦਣ ਅਜੀਤ ਸਿਆ ਮੈਂ ਆਪਣੇ ਬਾਪੂ ਨੂੰ, ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਵਾਲੇ ਪਾਸੇ ਤੋਰਿਆ ਸੀ ਨਾ ਸ਼ਹੀਦੀ ਪਾਉਣ ਦੇ ਲਈ, ਉਦਣ ਮੈਂ ਧਰਮੀ ਪੁੱਤ ਬਣਿਆ ਸੀ। ਅੱਜ ਤੂੰ ਕਹਿੰਦਾ ਜੰਗ ਦੇ ਮੈਦਾਨ ਸ਼ਹੀਦੀ ਪਾਵਾਂ, ਪੁੱਤਰਾ ਤੈਨੂੰ ਤੋਰ ਕੇ ਮੈਂ ਧਰਮੀ ਪਿਓ ਬਣ ਜਾਵਾਂਗਾ। ਉਦਣ ਧਰਮੀ ਪੁੱਤ ਬਣਿਆ ਸੀ, ਅੱਜ ਮੈਂ ਧਰਮੀ ਪਿਓ ਬਣ ਜਾਵਾਂਗਾ। ਪੁੱਤਰਾ ਮੇਰੇ ਅੰਦਰ ਹਿੱਚ ਸੀ ਵੀ ਤੂੰ ਲੜੇ ਜੰਗ ਦੇ ਮੈਦਾਨ ਵਿੱਚ ਜਾ ਕੇ, अंदर ख्वाहिश थी तुझे तेग चलाते हुए देखे, हम आंख से तुझे बरसी खाते हुए देखे। कलगीधर पातशाह ने ये गल कही सी। ते बाबा अजीत सिंह कहने लगे दाता नाम का अजीत हूं, जीता नहीं जाऊंगा, जीता जो गया तो जीता नहीं आऊंगा। अजीत सिंह तब करो अरदासा, देखो फलसफा, जाना मौत लाड़ी नूं वरन लईए,
ਅਰਦਾਸ ਨਹੀਂ ਭੁੱਲਦੀ, ਸਾਨੂੰ ਹਰ ਗੱਲ ਤੇ ਭੁੱਲ ਜਾਂਦੀ। ਉਹ ਤੁਰ ਲੱਗਾ, ਹੱਥ ਜੋੜ ਲਿਆ ਕਰ, ਵਾਹਿਗੁਰੂ ਕਿਰਪਾ ਕਰੀ, ਭਾਵੇਂ ਮੌਤ ਦੇ ਲਾੜੀ ਵਾਲੇ ਪਾਸੇ ਜਾ ਰਹੇ। ਅਜੀਤ ਸਿੰਘ ਤਬ ਕਰਿਓ ਅਰਦਾਸਾ, ਕਹੋ ਪਿਤਾ ਜੀ ਅੱਜ ਦੇਖਿਓ ਤਮਾਸ਼ਾ, ਬਾਪੂ ਦੇਖੀ ਅੱਜ ਤੇਰਾ ਪੁੱਤ ਕਮਾਲਾਂ ਕੀ ਕਰਦਾ ਹੈ। ਇਤਿਹਾਸ ਕਹਿੰਦਾ ਕਲਗੀਧਰ ਪਾਤਸ਼ਾਹ ਆਪ ਹੱਥੀਂ ਸਤਿਗੁਰੂ ਬਾਬਾ ਅਜੀਤ ਸਿੰਘ ਜੀ ਨੂੰ ਤੋਰਦੇ ਨੇ, ਕਹਿਣ ਲੱਗੇ ਜਾ ਪੁੱਤਰਾ अजीत सिंह जा, तुझे अल्लाह को सौंपा, मर जाओ या मारो सिक्खी को ना विसारो, तुझे अल्लाह को सौंपा। अल्लाह यारखां जोगी बार बार इन्हां चीजां दी तकीद करदा, रब दा नां ना भुलाई पुत्रा, भावें जंग दे मैदान च लड़ के शहीद हो जी। बाबा अजीत सिंह जिहदे नाल 5 प्यारियां विचों भाई हिम्मत सिंह ते भाई सहब सिंह नूं तोरिया जांदा, बाबा अजीत सिंह दे नाल। ਹੁਣ ਭਾਈ ਹਿੰਮਤ ਸਿੰਘ ਕਿੱਥੇ ਜਗਨਨਾਥਪੁਰੀ ਦਾ ਵਾਸੀ, ਭਾਈ ਸਾਹਿਬ ਸਿੰਘ ਕਿੱਥੇ ਬਿਦਰ ਦਾ ਵਾਸੀ। ਔਰ ਕਮਾਲ ਇਹ ਹੈ ਵੀ ਇਹ ਗੁਰੂ ਸਾਹਿਬ ਦੇ ਹਮ ਉਮਰ ਸੀ, ਤਕਰੀਬਨ ਨੇੜੇ ਦੇ ਸੀਗੇ। ਇਹ ਸਤਿਗੁਰੂ ਦੇ ਨਾਲ ਖੇਲਦੇ ਮਲਦੇ ਰਹੇ। ਔਰ ਕੋਈ 17 ਸਾਲ ਦੀ ਛੋਟੀ ਉਮਰ ਵਿੱਚ ਪਹਿਲਾਂ ਆ ਗਿਆ ਸੀ, ਕੋਈ ਬਚਪਨ ਵਿੱਚ। ਜਿਵੇਂ ਭਾਈ ਸਾਹਿਬ ਸਿੰਘ ਦੇ ਬਾਰੇ ਪੜੋ, ਉਹ ਚਮਨ ਲਾਲ ਜੀ ਦਾ ਪੁੱਤਰ ਸੀਗਾ ਬਿਦਰ ਦਾ। ਛੋਟੇ ਹੁੰਦੇ ਹੀ ਭਾਈ ਚਮਨ ਲਾਲ ਇਹਨਾਂ ਨੂੰ ਸਤਿਗੁਰੂ ਦੀ ਹਜ਼ੂਰੀ ਚ ਲੈ, ਗੁਰੂ ਤੇਗ ਬਹਾਦਰ ਸਾਹਿਬ ਦੀ ਹਜ਼ੂਰੀ ਵਿੱਚ ਵੀ ਆ ਗਏ ਸੀ। ਇਤਿਹਾਸ ਤਾਂ ਏਦਾਂ ਵੀ ਕਹਿੰਦਾ। ਇਹ 2 ਪਿਆਰੇ, 5 ਪਿਆਰਿਆਂ ਚ 2 ਪਿਆਰੇ, ਮੋਹਕਮ ਸਿੰਘ ਸ਼ਹੀਦ ਹੋ ਚੁੱਕਾ, ਸਾਹਿਬ ਸਿੰਘ ਤੇ ਹਿੰਮਤ ਸਿੰਘ, ਇਹ 2 ਬਾਬਾ ਅਜੀਤ ਸਿੰਘ ਦੇ ਨਾਲ ਅੱਗੇ ਵੱਧਦੇ ਨੇ। ਦੋਨੋਂ ਹੀ ਲੜ ਕੇ ਸ਼ਹੀਦੀਆਂ ਪਾਉਂਦੇ ਨੇ। ਬਾਬਾ ਅਜੀਤ ਸਿੰਘ ਜਦੋਂ ਬਾਹਰ ਨਿਕਲਦਾ ਨਾ, ਇਤਿਹਾਸ ਕਹਿੰਦਾ ਇੱਕ ਵਾਰੀ ਤੇ ਦੁਸ਼ਮਣ ਠਠੰਬਰ ਗਿਆ। ਕਿਉਂ? ਕਿਸੇ ਨੇ ਪੜ੍ਹਿਆ ਹੀ ਨਹੀਂ ਸੀ, ਕਿਸੇ ਗ੍ਰੰਥ ਅੰਦਰ ਕਦੇ ਸੁਣਿਆ ਹੀ ਨਹੀਂ ਸੀ ਵੀ ਪਿਓ ਆਪਣੇ ਜਵਾਨ ਪੁੱਤ ਨੂੰ, ਨਹੀਂ ਤੇ ਨਿਆਣਿਆਂ ਨੂੰ ਆਪਾਂ ਬਚਾਈਦਾ। ਇੱਕ ਸਾਡੀ ਬਦਕਿਸਮਤੀ ਵੇਖਿਓ, ਮੈਨੂੰ ਖਿਮਾ ਕਰ ਦਿਓ, ਕੌੜਾ ਏ, ਮੈਂ ਆਪਣੇ ਘਰ 'ਚ ਵੀ ਕਹਿੰਦਾ ਹੁੰਦਾ। ਬਾਕੀ ਕੋਈ ਮੰਨੇ ਨਾ ਮੰਨੇ ਫੈਮਿਲੀ ਪਲੈਨਿੰਗ ਨੂੰ, ਤੇ ਸਾਡੇ ਸਿੱਖਾਂ ਤਾਂ ਪਹਿਲਾਂ ਹੈ ਇੱਕ ਹੀ ਬੜਾ ਜੀ। ਦੂਜਾ ਹੋ ਜਾਏ ਬੱਚੀ ਤੇ ਕਹਿਣਗੇ ਲੈ ਜੀ ਫੈਮਿਲੀ ਕੰਪਲੀਟ ਹੋ ਗਈ, ਵਧਾਈਆਂ ਜੀ ਵਧਾਈਆਂ। ਇੱਕ ਬੱਚਾ ਹੈ ਨਾ, ਕੌਮ ਤੇ ਭੀੜ ਬਣ ਆਣ ਜਾਏ। ਮੇਰੇ ਸਮੇਤ ਕਿਹੜਾ ਮਾਈ ਦਾ ਲਾਲ ਹੈ ਜਿਹੜਾ ਆਪਣੇ ਪੁੱਤ ਨੂੰ, ਸਾਰਿਆਂ ਨੇ ਕਹਿਣਾ ਮੇਰਾ ਬਚ ਜਾਏ, ਬਾਕੀ ਭਾਵੇਂ ਸਾਰੇ ਮਰ ਜਾਣ। ਅੱਗੇ ਭਾਈ ਮਨੀ ਸਿੰਘ ਵਰਗਿਆਂ ਦੇ 10 ਸੀ। ਕਦੇ ਇਤਿਹਾਸ ਪੜੋ, 5 ਸ਼ਹੀਦ ਹੁੰਦੇ ਨੇ ਚਮਕੌਰ ਦੇ ਸਾਕੇ ਤੱਕ ਇਕੱਠੇ, 5 ਸ਼ਹੀਦ। ਇਤਿਹਾਸ ਦਾ ਵਿਦਿਆਰਥੀ ਪੜ੍ਹ ਕੇ ਹੈਰਾਨ ਹੁੰਦਾ, ਜਿਸ ਟੱਬਰ ਦੇ ਇੱਕ ਨਹੀਂ 5 ਜੀ ਸ਼ਹੀਦ ਹੁੰਦੇ ਨੇ। ਦੂਜੇ ਦਿਨ ਸੂਰਜ ਚੜ੍ਹਦਿਆਂ ਉਸੇ ਟੱਬਰ ਚੋਂ ਮੋਹਰਲੀ ਕਤਾਰ 'ਚ ਫੇਰ ਟੱਬਰ ਖੜਾ ਹੁੰਦਾ ਵੀ ਅਸੀਂ ਵੀ ਸ਼ਹੀਦ ਹੋਣਾ, ਅਸੀਂ ਵੀ ਸ਼ਹੀਦ ਹੋਣਾ। ਅਸੀਂ ਤੇ ਇੱਕ ਜੰਮਿਆ ਨਾ, ਲਕੋ ਰੱਖਣਾ ਸਾਰਿਆਂ ਨੇ। ਤੇ ਸਿੱਖੀ ਕਿੱਧਰ ਨੂੰ ਜਾਏਗੀ? ਤੁਸੀਂ ਇਹਨੂੰ ਚੰਗੀ ਤਰ੍ਹਾਂ ਠਰਮੇ ਨਾਲ ਸੋਚਣਾ। ਉਹਨਾਂ ਸੋਚਿਆ ਨਹੀਂ ਸੀ, ਕਦੇ ਪੜ੍ਹਿਆ ਨਹੀਂ ਸੀ, ਸੁਣਿਆ ਨਹੀਂ ਸੀ ਵੀ ਪਿਓ ਜਵਾਨ ਪੁੱਤ ਨੂੰ ਵਿਆਹੁਣ ਦੀ ਜਗ੍ਹਾ ਮਰਨ ਦੇ ਲਈ ਤੋਰਦੇ। ਬਾਬਾ ਅਜੀਤ ਸਿੰਘ ਜਦੋਂ ਗੜੀ ਚੋਂ ਨਿਕਲਦੇ ਨੇ ਨਾ, ਇੱਕ ਵਾਰੀ ਹਿੱਲ ਗਏ ਸਾਹਮਣੇ ਵੇਖ ਕੇ, ਬਣਿਆ ਕੀ? ਥੋੜਾ ਜਿਹਾ ਤੁਸੀਂ ਕਈ ਵਾਰੀ ਇਹ ਘਟਨਾਵਾਂ ਸੁਣੀਆਂ ਹੋਣਗੀਆਂ, ਦੁਹਰਾਉਣ ਲਈ, ਕਿਉਂਕਿ ਇਹਨਾਂ ਦਿਨਾਂ ਵਿੱਚ ਸੁਣਾਈਆਂ ਜਾਣੀਆਂ, ਦੁਹਰਾਉਣ ਲਈ ਮਾਫੀ ਚਾਹਾਂਗਾ। ਰਾਮਚੰਦਰ ਜੀ ਨੂੰ ਬਾਪੂ ਖੁਦ ਬਨਵਾਸ ਦਿੰਦਾ, ਪੁੱਤ ਦਾ ਵਿਛੋੜਾ ਨਹੀਂ ਝੱਲਿਆ ਜਾਂਦਾ, ਦਿਸਦਾ ਜਿੰਨੀ ਦੂਰ ਨਿਗਾਹ ਨਾਲ ਦੇਖੀ ਜਾਂਦਾ। ਮਹਿਲਾਂ ਤੇ ਚੜ ਕੇ ਜਦੋਂ ਦੂਰ ਹੁੰਦਾ ਪੁੱਤ, ਉੱਤੋਂ ਡਿੱਗ ਕੇ ਭੁਆਂਟੜੀ ਖਾ ਕੇ ਡਿੱਗ ਕੇ ਮਰਦਾ। ਪੁੱਤ ਦਾ ਵਿਛੋੜਾ ਨਹੀਂ ਝੱਲਿਆ ਜਾਂਦਾ। ਇਬਰਾਹੀਮ ਖੁਦਾ ਦੇ ਨਾਂ ਦੇ ਉੱਤੇ ਆਪਣੇ ਪੁੱਤ ਨੂੰ ਜ਼ਿਬਾਹ ਕਰਨਾ ਚਾਹੁੰਦਾ, ਜਿਵੇਂ ਜਾਨਵਰ ਜ਼ਿਬਾਹ ਕਰਦੇ ਨੇ, ਕਤਲ ਕਰਦੇ ਨੇ, ਕਲਮਾ ਪੜ੍ਹ ਕੇ, ਪਰ ਕਹਿੰਦਾ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦਿਓ, ਮੈਂ ਪੁੱਤਰ ਨੂੰ ਕਤਲ ਹੁੰਦਾ ਨਹੀਂ ਵੇਖ ਸਕਦਾ। ਕੰਨਾਂ 'ਚ ਰੂੰ ਦੇ ਤੂੰਬੇ ਦੇ ਦਿਓ, ਮੈਂ ਪੁੱਤ ਦੀਆਂ ਚੀਕਾਂ ਆਵਾਜ਼ਾਂ ਨਹੀਂ ਜੇ ਸੁਣ ਸਕਦਾ ਹੈਗਾ। ਕਦੇ ਅਰਜਨ ਨੂੰ ਪੜੋ, ਸਾਹਮਣੇ ਪਤਾ ਲੱਗਦਾ ਅਭਿਮਨਿਊ ਚੱਕਰ ਵੀ ਉਹਦੇ ਵਿੱਚ ਲੜ ਕੇ ਮਾਰਿਆ ਗਿਆ। ਅਰਜਨ ਹਥਿਆਰ ਸਿੱਟ ਦਿੰਦਾ, ਕਿਹਦੇ ਲਈ ਲੜਨਾ? ਪੁੱਤ ਨੂੰ ਰਾਜ ਦਿਵਾਉਣਾ, ਪੁੱਤ ਮਰ ਗਿਆ, ਹੁਣ ਕੀ ਲੈਣਾ, ਛੱਡੋ, ਦਫਾ ਕਰੋ। ਪੁੱਤ ਦੇ ਮੌਤ ਦੇ ਕਾਰਨ ਰਾਮਚੰਦਰ ਦਾ ਬਾਪੂ ਚੜਾਈ ਕਰਦਾ, ਇਬਰਾਹੀਮ ਰੋਂਦਾ ਹੈ, ਅਰਜੁਨ ਰੋਂਦਾ। ਔਰ ਇੱਥੇ ਬਸ ਨਹੀਂ, ਜਿਹਨੂੰ ਲੋਕ ਗੁਰੂ ਕਹਿੰਦੇ ਨੇ, ਦਰੋਣਾਚਾਰੀਆ, ਕੁਲ ਗੁਰੂ ਦਰੋਣਾਚਾਰੀਆ, ਇਹਨੂੰ ਪਤਾ ਲੱਗਦਾ। ਹਾਲਾਂਕਿ ਮਾਰਿਆ ਉਹਨਾਂ ਨੇ ਹਾਥੀ ਸੀ, ਝੂਠ ਬੋਲਿਆ ਸੀ, ਅਕਸ਼ੋਦਾਮਾ ਹਤੋ। ਹੌਲੀ ਦੇਣੀ ਕਹਿੰਦੇ ਪਤਾ ਨਹੀਂ ਗੱਜ ਸੀ, ਪਤਾ ਨਹੀਂ ਬੰਦਾ ਸੀਗਾ, ਇਦਾਂ ਲਿਖਿਆ ਉਹਨਾਂ ਦੇ ਅੰਦਰ। ਮਹਾਭਾਰਤ ਪੜ੍ਹ ਲਿਓ। ਅਕਸ਼ਦਾਮਾ ਹਤੋ, ਉਹਦੇ ਮੁੰਡੇ ਦਾ ਨਾਂ ਅਕਸ਼ਦਾਮਾ ਸੀ। ਉਹ ਮਾਰਿਆ ਹਾਥੀ ਸੀ, ਉਹਨੇ ਸੋਚਿਆ ਮੇਰਾ ਮੁੰਡਾ ਮਰ ਗਿਆ। ਦਰੋਣਾਚਾਰੀਆ ਨੇ ਉੱਥੇ ਹਥਿਆਰ ਸਿੱਟ ਤੇ, ਇਹਨਾਂ ਸਾਰਿਆਂ ਨੇ ਤੀਰਾਂ ਨਾਲ ਬਿੰਨ ਕੇ ਦਰੋਣਾਚਾਰੀਆ ਇਦਾਂ ਮਾਰਿਆ ਸੀ। ਪੁੱਤ ਦੇ ਮੂੰਹ 'ਚ ਮਰੇ। ਇੱਕ ਨਹੀਂ, ਬੜੀਆਂ ਘਟਨਾਵਾਂ, ਕਿੰਨੀਆਂ ਘਟਨਾਵਾਂ। ਪਰ ਇੱਥੇ ਤੇ ਕੰਮ ਨਰਾਲਾ, ਕਲਗੀਧਰ ਪਾਤਸ਼ਾਹ ਬਾਪੂ ਖੁਦ ਤੋਰਦੇ ਨੇ, ਅਜੀਤ ਸਿੰਘ ਨੂੰ ਤਿਆਰ ਕਰਦੇ ਨੇ, ਪੁੱਤਰ ਜਾ, ਤੈਨੂੰ ਤੁਝੇ ਅੱਲਾਹ ਕੋ ਸੌਂਪਾ, ਜਾ ਪੁੱਤਰਾ, ਰੱਬ ਦੇ ਵਾਸਤੇ ਜਾ, ਸਿੱਖੀ ਦਾ ਨਾਂ ਨਿਸ਼ਾਨ ਤੇ ਝੰਡੇ ਚਲਾ। ਬਾਬਾ ਅਜੀਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ ਦੇ ਨਾਲ ਨਿਕਲਦਾ।
इतिहास कहता है तीरां दी झड़ी ला छड़दा बाबा अजीत सिंह। तीर मुकदे ने पत्थे विचों, किरपान कढ के लड़दे ने, आखिर दे विच नेजे नाल भी लड़दे ने। एक नेजा मारिया तुरकदे, ओदी छाती विच गड्ढिया गया, नेजा टुट गया। बाबा अजीत सिंह दे घोड़े ते अनेकां बार होए, उत्थे घोड़ा डिगदा, घोड़ा शहीद हुंदा, पूरा हुंदा घोड़ा। बाबा अजीत सिंह घोड़े तो उतर के किरपान बोंदे ने, तलवार चलाउंदे ने। इतिहास कहंदा बैरी वेखिया हुण कल्ला रह गया, ते बहुतात लोग इकट्ठे होके फिर बाबा अजीत सिंह ते हमला करदे ने। बाबा अजीत सिंह उत्थे शहीदी पाउंदे ने। बापू साडा सामने माउंटी ते बैठा कच्ची गड़ी दी आ चीजां एहसास करनियां सीगियां, किवें पापा साडा वेखदा होएगा उत्थे बह के पुੱਤ नूं डिगदियां होया, बस पुੱਤ मेरा गया। सामने बैठा जदों कहंदा है ना, देखिया अजीत सिंह डिग पिया ते अल्लाह यार खां जोगी पता की कहंदा है, बापू साडा रोया नहीं। बापू कहण लगा शाबाश पिसर, पिसर पुत्रा शाबाश तेरे, शाबाश पिसर बा खूब लड़े हो, क्यों ना हो गोबिंद के फरजंद बड़े हो, तू गुरु गोबिंद सिंह दा पोते आ, शाबाश पुत्रा, ना रोशन करता, शाबाश पिसर बा खूब लड़े हो, क्यों ना हो गोबिंद के फरजंद बड़े हो। जोगी अल्लाह यार खा कहण लगा इत्थे बस नहीं, बापू ने नाले बोले सो निहाल दा जकारा लाया, नाले कहंदा तेरी अमानत अदा हुई। कालपुरख वाहिगुरू जी आ तुसी अमानत दित्ती सी, मैं तुहाडे नां दे उत्ते अदा कर दित्ती, अदा कर दित्ती। थोड़ा जिहा होर लवांगा टाइम, 2-4 मिनट किवें कर दिओ, मैनूं पता टकाओ बड़ा। मैनूं ना इत्थे आण के जदों भी मैनूं बड़ा आनंद, मैं ਸਿੰਘਣੀ नाल भी गल्लां करदा सीगा भी कपूरथले रेल कोच फैक्टरी जाके ना चित करदा मैं लग्गा ही रवां, लग्गा, क्योंकि तुसीं भौरे वांगू प्यासे वांगू बैठे रहिंदे हो, टिके रहिंदे हो, ते स्वाद भी उत्थे ही आउंदा। ते जिथे हलचल होवे गल्लां होण ते मन करदा भी चल मना किहनां नूं सुणाउण दे ते सुण नहीं, कदरदार ही नहीं। 5 मिनटां च मैं समाप्ति कर देनी। जदों बाबा अजीत सिंह डिग्या, शहीद होया, ते बापू साडे ने जकारे छड्डे। इतिहास कहंदा है बाबा अजीत सिंह दे शहीद हुंदियां ही बाबा जुझार सिंह अगे आ गया, कहण लगा बापू मेरे ते भी रहमत कर, मेरे ते भी कृपा कर। और उत्थे बोल लिखे ने विद्वानां ने, ये चीज़ां रिश्तेदारियां किदां निभाई दियां ने, भरावां दे प्यार किदां दे हुंदे ने, सानू पढ़ना पेगा। बाबा जुझार सिंह कहण लगा पिताजी मेरे ते कृपा करो। पूछिया क्यों? कहण लगा सी बाई से बिछड़कर मुझे जीना नहीं आता, खाना नहीं, पीना नहीं, सोना नहीं भाता। बापू भरा नालों विछड़ के खाण नूं कोई चंगा नहीं, पीण नूं चंगा नहीं, सौण नींद नहीं जे आउंदी बापू, वो जीण नूं चित नहीं करदा। भाई से बिछड़कर मुझे जीना नहीं आता, खाना नहीं, पीना नहीं, सोना नहीं भाता। उदों बापू खुश होया सी, कहण लगा पुत्रा तेरे बारे भी कमा, ख्वाहिश थी तुझे तेग चलाते हुए देखे हम, आंख से तुझे बरसी खाते हुए देखे। जुझार सिंह मेरे दिल दी इच्छा सी, मेरे मन दी इच्छा सी तू भी उस रस्ते ते जावें। धन गुरु गोबिंद सिंह सच्चे पातशाह ने किवें जुझार सिंह नूं सजाया, छोटी जी कलगी लाई, आप हत्थी तैयार किया, सतगुरु आप तोड़ते ने। जदों गड़ी दा दरवाजा खुलदा ना ते सामने वेखिया जुझार सिंह बाहर आया। मैनूं खिमा करियो, मैं सिंघां बारे भी दसना चाहुंदा सी, किहड़ा किहड़ा सिंह शहीद होया इत्थे, किहड़ा किहड़ा, क्योंकि टाइम ते भज्जा जा रहा। बाबा जुझार सिंह जदों बाहर निकलदे ने ना ते इतिहास कहंदा सब तो पहला वजीर खां सरहंद दा नवाब हाकम सूबेदार कहण लगा वो इनू कतल ना करियो, 14 साल दा छोटा जिहा बच्चा ही आ, इनू कतल ना करियो, गुरु गोबिंद सिंह दा पुੱਤ इनू गिरफ्तार करो, ਇਹਦੇ ਕੋਲੋਂ ਈਨ ਬਣਾਵਾਂਗੇ। ਇਹਨੂੰ गिरफ्तार कर लिया, गुरु गोबिंद सिंह अपने आप जाएगा छुड़ाउण दे लई, ਇਹਨੂੰ मारियो ना, ਇਹਨੂੰ कतल ना जे करियो, इस बच्चे नू गिरफ्तार करो। वजीर खान ने यह गल कही। इतिहास कहंदा है बाबा जुझार सिंह अगे वधदा ते इंज टुट पैंदा दुश्मनां दे अंदे, ते इतिहास लिखिया देखत ही सब करत है, अरे खुदाए खुदाए, रब्बा की भेज दिता। बाबा जुझार सिंह ने वो तलवार बाई, तलवार सी, तलवार थी, खुंखार थी, खवार थी, क्या जानू क्या थी। अल्लाह यार खां जोगी कहंदा बाबा जुझार सिंह दी किरपान पता नहीं की किरपान सी, ये बला सी, ते पता नहीं की डर सी, शमशीर सी, शमशीर थी, क्या जानू क्या थी, खुंखार थी, कुंभार थी, क्या जानू क्या बला थी।
ਅੱਲਾ ਯਾਰ ਖਾਂ ਜੋਗੀ ਵਰਗਾ। ਬਾਬੇ ਨੇ ਦੁਸ਼ਮਣਾਂ ਦੇ ਆਹੂ ਲਾਏ। ਇਤਿਹਾਸ ਕਹਿੰਦਾ ਹੈ ਜਿਉਂ ਹੀ ਸੂਰਜ ਢਲਿਆ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤਰ ਨੂੰ ਦੁਸ਼ਮਣਾਂ ਘੇਰਾ ਪਾਇਆ, ਉੱਥੇ ਢਹਿ ਢੇਰੀ ਕਰ ਦਿੱਤਾ। ਬਾਬਾ ਜੁਝਾਰ ਸਿੰਘ ਜੀ ਜਦੋਂ ਸ਼ਹੀਦੀ ਪਾਉਂਦੇ ਨੇ ਕਲਗੀਧਰ ਪਾਤਸ਼ਾਹ, ਫਿਰ ਕਹਿੰਦੇ ਨੇ ਤੇਰੀ ਅਮਾਨਤ ਅਦਾ ਹੋਈ। ਇਤਿਹਾਸ ਇੱਥੇ ਨਹੀਂ ਮੁੱਕਦਾ ਚਮਕੌਰ ਸਾਹਿਬ ਦਾ, ਥੋੜਾ ਜਿਹਾ ਕੱਲ ਨੂੰ ਲੈ ਲਾਂਗੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦਿਆਂ ਦੇ ਨਾਲ। ਪਰ ਇੰਨੀ ਕੁ ਬੇਨਤੀ ਕਰ ਦਵਾਂ, ਸਾਹਿਬਜ਼ਾਦੇ ਦੋ ਸਾਹਮਣੇ ਪਏ ਨੇ ਮੈਦਾਨ 'ਚ, ਸ਼ਹੀਦ ਹੋਏ ਸਿੰਘ ਪਏ ਨੇ। ਕਿਉਂਕਿ ਪੁਰਾਣੇ ਸਮਿਆਂ 'ਚ ਇੱਕ ਰਵਾਇਤ ਹੁੰਦੀ ਸੀ, ਜੰਗ ਸੂਰਜ ਚੜ੍ਹਦਿਆਂ ਸ਼ੁਰੂ ਹੁੰਦਾ ਸੀਗਾ, ਸੂਰਜ ਛਿਪ ਜਾਏ ਤੇ ਜੰਗ ਬੰਦ ਹੋ ਜਾਂਦੇ ਹੁੰਦੇ ਸੀ। ਫੌਜਾਂ ਜਿੱਥੇ ਉੱਥੇ ਥੰਮ ਜਾਂਦੀਆਂ, ਰੁਕ ਜਾਂਦੀਆਂ ਸੀ। ਸੂਰਜ ਛਿਪਿਆ, ਸਤਿਗੁਰੂ ਦਾ ਪੁੱਤਰ ਸ਼ਹੀਦ ਹੋਇਆ, ਜੰਗ ਰੁਕ ਗਿਆ, ਸਾਹਮਣੇ ਪੁੱਤਰਾਂ ਦੀਆਂ ਸਿੰਘਾਂ ਦੀਆਂ ਲਾਸ਼ਾਂ ਪਈਆਂ। ਤੇ ਬਾਪੂ ਨੇ ਸਭ ਤੋਂ ਪਹਿਲਾਂ ਹੁਕਮ ਪਤਾ ਕੀ ਕੀਤਾ ਸੀ? ਕਹਿਣ ਲੱਗੇ ਸਿੰਘੋ ਜਿੰਨੇ ਕੁ ਬਚੇ ਆ ਨਾ, ਚਲੋ ਆਓ ਸੋਦਰ ਦਾ ਟਾਈਮ ਹੋਇਆ, ਆਪਾਂ ਰਲ ਮਿਲ ਕੇ ਰਹਿਰਾ ਸਾਹਿਬ ਕਰੀਏ। ਉਹ ਵਾਹ ਪਾਤਸ਼ਾਹ ਤੇਰਾ ਜਿਗਰਾ ਕਮਾਲ ਹੈ, ਸਾਹਮਣੇ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਨੇ ਤੇ ਤੈਨੂੰ ਫਿਰ ਰਹਿਰਾ ਸਾਹਿਬ ਚੇਤੇ ਆਉਂਦੀ ਹੈ। ਸਾਡੇ ਘਰ ਕੋਈ ਬੁੱਢਾ ਵੀ ਮਰਿਆ ਹੋਵੇ ਨਾ ਤੇ ਉਹਦੇ ਕੋਲ ਬਹਿ ਜਾਓ, ਭਾਈ ਜੀ ਰੋਣਾ ਕਾਹਨੂੰ ਹੈ, ਮਰਿਆਦਾ ਦਾ ਖੰਡਨ ਕਿਉਂ ਕਰਨ ਲੱਗੇ, ਬਹਿ ਕੇ ਪਾਠ ਹੀ ਕਰ ਲਈਏ। ਤੇ ਅੱਗੋਂ ਕਹਿਣਗੇ ਓਏ ਸਾਡਾ ਬਾਪੂ ਗੁਜ਼ਰਿਆ ਤੇ ਇਹਨੂੰ ਰਹਿਰਾ ਸਾਹਿਬ ਸੁਝਣ ਡਈਏ, ਇਹ ਹੋਰ ਹੀ ਸਿਆਪਾ ਪਾਈ ਫਿਰਦਾ ਏ। ਕਲਗੀ ਵਾਲਿਆ ਜਿਗਰਾ ਤੇਰਾ ਧੰਨ ਸੀ, ਪੁੱਤਾਂ ਦੀਆਂ ਲਾਸ਼ਾਂ ਜਵਾਨ ਦੀਆਂ, ਤੇ ਤੂੰ ਕਹਿੰਦਾ ਚਲੋ ਸੋਦਰ ਦਾ ਟਾਈਮ ਹੋਇਆ, ਰਹਿਰਾ ਸਾਹਿਬ ਰਲ ਮਿਲ ਕਰੀਏ। ਅੰਦਰ ਵਸਾਓ ਬਾਣੀ ਨੂੰ, ਨਿਤਨੇਮ ਨੂੰ ਅੰਦਰ ਵਸ ਜਾਏਗਾ ਨਾ, ਨਹੀਂ ਭੁੱਲਾਂਗੇ ਤਾਂ ਗੁਰੂ ਦੇ ਆਪਾਂ ਨਾਦੀ ਪੁੱਤ ਬਣਨਾ, ਗੁਰੂ ਦੇ ਸ਼ਬਦ ਵਾਲੇ ਪੁੱਤ ਬਣਨਾ। ਤੇ ਜਿੱਦਣ ਨਾਦੀ ਪੁੱਤ ਬਣ ਗਏ ਨਾ ਸ਼ਬਦ ਵਾਲੇ, ਉਦਣ ਬਾਪੂ ਨੇ ਕਹਿਣਾ ਇਨ ਪੁੱਤਰਨ ਕੇ ਸੀਸ ਪਰ, ਇਨ ਪੁੱਤਰਨ ਕੇ। ਇਹ ਆਪਾਂ ਵਿਚਾਰਨਾ ਵੀ ਅਸੀਂ ਬਿੰਦੀ ਬਣਨਾ ਕਿ ਨਾਦੀ ਬਣਨਾ। ਸਤਿਗੁਰੂ ਕਲਗੀ ਵਾਲਾ ਬਾਦਸ਼ਾਹ ਰਹਿਮਤ ਕਰੇ ਸਾਡੇ ਸਿਰ ਤੇ। ਜੋ ਇਤਿਹਾਸ ਆਪਾਂ ਉਹਨਾਂ ਦਾ ਵਿਚਾਰ ਰਹੇ ਹਨ, ਕੱਲ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਤੇ ਹੋਰ ਜਿਹੜੇ ਨਾਲ ਦੋ ਚਾਰ ਰਹਿ ਗਏ ਨੇ ਗੁਰੂ ਦੇ ਪਿਆਰੇ, ਉਹਨਾਂ ਬਾਰੇ ਵੀ ਮੈਂ ਤੁਹਾਡੇ ਸਨਮੁਖ ਇੱਦਾਂ ਹੀ ਬੇਨਤੀਆਂ ਕਰਾਂਗਾ। 7:45 ਵਜੇ ਤੱਕ ਟਾਈਮ ਸੀ, 20 ਮਿੰਟ ਮੈਂ ਉੱਤੇ ਲੈ ਗਿਆ, ਉਹਦੇ ਲਈ ਤੁਹਾਡੇ ਸਾਰਿਆਂ ਤੋਂ ਮੈਂ ਖਿਮਾ ਚਾਹੁੰਦਾ ਹਾਂ। ਇਸੇ ਤਰ੍ਹਾਂ ਕੱਲ ਨੂੰ ਆਪ ਜੁੜ ਮਿਲਣਾ, ਬੈਠਣਾ ਜਿੱਥੇ, ਹੋਰਨਾਂ ਨੂੰ ਵੀ ਪ੍ਰੇਰਿਓ। ਆ ਸੰਗਤ ਥੋੜੀ ਘੱਟ ਏ, ਨਹੀਂ ਤੇ ਮੈਂ ਇੱਕੋ ਗੱਲ ਕਹਿੰਦਾ, ਜਿੱਥੇ ਵੀ ਜਾਂਦਾ ਵੀ ਕਪੂਰਥਲੇ ਜਾ ਕੇ ਆਨੰਦ ਹਾਲ ਪੂਰਾ ਪੈਕ ਹੁੰਦਾ, ਭਰਿਆ ਹੁੰਦਾ, ਸੰਗਤ ਸੁਣਨ ਵਾਲੀ ਸਰੋਤੇ ਆਨੰਦ ਹੁੰਦਾ। ਠੰਡ ਏ ਮੈਨੂੰ ਪਤਾ, ਪਰ ਸਾਡੀ ਦਾਦੀ ਮਾਂ ਨੇ ਵੀ ਤੇ ਠੰਡ ਦੀਆਂ ਰਾਤਾਂ ਗੁਜ਼ਾਰੀਆਂ ਹੀ ਨੇ ਨਾ। ਨਿਆਣਿਆਂ ਨੂੰ ਲਿਆਇਆ ਕਰੋ, ਬੱਚਿਆਂ ਨੂੰ। ਕੱਲ ਨੂੰ ਤੇ ਉਹ ਛੋਟੇ ਛੋਟੇ ਗੁਰੂ ਕੇ ਲਾਲਾਂ ਦਾ ਨਾ ਸ਼ਹੀਦੀ ਦਿਨ ਆਪਾਂ ਵਿਚਾਰਨਾ, ਤੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ। ਸਤਿਗੁਰੂ ਰਹਿਮਤ ਕਰੇ ਤੁਹਾਡੇ ਮੇਰੇ ਸਿਰ ਤੇ ਮਿਹਰ ਭਰੇ ਹੱਥ ਰੱਖੇ, ਆਪਾਂ ਗੁਰੂ ਦੇ ਨਾਦੀ ਪੁੱਤਰ ਬਣਨ ਦਾ ਯਤਨ ਕਰੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲਾਂ ਨਾ ਚਤਾਰਦੇ, ਗੁਰਫਤਿਹ ਦੀ ਸਾਂਝ ਬਣਾਉਂਦੇ ਸਾਰੇ ਜਾਣੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।